ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਥੈਂਕ ਯੂ, ਅੱਜ ਤੁਸੀਂ ਸਾਡੇ ਨਾਲ ਫਿਰ ਤੋਂ ਜੁੜੇ ਹੋ। ਸਾਡਾ ਤੀਜਾ ਇਵੈਂਟ ਹੈਗਾ ਹੈ ਤੇ ਜਿਵੇਂ ਜਿਵੇਂ ਹੋਰ ਸਮਾਂ ਲੰਘੀ ਜਾਂਦਾ ਹੈ, ਹੋਰ ਇਵੈਂਟਸ ਹੁੰਦੇ ਨੇ, ਹੋਰ ਕਮਿਊਨਿਟੀ ਬਣਦੀ ਹੈ, ਇੰਨਾ ਹੀ ਤੁਸੀਂ ਸਾਨੂੰ ਹੋਰ ਸਾਡੇ ਨਾਲ ਜੁੜ ਰਹੇ ਹੋ ਤੇ ਸਾਨੂੰ ਪਿਆਰ ਦੇ ਰਹੇ ਹੋ। ਤੇ ਬਟ ਮੋਸਟ ਇੰਪੋਰਟੈਂਟਲੀ ਤੁਸੀਂ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਬਹੁਤ ਸਾਰੇ ਤੁਸੀਂ ਸਿੱਖ ਵੀ ਰਹੇ ਹੋ। ਤੇ ਗਾਇਜ਼, ਇਹ ਸਲੋ ਪ੍ਰੋਸੈਸ ਹੈਗਾ ਹੈ ਨਾ, ਇਹ ਇੱਕਦਮ ਤੇ ਹੈ ਨਹੀਂ ਕਿ ਇੱਕ ਇਵੈਂਟ ਅਟੈਂਡ ਕਰ ਲਿਆ ਹੁਣ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ। ਸਲੋ ਪ੍ਰੋਸੈਸ ਹੈਗਾ ਹੈ। ਤੇ ਥੈਂਕ ਯੂ ਕਿ ਤੁਸੀਂ ਸਾਡੇ ਨਾਲ ਟਰਾਈ ਕਰ ਰਹੇ ਹੋ ਤੇ ਇੰਨਾ ਸਾਨੂੰ ਇੰਟਰਸਟ ਵਿਖਾ ਰਹੇ ਹੋ। ਤੇ ਗਾਇਜ਼, ਹੋਪਫੁਲੀ ਤੁਹਾਡੇ ਸਭ ਦਾ ਚੰਗਾ ਸੋਮਵਾਰ ਨਿਕਲ ਰਿਹਾ ਹੈ। ਇੱਕ ਮੈਂ ਗੱਲ ਕਹਿਣਾ ਚਾਹੁੰਦੀ ਹਾਂ ਬਿਫੋਰ ਅਸੀਂ ਇਵੈਂਟ ਸ਼ੁਰੂ ਕਰੀਏ ਕਿ ਪੰਜਾਬ ਦੇ ਵਿੱਚ ਹੁਣੇ ਜੋ ਮੁੱਦੇ ਹੋ ਰਹੇ ਨੇ, ਕਿਸਾਨਾਂ ਦੇ ਨਾਲ, ਫਾਰਮਰਸ ਦੇ ਨਾਲ, ਥੈਂਕ ਯੂ ਸੋ ਮਚ ਜਿਨ੍ਹਾਂ ਨੇ ਵੀ ਪ੍ਰੋਟੈਸਟ ਤੇ ਗਏ ਤੇ ਜੋ ਵੀ ਹੋਏ ਤੇ ਤੁਸੀਂ ਆਪਣਾ ਸਪੋਰਟ ਵਿਖਾ ਰਹੇ ਹੋ। ਗਾਇਜ਼, ਰੋਟੀ, ਹਾਂਜੀ ਇਹ ਗੱਲ ਸੱਚ ਹੈ ਕਿ ਫਾਰਮਰਸ ਦੇ ਬਿਨਾਂ ਰੋਟੀ ਪਾਣੀ ਨਹੀਂ ਹੈਗੀ, ਪਰ ਫਾਰਮਰਸ ਦੇ ਬਿਨਾਂ ਪੰਜਾਬ ਵੀ ਨਹੀਂ ਹੈਗਾ। ਪੰਜਾਬ ਵੀ ਆਰ ਨੋਨ ਫॉर ਐਗਰੀਕਲਚਰ ਤੇ ਖੇਤੀਬਾੜੀ। ਸੋ ਥੈਂਕ ਯੂ ਸੋ ਮਚ ਜਿੰਨਾ ਤੁਸੀਂ ਪਿਆਰ ਵਿਖਾ ਰਹੇ ਹੋ। ਸਾਡੇ ਰੀਅਲ, ਸਾਡੇ ਜਿਹੜੇ ਰੂਟਸ ਨੇ, ਜਿਹੜੀਆਂ ਸਾਡੀਆਂ ਜੜ੍ਹਾਂ ਨੇ, ਜਿਹੜੇ ਸਾਡੇ ਫਾਰਮਰਸ ਨੇ, ਤੇ ਡਟੇ ਰਹੋ। ਗਾਇਜ਼, ਹੁਣ ਥਰਸਡੇ ਨੂੰ ਅਸੀਂ ਇਵੈਂਟ ਕਰਨਾ ਸੀ ਤੇ ਇੱਕ ਥੋੜੀ ਜਿਹੀ ਅਫਵਾਹ ਜਿਹੀ ਉੱਠੀ ਸੀ ਕਿ ਸ਼ਾਇਦ ਹਰਮਨ ਸਟਾਪ ਇਟ ਤੇ ਸ਼ਾਇਦ ਅਫਵਾਹ ਉੱਠੀ ਸੀ ਕਿ ਸ਼ਾਇਦ ਇੰਟਰਨੈਟ ਬੰਦ ਹੋ ਜਾਏ ਤੇ ਇਸ ਕਰਕੇ ਅਸੀਂ ਆਪਣਾ ਇਵੈਂਟ ਪੋਸਟਪੋਨ ਕੀਤਾ। ਇਹ ਬੜੀ ਚੰਗੀ ਗੱਲ ਹੈ ਕਿ ਇਵੈਂਟ ਕਿ ਉਹਨਾਂ ਨੇ ਇੰਟਰਨੈਟ ਨਹੀਂ ਬੰਦ ਕੀਤਾ, ਪਰ ਅਸੀਂ ਰਿਸਕ ਨਹੀਂ ਲੈਣਾ ਚਾਹੁੰਦੇ ਸੀ ਬਿਕੋਜ਼ ਸਾਡੇ ਲਈ ਹਰਪ੍ਰੀਤ ਟਾਈਮ ਕੱਢ ਰਹੇ ਨੇ ਤੇ ਅਸੀਂ ਚਾਹੁੰਦੇ ਸੀ ਕਿ ਕੋਈ ਰਿਸਕ ਨਾ ਲਈਏ ਅਸੀਂ। ਸੋ ਦੈਟਸ ਗੁੱਡ। ਤੇ ਗਾਇਜ਼, ਅੱਜ ਅਸੀਂ ਬਹੁਤ ਚੰਗਾ ਟੌਪਿਕ ਡਿਸਕਸ ਕਰ ਰਹੇ ਹਾਂ। ਮੈਂ ਬਹੁਤ ਐਕਸਾਈਟਿਡ ਹਾਂ। ਮੈਂ ਉਦੋਂ ਦੀ ਅੱਧੇ ਘੰਟੇ ਤੋਂ ਬਹਿ ਕੇ ਹਰਪ੍ਰੀਤ ਦੇ ਸਾਹਮਣੇ ਕਹਿ ਰਹੀ ਮੈਂ ਇੰਨੀ ਐਕਸਾਈਟਿਡ ਹਾਂ, ਇੰਨੀ ਐਕਸਾਈਟਿਡ ਹਾਂ। ਅੱਜ ਅਸੀਂ ਡਿਸਕਸ ਕਰ ਰਹੇ ਹਾਂ ਕਿ ਬਲੌਕਚੇਨ ਕੀ ਹੈ। ਠੀਕ ਹੈ ਗਾਇਜ਼, ਮੈਂ ਐਮਫਸਾਈਜ਼ ਕਰਨਾ ਚਾਹੁੰਦੀ ਹਾਂ ਕਿ ਅੱਜ ਤੋਂ ਪਹਿਲਾਂ ਪੰਜਾਬੀ ਦੇ ਵਿੱਚ ਇਹੋ ਜਿਹੀ ਕਨਵਰਸੇਸ਼ਨ ਕਦੀ ਨਹੀਂ ਹੋਈ ਹੈ। ਠੀਕ ਹੈ, ਤੇ ਇਹ ਬਹੁਤ ਹੀ ਵੈਲਿਊਬਲ ਇਨਫੋਰਮੇਸ਼ਨ ਹੈ। ਇਹ ਦੁਨੀਆ ਦੀ ਸਭ ਤੋਂ ਐਡਵਾਂਸਡ ਜਿਹੜੀ ਇੰਡਸਟਰੀ ਹੁਣੇ ਚੱਲ ਰਹੀ ਹੈ, ਉਹਦੇ ਵਿੱਚ ਅਸੀਂ ਪੰਜਾਬੀ ਦੇ ਵਿੱਚ ਗੱਲਾਂ ਕਰਾਂਗੇ ਕਿ ਜਿਹੜੀ ਬਿਟਕੋਇਨ ਦੀ ਮੇਨ ਟੈਕਨੋਲੋਜੀ ਹੈ ਬਲੌਕਚੇਨ, ਉਹ ਕੀ ਹੈ, ਕਿਵੇਂ ਕੰਮ ਕਰਦੀ ਹੈ, ਤੇ ਕਿਉਂ ਇਹਦੀ ਮਹੱਤਤਾ ਹੈ ਤੇ ਤੁਹਾਨੂੰ ਇਹਦੇ ਬਾਰੇ ਕਿਉਂ ਕੇਅਰ ਕਰਨੀ ਚਾਹੀਦੀ ਹੈ। ਕਿ ਤੁਹਾਨੂੰ ਕੀ ਫਰਕ ਪੈਂਦਾ ਇਹਦੇ ਨਾਲ, ਦੈਟਸ ਵੈਰੀ ਇੰਪੋਰਟੈਂਟ। ਤੇ ਕਿਵੇਂ ਇਹ ਟੈਕਨੋਲੋਜੀ ਯੂਜ਼ ਹੁੰਦੀ ਹੈ ਐਂਡ ਮੋਸਟ ਇੰਪੋਰਟੈਂਟਲੀ ਕਿ ਉਹਦੇ ਵਿੱਚ ਹੁਣੇ ਜੌਬਸ ਕੀ ਨੇ, that's also very important, right? ਤੇ ਗਾਇਜ਼, ਇੱਕ ਮੈਂ ਗੱਲ ਕਹਿਣਾ ਚਾਹੁੰਦੀ ਹਾਂ ਕਿ ਇਹ ਜਿਹੜਾ ਅੱਜ ਅਸੀਂ ਟੌਪਿਕ ਡਿਸਕਸ ਕਰਾਂਗੇ ਕਿ ਬਲੌਕਚੇਨ ਕੀ ਹੈ, ਇਹ ਥੋੜਾ ਟੈਕਨੀਕਲ ਟੌਪਿਕ ਹੈ। ਠੀਕ ਹੈ, ਥੋੜਾ ਟੈਕਨੀਕਲ ਹੈ, ਨਾਲ ਜੁੜਿਓ। ਤੇ ਜੇ ਤੁਹਾਨੂੰ ਕੁਝ ਸਮਝ ਨਹੀਂ ਆਉਂਦਾ, ਲਿਖੋ, ਪੁਆਇੰਟਸ ਬਣਾਓ ਕਿ ਕੀ ਸਮਝ ਨਹੀਂ ਆਇਆ ਐਂਡ ਅਸੀਂ ਮਦਦ ਕਰਾਂਗੇ ਤੁਹਾਨੂੰ ਗਰੁੱਪ ਦੇ ਵਿੱਚ। ਉਹਦੇ ਬਾਅਦ ਤੁਹਾਨੂੰ ਤੁਹਾਡੇ ਆਨਸਰਸ ਕਰਾਂਗੇ ਕਿ ਕੀ ਤੁਹਾਨੂੰ ਜੋ ਸਮਝ ਨਹੀਂ ਆਇਆ। ਇਟਸ ਨਾਟ ਇੰਪੋਰਟੈਂਟ ਕਿ ਤੁਹਾਨੂੰ ਅੱਜ ਸਾਰਾ ਕੁਝ ਪਤਾ ਲੱਗੇ। ਠੀਕ ਹੈ, ਸ਼ਾਇਦ ਕੁਝ ਚੀਜ਼ਾਂ ਟੈਕਨੀਕਲ ਹੋਣ, ਬਟ ਹੋਪਫੁਲੀ ਓਵਰਆਲ ਤੁਹਾਨੂੰ ਇਹ ਸਮਝ ਆਉਣਾ ਸ਼ੁਰੂ ਹੋ ਜਾਏ ਕਿ ਕਿਉਂ ਇਹਦੀ ਮਹੱਤਤਾ ਇੰਨੀ ਹੈ। ਤੇ ਜੇ ਤੁਸੀਂ ਬਲੌਕਚੇਨ ਵਿੱਚ ਜਾਣਾ ਚਾਹੁੰਦੇ ਹੋ, ਕਿਹੜੀ ਜੌਬ ਮੇ ਬੀ ਮੋਸਟ ਲਾਈਕਲੀ ਤੁਹਾਡੇ ਲਈ ਤੁਹਾਡੇ ਲਈ ਯੂਜ਼ਫੁਲ ਹੋ ਸਕਦੀ ਹੈ। ਸੋ ਵੈਰੀ ਐਕਸਾਈਟਿਡ। ਤੇ ਫਿਰ ਅਸੀਂ ਇਹ ਗੱਲ ਕਰਾਂਗੇ ਹੋਪਫੁਲੀ ਐਂਡ ਵਿੱਚ ਸਾਡੇ ਕੋਲ ਟਾਈਮ ਹੋਏਗਾ ਕੁਐਸਚਨਸ ਤੇ ਆਨਸਰਸ ਦਾ ਲਾਈਵ। ਨਹੀਂ ਹੋਇਆ ਕੁਐਸਚਨ ਆਨਸਰਸ ਦਾ ਟਾਈਮ ਤੇ ਤੁਸੀਂ ਸਾਡੇ ਨਾਲ ਗਰੁੱਪ ਦੇ ਵਿੱਚ ਜੁੜ ਸਕਦੇ ਹੋ। ਠੀਕ ਹੈ, ਤੇ ਗਰੁੱਪ ਦੇ ਵਿੱਚ ਫਿਰ ਅਸੀਂ ਤੁਸੀਂ ਕੁਐਸਚਨਸ ਕੰਟੀਨਿਊ ਰੱਖ ਸਕਦੇ ਹੋ ਤੇ ਉੱਥੇ ਅਸੀਂ ਤੁਹਾਡੇ ਲਈ ਸਮਾਂ ਕੱਢ ਕੇ ਕੱਲ, ਅੱਜ ਜਾਂ ਕੱਲ ਤੁਹਾਡੇ ਕੁਐਸਚਨਸ ਆਨਸਰ ਕਰਾਂਗੇ। ਓਕੇ, ਸੋ ਲੈਟਸ ਬ੍ਰਿੰਗ ਹਰਪ੍ਰੀਤ ਮਾਨ ਇਨ, ਹਰਪ੍ਰੀਤ ਸਿੰਘ। ਹਰਪ੍ਰੀਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Wajir Khalsa, Wajir Fateh. Thank you, Ravneet, for having me here today. Should I go on starting on this or? ਯੈਸ ਹਰਪ੍ਰੀਤ, ਪਲੀਜ਼ ਟੇਕ ਇਟ ਅਵੇ। ਤੇ ਆਈ ਥਿੰਕ ਜੇ ਤੁਸੀਂ ਆਪਣਾ ਹੁਣ ਸਕਰੀਨ ਸ਼ੇਅਰ ਕਰੋ, ਉਹਦੇ ਨਾਲ ਮੇਰਾ ਕੈਮਰਾ ਚੱਲ ਜਾਣਾ ਚਾਹੀਦਾ ਹੈ। ਸੋ ਇਫ ਯੂ ਟਰਾਈ ਦੈਟ, ਹੋਪਫੁਲੀ ਦੈਟ ਸ਼ੁਡ ਵਰਕ। ਠੀਕ ਹੈ। ਓਕੇ, ਓਕੇ, ਹੁਣ ਸਾਰਿਆਂ ਨੂੰ ਮੇਰੀ ਸਕਰੀਨ ਦਿਖ ਰਹੀ? ਹਾਂਜੀ, ਠੀਕ ਹੈ। ਸੋ ਸਭ ਆਈ ਤੋਂ ਪਹਿਲਾਂ ਓਕੇ, ਯੂ ਕੈਨ ਸੀ ਇਟ ਰਾਈਟ? ਓਕੇ, ਸੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਅੱਜ ਦੀ ਡਿਸਕਸ਼ਨ ਹੋਣ ਜਾ ਰਹੀ ਹੈ ਵੀ ਕੀ ਬਲੌਕਚੇਨ ਕੀ ਚੀਜ਼ ਆ ਤੇ ਕਿਉਂ ਇਹਦੇ ਬਾਰੇ ਪਤਾ ਲੈਣਾ ਜ਼ਰੂਰੀ ਆ। ਸੋ ਪਹਿਲੀ ਗੱਲ ਤਾਂ ਥੈਂਕ ਯੂ ਰਵਨੀਤ ਕਿ ਤੁਸੀਂ ਮੈਨੂੰ ਕਿ ਇਹਦੇ ਬਾਰੇ ਆ ਕੇ ਡਿਸਕਸ਼ਨ ਕਰਨ ਦੀ ਓਪਰਚੁਨਿਟੀ ਦਿੱਤੀ। ਤੇ
ਸਭ ਤੋਂ ਜ਼ਰੂਰੀ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੇਣਾ ਵੀ ਮੇਰੀ ਪੰਜਾਬੀ ਐਕਚੁਅਲੀ ਇੰਨੀ ਚੰਗੀ ਨਹੀਂ ਹੈ, ਕਿਉਂਕਿ ਮੈਂ ਜ਼ਿਆਦਾਤਰ ਪੰਜਾਬੀ, ਕਿਉਂਕਿ ਮਲੇਸ਼ੀਆ 'ਚ ਰਿਹਾ, ਮਲੇਸ਼ੀਆ 'ਚ ਜੰਮਿਆ ਪਲਿਆ, ਮੈਂ ਇੱਥੇ ਦਾ 3rd ਜਨਰੇਸ਼ਨ ਪੰਜਾਬੀ ਹਾਂ ਐਕਚੁਅਲੀ, ਪੜਦਾਦੇ ਦੇ ਟਾਈਮ ਤੋਂ ਇੱਥੇ ਮੇਰੀ ਫੈਮਿਲੀ ਮਲੇਸ਼ੀਆ 'ਚ ਆ। ਸੋ ਮੇਰੀ ਪੰਜਾਬੀ ਇੰਨੀ ਚੰਗੀ ਨਹੀਂ, ਪਰ ਆਪਾਂ ਕੋਸ਼ਿਸ਼ ਕਰਾਂਗੇ ਵੀ ਪੰਜਾਬੀ 'ਚ ਜ਼ਿਆਦਾ ਤੋਂ ਜ਼ਿਆਦਾ ਬੋਲਣ ਦੀ। ਪਰ ਅਗਰ ਵਿਚਾਲੇ ਥੋੜ੍ਹੀ ਜਿਹੀ ਅੰਗਰੇਜ਼ੀ ਮੈਂ ਯੂਜ਼ ਕੀਤੀ, ਤੁਹਾਨੂੰ ਉਹਦਾ ਕੁਛ ਸਮਝ ਨਹੀਂ ਲੱਗਿਆ, ਪਲੀਜ਼ ਕਮੈਂਟ 'ਚ ਪੁੱਛ ਲਿਓ। ਤੇ ਅਗਰ ਤੁਹਾਨੂੰ ਕੋਈ ਟ੍ਰਾਂਸਲੇਸ਼ਨ ਦੀ ਲੋੜ ਪਈ, ਰਵਨੀਤ ਜੀ ਇੱਥੇ ਹੈਗੇ ਨੇ, ਉਹ ਜ਼ਰੂਰ ਸਾਡੀ ਹੈਲਪ ਕਰਨਗੇ ਬਾਅਦ ਚੋਂ ਵੀ ਕਿਵੇਂ ਉਹਨੂੰ ਟ੍ਰਾਂਸਲੇਟ ਕਰ ਲਈਏ। ਪਰ ਹਾਂਜੀ, ਕਿਉਂਕਿ ਮੈਂ ਸੁਪਰ ਪੰਜਾਬੀ ਐਕਸਪਰਟ ਹਾਂ ਨਾ ਇੱਥੇ। ਮੇਰੀ ਪੰਜਾਬੀ ਵੀ ਇੰਨੀ ਮਾੜੀ ਹੈ। ਬਟ ਯੈਸ ਗਾਇਜ਼, ਐਨੀਥਿੰਗ ਆਈ ਐਮ ਹੇਅਰ ਟੂ ਟ੍ਰਾਂਸਲੇਟ, ਮੈਂ ਵੀ ਹੈਗੀ ਹਾਂ। ਯਾ ਸੋ ਆਪਾਂ ਥੋੜ੍ਹੀ ਮਿਕਸ ਕਰਕੇ ਚੱਲਾਂਗੇ, ਪੰਜਾਬੀ ਤੇ ਅੰਗਰੇਜ਼ੀ। ਭਾਸ਼ਾ ਵੀ ਕਰ ਸਕਦੇ ਸੀ, ਪਰ ਭਾਸ਼ਾ ਕਿਸੇ ਨੂੰ ਆਉਣੀ ਨਹੀਂ, ਫਿਰ ਉਹਨੂੰ ਛੱਡ ਦਿੰਦੇ ਕੋਈ ਗੱਲ ਨਹੀਂ ਅੱਜ ਨੂੰ। ਸੋ ਕਿਸੇ ਨੂੰ ਆਪਾਂ ਪਤਾ ਹੈ ਵੀ ਨਹੀਂ ਕਿ ਲੈਂਗੁਏਜ ਹੈ ਜਾਂ ਨਹੀਂ। ਮੈਨੂੰ ਵੀ ਨਹੀਂ ਪਤਾ ਸੀ। ਲੋਕਾਂ ਨੂੰ ਜ਼ਿਆਦਾਤਰ ਇਹ ਵੀ ਨਹੀਂ ਪਤਾ ਵੀ ਭਾਸ਼ਾ ਵੀ ਕੋਈ ਲੈਂਗੁਏਜ ਹੈਗੀ ਹੈ, ਪਰ ਜੇ ਮਲੇਸ਼ੀਆ ਆ ਕੇ ਗਏ ਹੋਣਗੇ ਉਹਨਾਂ ਨੂੰ ਪਤਾ ਰਹੂਗਾ ਵੀ ਇੱਥੇ ਦੀ ਮੇਨ ਲੈਂਗੁਏਜ ਭਾਸ਼ਾ ਮਲੇਸ਼ੀਆ, ਉਹ ਜ਼ਿਆਦਾਤਰ ਮਲੇਸ਼ੀਆ ਤੇ ਇੰਡੋਨੇਸ਼ੀਆ 'ਚ ਬੋਲੀ ਜਾਂਦੀ ਹੈ। ਪਰ ਵਾਪਸ ਆਉਂਦੇ ਆਪਣੇ ਮੁੱਦੇ ਤੇ ਅੱਜ ਦੇ, ਵੀ ਅੱਜ ਦੀ ਗੱਲ ਕਰਨ ਲੱਗੇ ਆਪਾਂ ਜ਼ਿਆਦਾਤਰ ਬਲੌਕਚੇਨ ਕੀ ਚੀਜ਼ ਆ ਤੇ ਕਿਉਂ ਜ਼ਰੂਰੀ ਹੈ ਲੋਕਾਂ ਨੂੰ ਪਤਾ ਲੈਣ ਦੇ ਬਾਰੇ ਜ਼ਿਆਦਾਤਰ, ਕਿਉਂਕਿ ਇਹ ਮੈਂ ਕਿਉਂ ਸਵਾਲ ਪੁੱਛਿਆ ਲੋਕਾਂ ਨੂੰ ਜਾਂ ਕਿਉਂ ਇਹਦੇ ਬਾਰੇ ਗੱਲ ਕਰਨਾ ਚਾਹੁੰਦਾ ਅੱਜ, ਕਿਉਂਕਿ ਜ਼ਿਆਦਾਤਰ ਲੋਕੀ ਕ੍ਰਿਪਟੋ ਦੇ ਬਾਰੇ ਪੁੱਛਦੇ ਆ, ਪਰ ਉਹਨਾਂ ਨੂੰ ਸਮਝ ਨਹੀਂ ਗਈ ਵੀ ਕ੍ਰਿਪਟੋ ਐਕਚੁਅਲੀ ਚੀਜ਼ ਕੀ ਹੈ, ਉਹਦੇ ਪਿੱਛੇ ਕੀ ਟੈਕਨੋਲੋਜੀ ਕੰਮ ਕਰਦੀ ਹੈ, ਕਿਵੇਂ ਡਿਜ਼ਾਈਨ ਹੋਈ ਹੈ, ਇਹਦੇ ਲੋਕਾਂ ਨੂੰ ਜ਼ਿਆਦਾਤਰ ਸਮਝ ਨਹੀਂ ਹੈ ਨਹੀਂ ਗਈ ਇਸ ਟਾਈਮ ਤੇ। ਸੋ ਤਾਂ ਮੈਂ ਸੋਚਿਆ ਵੀ ਹੁਣ ਜਦੋਂ ਆਪਾਂ ਪੰਜਾਬੀ 'ਚ ਗੱਲ ਤੋਰੀ ਹੈ ਕ੍ਰਿਪਟੋ ਕਰੰਸੀ ਦੇ ਬਾਰੇ, ਆਪਾਂ ਨੂੰ ਬਲੌਕਚੇਨ ਦੇ ਬਾਰੇ ਵੀ ਤੋੜਨੀ ਚਾਹੀਦੀ ਹੈ, ਵੀ ਉੱਥੇ ਦੀ ਜਿਹੜੀ ਯੂਥ ਆ, ਟੈਕਨੋਲੋਜੀ ਦੇ ਪਰਸਨੈਲਿਟੀਜ਼ ਨੇ ਜ਼ਿਆਦਾਤਰ, ਉਹਨਾਂ ਨੂੰ ਵੀ ਥੋੜ੍ਹਾ ਮੋਟਾ ਬਲੌਕਚੇਨ ਦੇ ਬਾਰੇ ਪਤਾ ਚੱਲੇ, ਉੱਥੇ ਦੀ ਇੱਕ ਤਰ੍ਹਾਂ ਦੀ ਬਲੌਕਚੇਨ ਦੀ ਇੰਡਸਟਰੀ ਗਰੋ ਹੋਵੇ। ਪੰਜਾਬ 'ਚ ਵੀ ਲੋਕੀ ਇਹ ਟੈਕਨੋਲੋਜੀ ਦੇ ਬਾਰੇ ਜ਼ਿਆਦਾ ਪੜ੍ਹੇ ਤੇ ਡਿਵੈਲਪ ਕਰੇ ਇਹ ਜਿਹੀਆਂ ਕੋਈ ਟੈਕਨੋਲੋਜੀਆਂ ਪੰਜਾਬ ਤੋਂ। ਸੋ ਤੇ ਐਟ ਦ ਸੇਮ ਟਾਈਮ ਕਿ ਹੌਲੀ ਹੌਲੀ ਪੰਜਾਬ ਦੇ ਅੰਦਰ ਵੀ ਇੱਕ ਇੰਡਸਟਰੀ ਟੈਕਨੋਲੋਜੀ ਦੀ ਹੌਲੀ ਹੌਲੀ ਉੱਭਰ ਰਹੇ ਉੱਥੋਂ। ਸੋ ਇਹਦੇ ਨਾਲ ਇਹ ਸੋਚ ਦੇ ਨਾਲ ਮੈਂ ਸੋਚਿਆ ਹੁਣ ਆਪਾਂ ਟੈਕਨੋਲੋਜੀ ਵੀ ਗੱਲ ਕਰਨੀ ਜ਼ਰੂਰੀ ਆ, ਕਿਉਂਕਿ ਅਗਰ ਆਪਾਂ ਸਿਰਫ ਕ੍ਰਿਪਟੋ ਦੀ ਗੱਲ ਕਰੀਏ ਪਰ ਤੁਹਾਨੂੰ ਪਤਾ ਨਹੀਂ ਕ੍ਰਿਪਟੋ ਕਿਵੇਂ ਚੱਲਦਾ, ਤੇ ਕ੍ਰਿਪਟੋ ਦੇ ਪਿੱਛੇ ਦੀ ਟੈਕਨੋਲੋਜੀ ਆ ਜਿਹੜੀ ਬਹੁਤ ਇੰਟਰਸਟਿੰਗ ਆ ਤੇ ਬਹੁਤ ਜ਼ਿਆਦਾ ਓਪਰਚੁਨਿਟੀਜ਼ ਨੇ ਉਹ ਟੈਕਨੋਲੋਜੀ ਦੇ ਅੰਦਰ। ਤੇ ਅਗਰ ਲਾਇਆ ਜਾਵੇ ਮੇਰੇ ਓਪੀਨੀਅਨ ਰਹੀ ਤਾਂ ਅਗਰ ਲਾਇਆ ਜਾਵੇ ਅਗਲੇ 5 ਤੋਂ 10 ਸਾਲਾਂ 'ਚ ਜ਼ਿਆਦਾਤਰ ਦੀਆਂ ਵੱਡੀਆਂ ਕੰਪਨੀਆਂ ਹੋਣਗੀਆਂ ਉਹਨਾਂ ਦੇ ਅੰਦਰ ਥੋੜ੍ਹਾ ਕਿ ਕੋਈ ਨਾ ਕੋਈ ਬਲੌਕਚੇਨ ਦੀ ਟੈਕਨੋਲੋਜੀ ਜ਼ਰੂਰ ਹੋਗੀ। ਅਗਲੇ 20 ਜਾਂ 30 ਸਾਲਾਂ ਦੇ ਅੰਦਰ ਹੋ ਸਕਦਾ ਵੀ ਅਮੰਗ ਦ ਟੌਪ 50 ਕੰਪਨੀਜ਼ ਜੇ ਸਭ ਤੋਂ ਵੱਡੀਆਂ 50 ਕੰਪਨੀਆਂ ਦੇ ਅੰਦਰ ਕੋਈ ਇੱਕ ਬਲੌਕਚੇਨ ਦੀ ਕੰਪਨੀ ਹੋ ਸਕਦੀ ਹੈ। ਰੀਜ਼ਨ ਵਾਈ, ਕਿਉਂਕਿ ਪਿਛਲੀ ਵਾਰ ਜੋ ਇੰਟਰਨੈਟ ਸ਼ੁਰੂ ਹੋਇਆ ਸੀ ਜ਼ਿਆਦਾਤਰ ਲੋਕੀ ਉਹਦੇ ਬਾਰੇ ਵੀ ਇਹੀ ਗੱਲ ਕਰਦੇ ਸੀ ਵੀ ਇੰਟਰਨੈਟ ਐਵੇਂ ਆ, ਬੜਾ ਸਮਾਰ ਕੇ ਚੱਲਦਾ ਵੀ ਨਹੀਂਗਾ, ਉਹਦੀ ਕੋਈ ਜ਼ਰੂਰਤ ਨਹੀਂ ਗੀ, ਲੋਕਾਂ ਕੋਲ ਟੈਲੀਫੋਨ ਲਾਈਨਾਂ ਹੈਗੀਆਂ ਨੇ, ਇੰਟਰਨੈਟ ਦੀ ਕੀ ਲੋੜ ਆ। ਪਰ ਜਦੋਂ ਇੰਟਰਨੈਟ ਆਇਆ ਹੁਣ ਦੇਖੋ ਸਭ ਤੋਂ ਵੱਡੀਆਂ ਕੰਪਨੀਆਂ ਦੁਨੀਆ ਦੇ, ਸਭ ਤੋਂ ਵੈਲਿਊਬਲ ਜਾਂ ਸਭ ਤੋਂ ਜ਼ਿਆਦਾ ਮਹਿੰਗੀਆਂ ਕੰਪਨੀਆਂ, ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਮਹਿੰਗੇ ਸ਼ੇਅਰਸ ਨੇ, ਉਹ ਅੱਜ ਇੰਟਰਨੈਟ ਦੀਆਂ ਕੰਪਨੀਆਂ ਨੇ, ਉਹ ਈ-ਕਾਮਰਸ ਦੀਆਂ ਕੰਪਨੀਆਂ ਨੇ। ਹੌਲੀ ਹੌਲੀ ਉਹ ਜ਼ਿਆਦਾਤਰ ਬਾਹਰਲੀ ਦੇਸ਼ਾਂ ਨੇ ਉਹ ਜਿਹੜੀ ਓਪਰਚੁਨਿਟੀ ਸੀਗੀ ਉਹ ਮਿਸ ਕਰਤੀ। ਇੰਡੀਆ ਨੇ ਵੀ ਕਾਫੀ ਤਰ੍ਹਾਂ ਦੀ ਉਹ ਓਪਰਚੁਨਿਟੀ ਪਹਿਲੇ ਰਾਊਂਡ ਤੇ ਮਿਸ ਕਰਤੀ ਸੀਗੀ, ਪਰ ਆਖਿਰ ਤੇ ਉਹਨਾਂ ਨੇ ਵੀ ਜਾ ਕੇ ਫਿਰ ਜ਼ਿਆਦਾ ਡਿਵੈਲਪ ਕੀਤਾ, ਜ਼ਿਆਦਾ ਜੌਬਸ ਲੈ ਕੇ ਆਂਦੀ ਇੰਡੀਆ ਦੇ ਅੰਦਰ। ਹੁਣ ਦੇਖੋ ਇੰਡੀਆ ਕੀ ਦੁਨੀਆ ਦਾ IT ਸੈਂਟਰ ਮੰਨਿਆ ਜਾਂਦਾ ਜਾਂ IT ਹੱਬ ਮੰਨਿਆ ਜਾਂਦਾ ਇਨ ਟਰਮਸ ਆਫ ਟੈਲੈਂਟ। ਪਰ ਹੁਣ ਜਿਹੜੀ ਨਵੀਂ ਵੇਵਸ ਆ ਰਹੀਆਂ ਨੇ, ਜੇ ਨਵੀਂ ਟੈਕਨੋਲੋਜੀ ਆ ਰਹੀਆਂ ਨੇ, ਜਿਹੜੀਆਂ ਜ਼ਿਆਦਾਤਰ ਆਪਾਂ ਕਹਿੰਦੇ ਹਾਂ IR 4.0 ਜਾਂ ਇੰਡਸਟਰੀ ਰੈਵੋਲੂਸ਼ਨ 4.0 ਕਹਿੰਦੇ ਆ। ਜੇ ਪਹਿਲਾਂ ਸੀਗੀ ਪਹਿਲੀ ਇੰਡਸਟਰੀ ਰੈਵੋਲੂਸ਼ਨ ਸੀ ਜਿੱਥੇ ਸਟੀਮ ਦੇ ਇੰਜਨ ਸ਼ੁਰੂ ਕੀਤੇ ਗਏ ਸੀਗੇ। ਉਦੋਂ ਬਾਅਦ 'ਚ ਹੌਲੀ ਹੌਲੀ ਤੁਸੀਂ ਦੇਖੋ ਸਟੀਮ ਦੇ ਨਾਲ ਕਿੰਨੇ ਦੇਸ਼ ਦੀ ਤਰੱਕੀ ਹੋਈ। ਇੰਡੀਆ ਦੇ ਕਿੰਨੀਆਂ ਸਟੀਮ ਦੀਆਂ ਰੇਲਵੇ ਟਰੈਕਸ ਹੋਈਆਂ, ਉਹਦੇ ਨਾਲ ਲੋਕਾਂ ਨੇ ਕਿੰਨੀ ਆਪਦਾ ਬਿਜ਼ਨਸ ਵਧਾਇਆ ਉਹਦੇ ਨਾਲ। ਤੇ ਹੌਲੀ ਹੌਲੀ ਤੁਸੀਂ ਦੇਖੋ ਉਹਦੇ ਨਾਲ ਫਿਰ ਕੰਪਿਊਟਰਸ ਆਏ, ਕੰਪਿਊਟਰਸ ਦੇ ਨਾਲ ਵੀ ਫਿਰ ਕਿੰਨੀ ਟੈਕਨੋਲੋਜੀ ਵਧੀ, ਫਿਰ ਮਸ਼ੀਨਰੀ ਕਿੰਨੀ ਆਈ, ਮਸ਼ੀਨਰੀ ਦੇ ਨਾਲ ਵੀ ਕਿੰਨੀ ਆਊਟਪੁੱਟ ਇਕੋਨੋਮੀ ਦੀ ਵਧੀ। ਹੁਣ ਇਹ ਚੌਥਾ ਵੇਵ ਚੱਲ ਰਿਹਾ ਜਿੱਥੇ ਹੁਣ ਜ਼ਿਆਦਾ ਇਨਫੋਰਮੇਸ਼ਨ ਤੇ ਡੇਟਾ ਦੇ ਉੱਤੇ ਗੱਲ ਚੱਲ ਰਹੀ ਹੈ ਵੀ ਹੁਣ ਜਿਹੜੀ ਡੇਟਾ ਨੇ ਤੇ ਜਿਹੜੀ ਲੋਕਾਂ ਦੀ ਇਨਫੋਰਮੇਸ਼ਨ ਆ ਉਹਦੇ ਨਾਲ ਆਪਾਂ ਕਿਵੇਂ ਜ਼ਿਆਦਾ ਇੰਪੋਰਟੈਂਟ ਤੇ ਸਮਾਰਟ ਡਿਸੀਜ਼ਨ ਲੈ ਸਕਦੇ ਹਾਂ। ਪਰ ਜੋ ਗੱਲ ਡੇਟਾ ਤੇ ਆਉਂਦੀ ਹੀ ਆ, ਇੱਕ ਜ਼ਰੂਰੀ ਸਵਾਲ ਇਹ ਪੈ ਜਾਂਦਾ ਵੀ ਹੁਣ ਆਪਾਂ ਉਹ ਜਿਹੜੀ ਡੇਟਾ ਰੱਖੀ ਆ ਜਾਂ ਇਕੱਠੀ ਕਰ ਰਹੇ ਆ, ਉਹਦੇ ਉੱਤੇ ਆਪਾਂ ਯਕੀਨ ਕਿਵੇਂ ਕਰ ਸਕਦੇ ਹਾਂ, ਕਿਵੇਂ ਉਹਦੇ ਉੱਤੇ ਟਰਸਟ ਕਰ ਸਕਦੇ ਹਾਂ ਵੀ ਇਹ ਡੇਟਾ ਸਹੀ ਆ
ਤੇ ਇਹ ਸਿਸਟਮ ਸਹੀ ਆ ਤੇ ਸਿਸਟਮ ਆਪਣੇ ਅਗੇਂਸਟ ਨਹੀਂ ਚੱਲੂਗਾ। ਇਹ ਸਿਸਟਮ ਆਪਣੇ ਜਿਹੜੇ ਜ਼ਿਆਦਾਤਰ ਰਾਈਟਸ ਨੇ ਜਾਂ ਜ਼ਿਆਦਾਤਰ ਆਪਣੀ ਕੀ ਆਪਣੀ ਇੰਪੋਰਟੈਂਸ ਆ ਉਹ ਅੰਦਰ ਕੋਈ ਅਕਾਊਂਟ ਚ ਲਊਗਾ ਜਾਂ ਨਹੀਂ ਲਊਗਾ। ਸੋ ਇਹ ਗੱਲ ਕੀ ਰੀਜ਼ਨ ਆ ਕਿਉਂ ਬਲੌਕਚੇਨ ਜ਼ਿਆਦਾ ਜ਼ਰੂਰੀ ਪੈਂਦਾ। ਪਰ ਆਪਾਂ ਅੱਗੇ ਵੱਧਦੇ ਹਾਂ ਸਲਾਈਡ ਦੇ ਉੱਤੇ ਤੇ ਉਹ ਤਾਂ ਕੀ ਉਹ ਤਾਂ ਪਹਿਲਾਂ ਮੈਨੂੰ ਲੱਗਦਾ ਇਹ ਤਾਂ ਪਹਿਲਾਂ ਵੀ ਹੋਰ ਮੈਂ ਅੱਗੇ ਵਧਾ ਮੈਨੂੰ ਲੱਗਦਾ ਮੈਨੂੰ ਆਪਦੇ ਬਾਰੇ ਵੀ ਥੋੜਾ ਮੋਟਾ ਦੱਸ ਲੈਣਾ ਚਾਹੀਦਾ। ਲੋਕੀ ਸੋਚਦੇ ਕੌਣ ਬੋਲੀ ਜਾਂਦਾ ਇੱਥੇ। ਸੋ ਮੈਨੂੰ ਲੱਗਦਾ ਜ਼ਿਆਦਾ ਸਹੀ ਹੈ ਮੈਂ ਆਪਦੇ ਬਾਰੇ ਵੀ ਥੋੜਾ ਮੋਟਾ ਦੱਸਦਾ ਇੱਥੇ। ਸੋ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਮੇਰਾ ਨਾਮ ਹਰਪ੍ਰੀਤ ਸਿੰਘ ਮਾਨ, ਜਿਵੇਂ ਰਵਨੀਤ ਜੀ ਨੇ ਪਹਿਲਾਂ ਦੱਸਿਆ ਸੀਗਾ। ਮੈਂ ਆਪਦੇ ਆਪ ਨੂੰ ਜ਼ਿਆਦਾ ਕਹਿਣਾ ਵੀ ਮੈਂ ਜ਼ਿਆਦਾ ਟੈਕੀ ਬੰਦਾ ਗਾ, ਜ਼ਿਆਦਾ ਟੈਕਨੋਲੋਜੀ ਦੇ ਉੱਤੇ ਮੇਰਾ ਛੋਟੇ ਹੁੰਦੇ ਤੋਂ ਫੋਕਸ ਰਿਹਾ। ਮੈਂ ਤਕਰੀਬਨ 12-13 ਸਾਲਾਂ 'ਚ ਮੇਰਾ ਕੰਪਿਊਟਰ 'ਚ ਬੜਾ ਇੰਟਰਸਟ ਸੀਗਾ। ਉਹ ਤੋਂ ਪਹਿਲਾਂ ਵੀ ਛੋਟੇ ਹੁੰਦੇ ਵੀ ਕਾਫੀ ਸੀਗਾ। 12-13 ਸਾਲਾਂ 'ਚ ਮੈਂ ਜ਼ਿਆਦਾਤਰ ਪ੍ਰੋਗਰਾਮਿੰਗ ਟੈਕ ਦੇ ਉੱਤੇ ਲੈਣ ਲੱਗਿਆ। 14 ਸਾਲਾਂ ਤੱਕ ਮੈਂ ਥੋੜਾ ਜਿਹਾ ਮਾਹਿਰ ਹੋ ਗਿਆ ਸੀਗਾ ਵੈਬਸਾਈਟ ਬਣਾਉਣ ਦੇ ਅੰਦਰ। ਤੇ ਮੈਂ ਲੋਕਾਂ ਨੂੰ ਇਹ ਸਰਵਿਸ ਵੀ ਵੇਚਣ ਲੱਗ ਗਿਆ ਵੀ ਮੈਂ ਲੋਕਾਂ ਵਾਸਤੇ ਵੈਬਸਾਈਟ ਬਣਾ ਕੇ ਦਿੰਦਾ ਸੀ ਤੇ ਮੈਨੂੰ ਪੈਸੇ ਮਿਲਦੇ ਸੀ ਉਹਦੇ। ਤਕਰੀਬਨ 14 ਸਾਲਾਂ ਦੀ ਉਮਰ 'ਚ। ਸੋ ਫਿਰ ਮੈਂ ਨੋਟਿਸ ਕੀਤਾ ਵੀ ਇਹ ਇੰਡਸਟਰੀ ਜਿਹਦੇ ਅੰਦਰ ਮੈਂ ਹੈਗਾ ਵੀ ਇਹ ਕਾਫੀ ਇੰਟਰਸਟਿੰਗ ਇੰਡਸਟਰੀ ਆ। ਮੈਂ ਜਿਵੇਂ ਲੋਕਾਂ ਨੂੰ ਸ਼ੌਕ ਨਹੀਂ ਹੁੰਦਾ ਵੀ ਮੈਂ ਕੁਛ ਬਣਾਵਾਂ, ਮੈਂ ਕੁਛ ਕਰਾਫਟ ਕਰਾਂ। ਜਿਵੇਂ ਆਪਾਂ ਐਗਜ਼ਾਮਪਲ ਕਿਸੇ ਨੂੰ ਆਰਟ ਬਣਾਉਣ ਦਾ ਇੰਟਰਸਟ ਆ, ਉਹ ਆਰਟਿਸਟ ਆਰਟ ਬਣਾ ਕੇ ਫਿਰ ਉਹਨੂੰ ਦੇਖ ਸਕਦਾ ਗਾ ਵੀ ਹਾਂ ਇਹ ਕਿਵੇਂ ਬਣਿਆ, ਇਹ ਸੋਹਣਾ ਬਣਿਆ ਜਾਂ ਨਹੀਂ ਬਣਿਆ। ਜਾਂ ਜਿਵੇਂ ਉਹੀ ਹੱਥ ਵਾਲਾ ਕੰਮ ਦੀ ਫੀਲਿੰਗ ਮੈਨੂੰ ਟੈਕਨੋਲੋਜੀ ਤੋਂ ਆਉਂਦੀ ਸੀ ਕਿਉਂਕਿ ਮੈਂ ਸਿੱਧਾ ਬਣਾ ਕੇ ਕੋਡ ਦੇ ਨਾਲ ਕਰਕੇ ਦੇਖਦਾ ਵੀ ਇਹ ਕਨਸੈਪਟ ਚੱਲੂਗਾ ਜਾਂ ਨਹੀਂ ਚੱਲੂਗਾ। ਸੋ ਮੈਂ ਛੋਟੇ ਹੁੰਦੇ ਤੋਂ ਜ਼ਿਆਦਾਤਰ ਮੈਂ ਇਹੋ ਜਿਹੀ ਟੈਸਟਿੰਗ ਕਰਦਾ ਸੀ ਵੀ ਹੁਣ ਮੈਨੂੰ ਕੋਈ ਆਈਡੀਆ ਆਇਆ ਮੈਂ ਚੱਕ ਕੇ ਕੋਡ ਕਰਨ ਲੱਗ ਗਿਆ ਉਹਨੂੰ ਦੇਖਦੇ ਆ ਚੱਲ। ਮੈਂ ਜ਼ਿਆਦਾਤਰ ਆਪਦੇ ਯੂਜ਼ ਵਾਸਤੇ ਕਰਦਾ ਸੀ ਕਿਉਂਕਿ ਐਪਸ ਹੈ ਨਹੀਂ ਸੀ ਉਸ ਟਾਈਮ ਤੇ। ਸੋ ਮੈਂ ਆਪਦੇ ਯੂਜ਼ ਵਾਸਤੇ ਜ਼ਿਆਦਾਤਰ ਐਪ ਪ੍ਰੋਗਰਾਮ ਕਰਨ ਲੱਗ ਗਿਆ ਸੀ ਛੋਟੇ ਹੁੰਦੇ। ਪਰ ਜ਼ਿਆਦਾਤਰ ਉਦੋਂ ਬਾਅਦ 'ਚ ਮੈਨੂੰ ਟੈਕਨੋਲੋਜੀ 'ਚ ਕਾਫੀ ਇੰਟਰਸਟ ਹੋ ਗਿਆ। ਸੋ ਛੋਟੀ ਉਮਰ ਤੋਂ ਮੈਂ ਕਾਫੀ ਇੰਟਰਸਟ ਲੈਣ ਲੱਗ ਗਿਆ। ਉਹ ਤੋਂ ਮੈਂ ਵੀਡੀਓ ਗੇਮਸ ਵੀ ਕਾਫੀ ਖੇਡਦਾ ਸੀ ਛੋਟੇ ਹੁੰਦੇ ਤੋਂ। ਸੋ ਉਹਦੇ ਨਾਲ ਮੈਨੂੰ ਕੰਪਿਊਟਰ 'ਚ ਕਾਫੀ ਇੰਟਰਸਟ ਬਣਿਆ ਰਿਹਾ। ਸੋ ਇਸ ਟਾਈਮ ਤੇ ਇਹ ਦੋ ਹਿੱਸਿਆਂ 'ਚ ਮੈਂ ਆਪਦੇ ਕੰਮ ਵੰਡੇ ਨੇ। ਇੱਕ ਜਿਹੜੇ ਮੈਨੂੰ ਪੈਸੇ ਦਿੰਦੇ ਆ, ਇੱਕ ਜੇ ਮੈਨੂੰ ਪੈਸੇ ਨਹੀਂ ਦਿੰਦੇ। ਸਿਰਫ ਇੱਕ ਤਰ੍ਹਾਂ ਦਾ ਪੈਸ਼ਨ ਆ, ਲਗਾਵ ਆ ਵੀ ਇਹ ਟੈਕਨੋਲੋਜੀ ਦੇ ਪਿੱਛੇ ਦੇ ਮੇਰਾ ਪਿਆਰ ਆ ਜਾਂ ਇਹ ਟੈਕਨੋਲੋਜੀ ਦੇ ਨਾਲ ਜਿਹੜਾ ਮੈਨੂੰ ਇੰਟਰਸਟ ਆ ਇੰਨਾ ਵੀ ਇਹਨੂੰ ਮੈਂ ਕਿਵੇਂ ਅੱਗੇ ਵਧਾ ਸਕਾਂ, ਮੈਂ ਕਿਵੇਂ ਇਹਦੀ ਡਿਸਕਸ਼ਨ ਜਾਂ ਇਹਦੇ ਬਾਰੇ ਸਪੈਸ਼ਲੀ ਪਹਿਲੀ ਮਲੇਸ਼ੀਆ 'ਚ ਕਿਵੇਂ ਇਹਦੀ ਡਿਸਕਸ਼ਨ ਸ਼ੁਰੂ ਕਰੀਏ ਕਿਉਂਕਿ ਕੋਈ ਵੀ ਕੰਮ ਸ਼ੁਰੂ ਕਰਨਾ ਤਾਂ ਘਰ ਤੋਂ ਸ਼ੁਰੂ ਕਰਨਾ ਪੈਂਦਾ। ਸੋ ਹੌਲੀ ਹੌਲੀ ਇਹਦੇ ਬਾਅਦ 'ਚ ਫਿਰ ਹੁਣ ਆਪਾਂ ਪੰਜਾਬ 'ਚ ਵੀ ਇਹ ਡਿਸਕਸ਼ਨ ਲੈ ਕੇ ਆਵਾਂਗੇ, ਹੋਰ ਕਿਤੇ ਵੀ ਇਹ ਡਿਸਕਸ਼ਨ ਜ਼ਰੂਰ ਤੋਰਾਂਗੇ ਵੀ ਇਹ ਟੈਕਨੋਲੋਜੀ ਜ਼ਰੂਰੀ ਕਿਉਂ ਆ। ਸੋ ਪਹਿਲਾਂ ਮੈਂ ਇਸ ਟਾਈਮ ਤੇ CEO ਤੇ ਕੋ-ਫਾਊਂਡਰ ਬਲੌਕਲਾਈਨ ਦਾ ਹੈਗਾ, ਇਹ ਮੇਰੀ ਆਪਦੀ ਕੰਪਨੀ ਆ। ਫਿਰ ਹੋਰ ਇੱਕ ਮੈਂ ਆਲਸੋ ਆਪਦਾ ਹਜੇ ਮੈਂ ਤੇ ਪਾਰਟਨਰਸ ਨੇ ਇੱਕ ਸੈਂਟਰ ਸ਼ੁਰੂ ਕੀਤਾ, ਉਹਦਾ ਨਾਮ ਹੈ ਏਸ਼ੀਆ ਬਲੌਕਚੇਨ ਸੈਂਟਰ। ਇਹ ਦੁਨੀਆ ਦਾ ਸਭ ਤੋਂ ਵੱਡਾ ਬਲੌਕਚੇਨ ਸੈਂਟਰ ਹੈ ਇਸ ਟਾਈਮ ਤੇ। 12 ਮੰਜ਼ਿਲ ਦੀ ਇੱਕ ਬਿਲਡਿੰਗ ਮੈਂ ਤੇ ਪਾਰਟਨਰਸ ਨੇ ਆਪਣੇ ਰੈਂਟ ਤੇ ਲੈ ਕੇ ਇਹਨੂੰ ਪੂਰੀ ਬਿਲਡਿੰਗ ਨੂੰ ਕਨਵਰਟ ਕੀਤਾ ਵੀ ਇਹ ਬਲੌਕਚੇਨ ਸੈਂਟਰ ਬਣ ਜੇ। ਇੱਥੇ ਹੁਣ ਆਪਾਂ ਪੜ੍ਹਾਈ ਕੀ ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਰਿਸਰਚ ਦੀ ਗੱਲ ਕਰਦੇ ਹਾਂ। ਇੱਥੇ ਡਿਵੈਲਪਮੈਂਟ ਵੀ ਬਲੌਕਚੇਨ ਦੀ ਹੁੰਦੀ ਆ ਤੇ ਇੱਥੇ ਕਾਫੀ ਕੰਪਨੀਆਂ ਹੁਣ ਅੰਦਰ ਮੂਵ ਹੋ ਰਹੀਆਂ ਨੇ। ਸੋ ਇਹਦੇ ਨਾਲ ਆਪਾਂ ਹੌਲੀ ਹੌਲੀ ਇਹ ਪੂਰੀ ਜਗ੍ਹਾ ਨੂੰ ਇੱਕ ਤਰ੍ਹਾਂ ਦਾ ਬਲੌਕਚੇਨ ਸੈਂਟਰ ਬਣਾ ਦੇਣਾ ਕਿਉਂਕਿ ਇੱਕ ਸੈਂਟਰ ਬਣਨ ਦੇ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਆ ਵੀ ਉੱਥੇ ਟੈਲੈਂਟ ਹੋਵੇ, ਬੰਦੇ ਹੋਵੇ, ਉੱਥੇ ਡਿਸਕਸ਼ਨ ਹੋਵੇ। ਨਹੀਂ ਤਾਂ ਖਾਲੀ ਬਿਲਡਿੰਗ ਹੀ ਹੈ, ਬਿਲਡਿੰਗ ਨੂੰ ਤਾਂ ਕੋਈ ਵੀ ਨੇਮ ਦੇ ਦਿਓ। ਪਰ ਅਗਰ ਸੈਂਟਰ ਅਸਲੀ ਸੱਚੀ ਮੁੱਚੀ ਮੰਨਦਾ ਤਾਂ ਉਹ ਲੋਕਾਂ ਨਾਲ ਮੰਨਦਾ, ਉਹ ਟੈਲੈਂਟ ਨਾਲ ਮੰਨਦਾ। ਤੇ ਉਹ ਤੋਂ ਸਿਵਾ ਮੈਂ ਹੋਰ ਇੱਕ ਕੰਪਨੀ ਦਾ ਵੀ ਮੈਂ CTO ਹਾਂ, ਵੈਰੀਫਾਈਜ਼ਰ, ਕਿਉਂਕਿ ਥੋੜਾ ਜਿਹਾ ਮੈਨੂੰ ਇਹ ਕੰਪਨੀ ਦਾ ਕਨਸੈਪਟ ਵਧੀਆ ਲੱਗਿਆ ਸੀ। ਮੈਂ ਸੋਚਿਆ ਚੱਲ ਮੈਂ ਇਹਦੇ ਅੰਦਰ ਮੈਂ ਜਾ ਕੇ ਟੈਕਨੋਲੋਜੀ ਦੀ ਹੈਲਪ ਕਰਦਾ। ਤਾਂ ਮੈਂ ਉਹਦੇ ਫਰੈਂਡ ਦੇ ਨਾਲ ਜੁਆਇਨ ਕਰਕੇ ਕੰਪਨੀ ਖੋਲੀ। ਪਰ ਉਹ ਤੋਂ ਸਿਵਾ ਮੈਂ ਕਾਫੀ ਗਵਰਨਮੈਂਟ ਦੇ ਬਣੀ ਐਡਵਾਈਸ ਦਿੰਦਾ, ਸਟਾਰਟਅਪਸ ਨੂੰ ਐਡਵਾਈਸ ਦਿੰਦਾ। ਮੈਂ ਕਾਫੀ ਪ੍ਰੋਜੈਕਟਸ ਦੇ ਨਾਲ ਇਨਵੋਲਵ ਹਾਂ, ਜਿਵੇਂ ਹਦਰਾ, ਹੈਸ਼ਕ੍ਰਾਫਟ, ਹਾਈਪਰਲੈਜਰ, ਕੁਓਰਮ। ਕਿਸੇ ਦਿਨ ਅਗਰ ਤੁਹਾਨੂੰ ਕੋਈ ਇੰਟਰਸਟ ਹੈ ਜ਼ਰੂਰ ਦੱਸਿਓ ਵੀ ਤੁਸੀਂ ਇਹਦੇ ਬਾਰੇ ਪਤਾ ਲੈਣਾ। ਰਵਨੀਤ ਨਾਲ ਆਪਾਂ ਜੁੜ ਕੇ ਇੱਕ ਵਾਰੀ ਫਿਰ ਇਹਦੇ ਬਾਰੇ ਵੀ ਗੱਲਾਂ ਕਰਾਂਗੇ ਕਿਤੇ ਫਿਊਚਰ 'ਚ। ਤੇ ਉਹ ਤੋਂ ਸਿਵਾ ਮੈਂ ਕਾਫੀ ਕੰਪਨੀਆਂ ਨੂੰ ਐਡਵਾਈਸ ਵੀ ਕਰ ਰਿਹਾ, ਗਵਰਨਮੈਂਟ ਨੂੰ ਵੀ ਐਡਵਾਈਸ ਕਰ ਰਿਹਾ ਵੀ ਕਿਵੇਂ ਇਹ ਟੈਕਨੋਲੋਜੀ ਨੂੰ ਆਪਾਂ ਦੇਸ਼ ਦੇ ਅੰਦਰ ਇੰਪਲੀਮੈਂਟ ਜਾਂ ਅਪਲਾਈ ਕਰ ਸਕਦੇ ਹਾਂ। ਕਿਵੇਂ ਉਹ ਦੇਸ਼ ਦੇ ਅੰਦਰ ਇਹ ਟੈਕਨੋਲੋਜੀ ਨੂੰ ਯੂਜ਼ ਕਰ ਸਕਦੇ ਹਾਂ, ਇਹਦੇ ਨਾਲ ਕੀ ਫਾਇਦੇ ਹੋਣਗੇ ਦੇਸ਼ ਨੂੰ, ਕਿਵੇਂ ਆਪਾਂ ਜਿਹੜੇ ਪ੍ਰੋਬਲਮਸ ਹੈਗੇ ਆ ਦੇਸ਼ਾਂ ਦੇ ਅੰਦਰ ਕਿਵੇਂ ਉਹ ਸੋਲਵ ਕਰ ਸਕਦੇ ਹਾਂ। ਸੋ ਮੇਰਾ ਜ਼ਿਆਦਾਤਰ ਰੋਲ ਆ। ਸੋ ਜਿਹੜੀ ਬਲੌਕਲਾਈਨ ਆ, ਜਿਹੜੀ ਮੇਰੀ ਆਪਦੀ ਕੰਪਨੀ ਆ, ਉਹ ਜ਼ਿਆਦਾਤਰ ਡਿਵੈਲਪਮੈਂਟ, ਕੰਸਲਟੇਸ਼ਨ ਤੇ ਟ੍ਰੇਨਿੰਗ ਦੇ ਉੱਤੇ ਫੋਕਸ ਕਰਦੀ ਹੈ। ਪਰ ਮੈਨੂੰ ਲੱਗਦਾ ਹੁਣ ਆਪਾਂ ਨੂੰ ਅੱਗੇ ਵੱਧ ਜਾਣਾ ਚਾਹੀਦਾ। ਆਪਾਂ ਹੁਣ ਜ਼ਿਆਦਾਤਰ ਅੱਜ ਦੇ ਡਿਸਕਸ਼ਨ ਤੇ ਮੂਵ ਕਰਦੇ ਹਾਂ। ਸੋ
ਅੱਜ ਆਪਾਂ ਗੱਲ ਕਰਾਂਗੇ ਵੀ ਬਿਟਕੋਇਨ ਕੀ ਆ, what is bitcoin। ਤੇ ਉਹ ਜ਼ਿਆਦਾ ਕਿ ਜ਼ਰੂਰੀ ਆ ਕਿਉਂਕਿ ਆਪਾਂ ਨੂੰ ਪਤਾ ਲੈਣਾ ਚਾਹੀਦਾ ਵੀ ਇਹ ਟੈਕਨੋਲੋਜੀ ਕਿੱਥੋਂ ਸ਼ੁਰੂ ਹੋਈ ਸੀ, ਇਹਦੀ ਗੱਲ ਕਿੱਥੋਂ ਸ਼ੁਰੂ ਹੋਈ ਸੀਗੀ। ਥੋੜੀ ਜਿਹੀ ਉਹਦੀ ਹਿਸਟਰੀ ਤੁਹਾਨੂੰ ਦੱਸੂਗਾ, ਉਹਦੇ ਬਾਅਦ ਮੈਂ ਤੁਹਾਨੂੰ ਦੱਸੂਗਾ ਵੀ ਡਿਸਟ੍ਰੀਬਿਊਟਰ ਲੈਜਰ ਟੈਕਨੋਲੋਜੀ ਕੀ ਆ। ਜ਼ਿਆਦਾਤਰ ਲੋਕੀ ਕੰਫਿਊਜ਼ ਰਹਿੰਦੇ ਆ ਵੀ ਆ DLT ਤੇ ਬਲੌਕਚੇਨ 'ਚ ਫਰਕ ਕੀ ਆ, ਕਿਉਂਕਿ ਕਿਤੇ ਕਿਤੇ DLT ਵਰਤ ਲੈਂਦੇ ਨੇ, ਕਿਤੇ ਕਿਤੇ ਬਲੌਕਚੇਨ ਵਰਤ ਲੈਂਦੇ ਨੇ, ਇਹਨਾਂ 'ਚ ਫਰਕ ਕੀ ਆ। ਫਿਰ ਉਹ ਇਹ ਕੁਛ ਇਹੋ ਜਿਹੇ ਵੀ ਕਨਸੈਪਟ ਆ ਜਿਹਦੇ ਕਾਫੀ ਤੁਹਾਨੂੰ ਸੁਣਨ ਨੂੰ ਮਿਲਣਗੇ, DAO, ਸਮਾਰਟ ਕੰਟਰੈਕਟ, ਔਰਕਲਸ, ਇਹਨਾਂ ਦੇ ਬਾਰੇ ਵੀ ਆਪਾਂ ਥੋੜੀ ਬਹੁਤੀ ਗੱਲ ਕਰਾਂਗੇ ਦੁਆ 'ਚ। ਤੇ ਉਦੋਂ ਬਾਅਦ 'ਚ ਬਲੌਕਚੇਨ ਵਰਤ ਕਾਹਦੇ ਵਾਸਤੇ ਰੱਖਦੇ ਆ, ਕਿਉਂਕਿ ਹੁਣ ਅੱਜ ਤੁਹਾਨੂੰ ਪਤਾ ਚੱਲ ਗਿਆ ਵੀ ਬਲੌਕਚੇਨ ਕੀ ਆ, ਕਾਹਦੇ ਵਾਸਤੇ ਵਰਤ ਸਕਦੇ ਆ, ਉਹ ਵੀ ਤੁਹਾਨੂੰ ਜਾਣਨਾ ਜ਼ਰੂਰੀ ਆ। ਤੇ ਆਖਰ ਤੇ ਸ਼ਾਇਦ ਤੁਹਾਡੇ 'ਚ ਕੋਈ ਸੁਣਦਾ ਹੋਊਗਾ ਜਿਹਨੂੰ ਕੋਈ ਜਿਹੜੀ ਆਪਦੇ ਕੀ ਜਗ੍ਹਾ ਦੀ ਸਮੱਸਿਆ, ਆਪਦੇ ਪਿੰਡ ਦੀ ਜਾਂ ਸ਼ਹਿਰ ਦੀ ਜਾਂ ਕੋਈ ਸਮੱਸਿਆ ਜਿਹਨਾਂ ਨੂੰ ਦਿਖਦੀ ਆ ਵੀ ਹਾਂ ਵੀ ਮੈਂ ਆਹ ਟੈਕਨੋਲੋਜੀ ਦੇ ਨਾਲ ਸੋਲਵ ਕਰ ਸਕਦਾ, ਮੇਬੀ ਮੈਂ ਕੁਝ ਬਣਾ ਸਕਦਾ ਜਾਂ ਮੈਂ ਕੋਈ ਸਟਾਰਟਅਪ ਸ਼ੁਰੂ ਕਰ ਸਕਦਾ, ਮੇਬੀ ਇੱਥੋਂ ਦੀ ਕਿਸੇ ਨੂੰ ਕੀ ਇੱਕ ਤਰ੍ਹਾਂ ਦੀ ਇੰਸਪੀਰੇਸ਼ਨ ਮਿਲ ਜੇ ਕਿ ਕੋਈ ਇਹ ਜਿਹੇ ਪ੍ਰੋਜੈਕਟ ਕਰਨ ਲਈ ਹੋਪਫੁਲੀ। ਤੇ ਉਹ ਤੋਂ ਸਿਵਾ ਜਿਵੇਂ ਸਵਾਲ ਕਾਫੀ ਆ ਰਹੇ ਨੇ ਵੀ ਕਿਸੇ ਨੇ ਅਮਰੀਕਾ ਜਾਣਾ ਗਾ ਜਾਂ ਕਿਸੇ ਨੇ ਕੈਨੇਡਾ ਜਾਣਾ ਗਾ, ਤੇ ਉਹ ਸਵਾਲ ਆ ਰਹੇ ਨੇ ਕਮੈਂਟ ਦੇ ਅੰਦਰ। ਉਹਦੇ ਅੰਦਰ ਆਪਾਂ ਇਹ ਵੀ ਗੱਲ ਕਰਾਂਗੇ ਵੀ ਜੌਬ ਓਪਰਚੁਨਿਟੀਜ਼ ਕੀ ਆ, ਸਪੈਸ਼ਲੀ ਜਿਹੜੇ ਟੈਕਨੋਲੋਜੀ ਦੇ ਅੰਦਰ ਆ ਜਾਂ IT ਦੇ ਅੰਦਰ ਆ, ਵੀ ਉਹ ਕਿਵੇਂ ਬਾਹਰ ਕੋਈ ਇਹ ਜਿਹੀ ਜੌਬ ਲੈ ਸਕਦੇ, ਕਿਉਂਕਿ ਇਸ ਟਾਈਮ ਤੇ ਹਾਈ ਡਿਮਾਂਡ ਜੌਬ ਆ, ਕਿਉਂਕਿ ਇਹ ਕਾਫੀ ਹਾਈ ਸਕਿੱਲ ਜੌਬ ਆ। ਅਗਰ ਕਿਸੇ ਕੋਲ ਇਹ ਸਕਿੱਲਸ ਹੈਗੀਆਂ ਨੇ ਉਹ ਕਾਫੀ ਹਾਈ ਡਿਮਾਂਡ 'ਚ ਨੇ, ਕਿਉਂਕਿ ਇਹ ਜਿਹੜੇ ਟੈਕਨੋਲੋਜੀ ਜਾਂ ਸੌਫਟਵੇਅਰ ਇੰਜੀਨੀਅਰਿੰਗ ਹੋ ਜਾਂਦੀ ਉਹ ਕਾਫੀ ਹਾਈ ਸਕਿੱਲ ਹੋ ਜਾਂਦੀ ਹੈ। ਇਹ ਸੌਫਟਵੇਅਰ ਇੰਜੀਨੀਅਰਿੰਗ ਤੋਂ ਵੀ ਥੋੜਾ ਜਿਹਾ ਜਿਵੇਂ ਜ਼ਿਆਦਾ ਹਾਈ ਸਕਿੱਲ ਆ, ਬਾਹਲੇ ਸੌਫਟਵੇਅਰ ਇੰਜੀਨੀਅਰ ਵੀ ਨਹੀਂ ਕਰਦੇ ਕਿਉਂਕਿ ਕਾਫੀ ਨਵੀਂ ਫੀਲਡ ਆ, ਬਾਹਲੇ ਲੋਕਾਂ ਨੂੰ ਇਹਦੇ ਬਾਰੇ ਹਜੇ ਇੰਨਾ ਪਤਾ ਨਹੀਂ ਗਾ। ਸੋ ਉਹਦੀ ਡਿਮਾਂਡ ਹਾਈ ਆ, ਮਾਰਕੀਟ 'ਚ ਇੰਨੇ ਡਿਵੈਲਪਰਸ ਇਸ ਟਾਈਮ ਤੇ ਹੈ ਨਹੀਂ ਗੇ, ਸੋ ਕਾਫੀ ਲੋਕ ਇਹਦੀ ਸੈਲਰੀ ਵੀ ਵਧੀਆ ਪੜਦੇ ਆ। ਜਾਂ ਸੌਰੀ ਹਰਪ੍ਰੀਤ, ਇੱਕ ਇਹ ਵੀ ਗੱਲ ਹੈ ਕਿ ਜਿਹੜੇ ਹੁਣੇ ਇਹ ਫੀਲਡ ਦੇ ਵਿੱਚ ਜਿਹੜੇ ਤੁਸੀਂ ਕਿਹਾ ਕਿ ਹਾਈ ਸਕਿੱਲ ਹੈ, ਪਰ ਜਿਹੜੇ ਲੋਕੀ ਕੰਮ ਕਰ ਰਹੇ ਨੇ ਉਹ ਇਹ ਵੀ ਗੱਲ ਸੱਚ ਮੈਂ ਸੁਣਿਆ ਹੈ ਕਿ ਹਾਈਐਸਟ ਪੇਡ ਇੰਜੀਨੀਅਰਸ ਇਨ ਦ ਵਰਲਡ ਹੈਗੇ ਨੇ, ਕਿ ਆਊਟ ਆਫ ਆਲ ਦੀ ਇੰਜੀਨੀਅਰਸ ਇਨ ਦ ਵਰਲਡ ਜਿੰਨੇ ਵੀ ਤਰ੍ਹਾਂ ਦੇ ਇੰਜੀਨੀਅਰਸ ਹੈਗੇ ਨੇ, ਬਲੌਕਚੇਨ ਦੇ ਜਿਹੜੇ ਇੰਜੀਨੀਅਰਸ ਨੇ ਉਹਨਾਂ ਦੀ ਤਨਖਾਹ ਸਭ ਤੋਂ ਜ਼ਿਆਦਾ ਹੈ ਦੁਨੀਆ ਦੇ ਵਿੱਚ ਹੁਣੇ। ਜਾਂ ਇਸ ਟਾਈਮ ਤੇ ਬਲੌਕਚੇਨ ਇੰਜੀਨੀਅਰ ਦੀ ਸਭ ਤੋਂ ਜ਼ਿਆਦਾ ਸੈਲਰੀ ਹੈ, ਸਭ ਤੋਂ ਜ਼ਿਆਦਾ ਤਨਖਾਹ ਮਿਲ ਰਹੀ ਹੈ ਇਸ ਟਾਈਮ ਤੇ, ਕਿਉਂਕਿ ਡਿਮਾਂਡ ਬਹੁਤ ਹਾਈ ਆ। ਇੱਕ ਤਰ੍ਹਾਂ ਦਾ ਰਸ਼ ਬਣਿਆ ਹੋਇਆ, ਇੱਕ ਤਰ੍ਹਾਂ ਦੀ ਭੱਜ ਆ ਵੀ ਕੌਣ ਸਭ ਤੋਂ ਪਹਿਲਾਂ ਬਣਾ ਸਕੇ ਇਹ ਟੈਕਨੋਲੋਜੀ ਨੂੰ। ਸੋ ਜ਼ਿਆਦਾਤਰ ਕੰਪਨੀਆਂ ਜ਼ਿਆਦਾ ਮਹਿੰਗੀਆਂ ਸੈਲਰੀਆਂ ਦੇਣ ਨੂੰ ਤਿਆਰ ਆ ਜਿਨ੍ਹਾਂ ਕੋਲ ਇਹ ਤਰ੍ਹਾਂ ਦੀਆਂ ਸਕਿੱਲ ਹੈਗੀਆਂ ਨੇ, ਤੇ ਉਹਨਾਂ ਦੀ ਡਿਮਾਂਡ ਵੀ ਕਾਫੀ ਹਾਈ ਆ। ਕਾਫੀ ਦੇਸ਼ ਇਸ ਟਾਈਮ ਤੇ ਇੱਕ ਤਰ੍ਹਾਂ ਦੀ ਰੇਸ ਤੇ ਲੱਗੇ ਵੀ ਆਪਾਂ ਪਹਿਲਾਂ ਬਣਾਈਏ, ਆਪਾਂ ਪਹਿਲਾਂ ਇਹ ਟੈਕਨੋਲੋਜੀ ਵਧਾਈਏ। ਜਿਵੇਂ ਇਸ ਟਾਈਮ ਤੇ ਜ਼ਿਆਦਾਤਰ US, ਚਾਈਨਾ, ਯੂਰਪ ਕਾਫੀ ਇੱਕ ਤਰ੍ਹਾਂ ਦੀ ਰੇਸ ਵਿੱਚ ਆ ਵੀ ਹਰੇਕ ਦਿਨ ਤੁਸੀਂ ਸੁਣੋਗੇ ਵੀ ਉਹ US ਨੇ ਕੁਛ ਕੀਤਾ, ਫਿਰ ਚਾਈਨਾ ਨੇ ਕੁਛ ਕੀਤਾ, ਫਿਰ US ਨੇ ਕੁਛ ਕੀਤਾ, ਫਿਰ ਚਾਈਨਾ ਨੇ ਕੁਛ ਕੀਤਾ, ਫਿਰ ਅੱਧ ਵਿਚਾਲੇ UK, ਮਲੇਸ਼ੀਆ ਇਹ ਸਾਰੇ ਵੀ ਅੰਦਰ ਆ ਜਾਂਦੇ ਆ। ਇਹਨਾਂ ਦੀ ਵੀ ਕਾਫੀ ਅੰਦਰ ਪੁਸ਼ ਹੈਗੀ ਆ, ਸਿੰਗਾਪੁਰ। ਸੋ ਇੱਥੇ ਕਾਫੀ ਜੌਬਸ ਕ੍ਰੀਏਟ ਹੋ ਰਹੇ ਨੇ, ਤੇ ਪਰ ਪ੍ਰੋਬਲਮ ਇਹ ਆ ਉਹ ਜੌਬਸ ਜੇ ਕ੍ਰੀਏਟ ਹੋ ਰਹੇ ਨੇ ਉਹਨਾਂ ਨੂੰ ਫਿਲ ਕਰਨ ਵਾਸਤੇ ਜਾਂ ਉਹਨਾਂ ਦੀ ਜਗ੍ਹਾ 'ਚ ਕੀ ਪੋਜੀਸ਼ਨ ਉਹ ਸਿਕਿਉਰ ਕਰਨ ਵਾਸਤੇ ਟੈਲੈਂਟ ਇਸ ਟਾਈਮ ਤੇ ਹੈ ਨਹੀਂ, ਕਿਉਂਕਿ ਜਿੰਨੇ ਵੀ ਯੂਨੀਵਰਸਿਟੀਜ਼ ਆ ਉਹਨਾਂ ਕੋਲੇ ਬਲੌਕਚੇਨ ਦੀ ਐਕਚੁਅਲੀ ਜ਼ਿਆਦਾ ਜਾਣਕਾਰੀ ਨਹੀਂ, ਕਿਉਂਕਿ ਬਲੌਕਚੇਨ ਜਦੋਂ ਸ਼ੁਰੂ ਹੋਇਆ ਸੀਗਾ ਉਹ ਯੂਨੀਵਰਸਿਟੀ ਦੇ ਰਿਸਰਚ ਵੰਨਿਓ ਨਹੀਂ, ਉਹ ਪਬਲਿਕ ਵੰਨਿਓ ਸ਼ੁਰੂ ਹੋਇਆ ਸੀਗਾ। ਇਹ ਜ਼ਿਆਦਾਤਰ ਪਬਲਿਕ ਦੇ ਰਾਹੀਂ ਜਿਨ੍ਹਾਂ ਨੂੰ ਇਹ ਟੈਕਨੋਲੋਜੀ ਦੇ ਬਾਰੇ ਪਤਾ ਚੱਲਿਆ, ਜੇ ਡਿਵੈਲਪਰਸ ਉਹਨਾਂ ਨੂੰ ਬਾਰੇ ਪਤਾ ਚੱਲਿਆ, ਉਹੀ ਅੰਦਰ ਹੀ ਅੰਦਰ ਇਹ ਕ੍ਰੀਏਟ ਕਰਦੇ ਗਏ, ਅੰਦਰ ਹੀ ਅੰਦਰ ਇਹਨੂੰ ਡਿਵੈਲਪ ਕਰਦੇ ਗਏ। ਤੇ ਆਖਰ ਜਦੋਂ ਇਹ ਇਸ ਟਾਈਮ ਤੇ ਜੋ ਹੁਣ ਕਾਫੀ ਵੱਡੀ ਟੈਕਨੋਲੋਜੀ ਹੋ ਗਈ ਹੈ, ਯੂਨੀਵਰਸਿਟੀ ਨੂੰ ਇਹਦੇ ਬਾਰੇ ਕੱਖ ਪਤਾ ਨਹੀਂ ਹੈ ਇਸ ਟਾਈਮ ਤੇ। ਸੋ ਅਗਰ ਲਾਇਆ ਜਾਵੇ ਜ਼ਿਆਦਾਤਰ ਯੂਨੀਵਰਸਿਟੀ ਤੁਸੀਂ ਲੈਕਚਰਰ ਨੂੰ ਵੀ ਜਾ ਕੇ ਪੁੱਛ ਲਓ ਬਲੌਕਚੇਨ ਕੀ ਹੈ, ਜ਼ਿਆਦਾਤਰ ਯੂਨੀਵਰਸਿਟੀ ਦੇ ਲੈਕਚਰਰਸ ਜਿਹੜੇ ਕਿੰਨੇ ਸਾਲਾਂ ਦੇ ਪੜਾਉਂਦੇ ਆ ਉਹਨਾਂ ਨੂੰ ਵੀ ਸ਼ਾਇਦ ਨਹੀਂ ਪਤਾ ਹੋਊਗਾ, ਕਿਉਂਕਿ ਉਹਨਾਂ ਨੇ ਇਹਦੇ ਬਾਰੇ ਇੰਨੀ ਜਾਣਕਾਰੀ ਹੈ ਨਹੀਂ, ਇੰਨੀ ਉਹਨਾਂ ਨੂੰ ਨੌਲੇਜ ਹੈ ਨਹੀਂ ਇਹਦੇ ਬਾਰੇ। ਸੋ ਅੱਗੇ ਵਧਦੇ। ਸੋ ਅੱਜ ਜ਼ਿਆਦਾਤਰ ਆਪਾਂ ਇਨਵੈਸਟਮੈਂਟ ਐਡਵਾਈਸ ਜਾਂ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਾਂਗੇ। ਇਹ ਜ਼ਿਆਦਾਤਰ ਕਿਉਂਕਿ ਮੇਰੇ ਲਾਇਰ ਨੇ ਦੱਸਿਆ ਸੀ ਵੀ ਡਿਸਕਲੇਮਰ ਲਾ ਦਿਆ ਕਰ ਅੰਦਰ, ਹੋਰ ਨਾ ਕੱਲ ਨੂੰ ਕਹਦੇ ਵੀ ਕੋਈ ਬੰਦਾ ਵੀ ਬਿਟਕੋਇਨ ਤੂੰ ਮੈਨੂੰ ਕਿਹਾ ਸੀ ਖਰੀਦਣ ਨੂੰ। ਸੋ ਮੈਂ ਕਿਹਾ ਹੁਣ ਅੰਦਰ ਪਾਈ ਦਿੰਦੇ ਆ ਇੱਕ ਡਿਸਕਲੇਮਰ ਅੰਦਰ ਵੀ, ਨਹੀਂ ਮੈਂ ਤੁਹਾਨੂੰ ਕੋਈ ਬਿਟਕੋਇਨ ਜਾਂ ਕੋਈ ਕ੍ਰਿਪਟੋ ਕਰੰਸੀ ਲੈਣ ਨਹੀਂ ਅੱਜ ਕਹਿ ਨਹੀਂ ਰਿਹਾ। ਇਸ ਜ਼ਿਆਦਾਤਰ ਤੁਹਾਡੀ ਆਪਦੀ ਮਰਜ਼ੀ ਆ, ਅਗਰ ਤੁਸੀਂ ਖਰੀਦਣੀਆਂ ਨਹੀਂ ਖਰੀਦਣੇ। So just a bit of disclaimer. So a bit of the back story ਵੀ ਇਹ ਬਿਟਕੋਇਨ ਐਕਚੁਅਲੀ ਸ਼ੁਰੂ ਕਿੱਥੋਂ ਹੋਇਆ ਸੀਗਾ। ਸੋ ਮੈਨੂੰ ਲੱਗਦਾ ਜ਼ਿਆਦਾਤਰ ਲੋਕਾਂ ਨੂੰ ਪਤਾ ਚੱਲਿਆ ਵੀ 2007-2008 ਚ ਜਿਹੜੀ ਅਮਰੀਕਾ ਦੀ ਫਾਈਨੈਂਸ਼ੀਅਲ ਮਾਰਕੀਟ 'ਚ, ਸਟਾਕ ਮਾਰਕੀਟ 'ਚ ਇੱਕ ਤਰ੍ਹਾਂ ਦਾ ਕ੍ਰੈਸ਼ ਹੋਇਆ ਸੀਗਾ। ਉਸ ਟਾਈਮ ਤੁਸੀਂ ਦੇਖਿਆ ਸੀ ਕਿੰਨੀਆਂ ਬੈਂਕਾਂ, ਕਿੰਨੇ ਕੰਪਨੀਆਂ, ਕਿੰਨੇ ਲੋਕ
ਇੱਕ ਤਰ੍ਹਾਂ ਦੇ ਜਿਵੇਂ ਜਿੱਥੇ ਕੰਪਨੀਆਂ ਬੰਦ ਹੋ ਰਹੀਆਂ ਸੀ, ਲੋਕਾਂ ਦੇ ਕੰਮ ਜਾ ਰਹੇ ਸੀਗੇ ਉਸ ਟਾਈਮ ਤੇ ਲੋਕਾਂ ਦੀ ਜਿਹੜੀ ਕਿੰਨੇ ਸਾਲਾਂ ਦੀ ਮਿਹਨਤ ਕਰਕੇ ਉਹਨਾਂ ਨੇ ਪੈਸੇ ਇਕੱਠੇ ਕੀਤੇ ਸੀ ਸਾਰੇ ਸਡਨਲੀ 1-2-3 ਦਿਨਾਂ 'ਚ ਹੀ ਗਾਇਬ ਹੋ ਗਏ। ਸੋ ਕਾਫੀ ਇੱਕ ਤਰ੍ਹਾਂ ਦਾ ਵੱਡਾ ਪ੍ਰੈਸ਼ਰ ਪੁਆਇੰਟ ਸੀ ਉਸ ਟਾਈਮ ਤੇ। ਜਿਹੜੇ ਅੱਜ ਦੇ ਆਪਣੇ ਦੌਰ ਤੋਂ ਜਿਹੜੇ ਆਪਾਂ ਹੁਣ ਗੁਜ਼ਰ ਰਹੇ ਹਾਂ ਉਹ ਵੀ ਬੜਾ ਫਰਕ ਨਹੀਂ ਗਾ। ਉਸ ਟਾਈਮ ਤੇ ਜ਼ਿਆਦਾਤਰ ਬੈਂਕਾਂ ਦੇ ਇਸ਼ੂ ਕਰਕੇ ਹੋਇਆ ਸੀ, ਅੱਜ ਆਪਾਂ ਨੂੰ ਕੋਈ ਬਿਮਾਰੀ ਕਰਕੇ ਹੋ ਰਿਹਾ। ਹੁਣ ਵੀ ਉਹੀ ਆਪਾਂ ਸਲੋ ਗਰੋਥ ਫੇਸ ਕਰ ਰਹੇ ਹਾਂ। ਜਿਹੜਾ ਉਸ ਟਾਈਮ ਤੇ ਵੀ ਜਿਹੜਾ ਰਿਸੈਸ਼ਨ ਪਹਿਲਾਂ ਹੋਇਆ ਸੀ ਉਦੋਂ ਵੀ ਆਪਾਂ ਸਲੋ ਗਰੋਥ ਫੇਸ ਕਰ ਰਹੇ ਸੀ, ਪਰ ਆਪਣੀ ਜੇ ਇਸ ਟਾਈਮ ਤੇ ਥੋੜੀ ਕੰਡੀਸ਼ਨ ਮਚ ਬੈਟਰ ਆ, ਕਿਉਂਕਿ ਇਹ ਕੋਈ ਬੈਂਕ ਦੀ ਇਸ਼ੂ ਕਰਕੇ ਨਹੀਂ ਗਾ ਜਾਂ ਬੈਂਕ ਦੇ ਸਿਸਟਮ ਦੇ ਪ੍ਰੋਬਲਮ ਕਰਕੇ ਨਹੀਂ ਗੀ, ਪਰ ਇਹ ਕੋਈ ਬਿਮਾਰੀ ਕਰਕੇ ਆ। ਕੱਲ ਨੂੰ ਅਗਰ ਕੋਈ ਵੈਕਸੀਨ ਆ ਜੇ ਜਾਂ ਬਿਮਾਰੀ ਹੌਲੀ ਹੌਲੀ ਟਲ ਜੇ ਜਾਂ ਘੱਟ ਹੋ ਜੇ, ਉਹਦੇ ਨਾਲ ਇਕਨੋਮੀ ਵਾਪਸ ਪਿਕਅਪ ਕਰ ਸਕਦੀ ਹੈ ਤੇ ਕਿਤੇ ਕਿਤੇ 2 ਗੁਣਾ ਜ਼ਿਆਦਾ ਵੀ ਛੇਤੀ ਪਿਕਅਪ ਕਰ ਸਕਦੇ, ਕਿਉਂਕਿ ਕਾਫੀ ਲੋਕਾਂ ਨੇ ਪੈਸੇ ਹੁਣ ਬਚਾ ਕੇ ਰੱਖੇ ਹੋਏ ਨੇ। ਜਦੋਂ ਟਾਈਮ ਆਇਆ ਸ਼ਾਇਦ ਉਦੋਂ ਲੋਕੀ ਸਪੈਂਡ ਕਰਨ ਲੱਗ ਜੇ ਜਾਂ ਕਿ ਚੀਜ਼ਾਂ ਖਰੀਦਣ ਲੱਗ ਜੇ, ਫਿਰ ਉਹ ਇਕਨੋਮੀ ਵਾਪਸ ਰਿਕਵਰ ਹੋ ਸਕਦੀ ਹੈ। ਪਰ ਇਹ ਹੋਇਆ ਕੀ ਸੀ ਇਸ ਟਾਈਮ ਤੇ, ਜੇਕਰ ਤੁਸੀਂ ਦੇਖੋਗੇ ਇੱਕ ਐਕਚੁਅਲੀ ਚੰਗੀ ਰਿਸਰਚ ਕੀਤੀ ਗਈ ਸੀ ਅਮਰੀਕਨ ਬੈਂਕਸ ਤੇ ਜ਼ਿਆਦਾਤਰ ਦੁਨੀਆ ਬੈਂਕਾਂ ਤੇ। 2008 ਤੋਂ ਬਾਅਦ ਲੋਕਾਂ ਦਾ ਜ਼ਿਆਦਾਤਰ ਬੈਂਕਾਂ ਦੇ ਉੱਤੋਂ ਵਿਸ਼ਵਾਸ ਹੀ ਹਟ ਗਿਆ। ਬਾਹਲੇ ਲੋਕੀ ਜਦੋਂ ਪਹਿਲਾਂ 2008 ਤੋਂ ਪਹਿਲਾਂ ਬਾਹਲੇ ਲੋਕ ਸੋਚਦੇ ਸੀ ਵੀ ਬੈਂਕਿੰਗ ਬਹੁਤ ਚੰਗਾ ਪ੍ਰੋਫੈਸ਼ਨ ਆ, ਬੈਂਕ ਬੰਦੇ ਬਹੁਤ ਚੰਗੇ ਲੋਕ ਆ, ਲਾਈਕ ਪੈਸੇ ਦਿੰਦੇ ਆ, ਸਾਰਾ ਕੁਝ ਆਪਣੀ ਮਦਦ ਕਰਦੇ ਆ। ਇੱਕ ਤਰ੍ਹਾਂ ਦਾ ਲੋਕਾਂ ਦਾ ਕੀ ਗੱਲ ਕਿ ਮੰਨੀ ਵੀ ਸੀ ਵੀ ਕੀ ਬੈਂਕ ਆਪਣੇ ਫਾਇਦੇ ਵਾਸਤੇ ਵੀ ਚੱਲਦੀ ਆ, ਵੀ ਆਪਣਾ ਫਾਇਦਾ ਹੁੰਦਾ ਨਾਲ। ਸੋ ਇੱਕ ਤਰ੍ਹਾਂ ਦਾ ਟਰਸਟ ਸੀਗਾ ਬੈਂਕ ਦੇ ਉੱਤੇ। ਪਰ 2008 ਤੋਂ ਬਾਅਦ ਲੋਕਾਂ ਨੂੰ ਪਤਾ ਚੱਲਿਆ ਵੀ ਐਕਚੁਅਲੀ ਨਹੀਂ, ਬੈਂਕ ਦੇ ਉੱਤੇ ਇੰਨਾ ਬੜਾ ਜ਼ਿਆਦਾ ਯਕੀਨ ਕਰਨਾ ਵੀ ਬੜਾ ਔਖਾ ਗਾ। ਇੱਕ ਤਰ੍ਹਾਂ ਦੀ ਗਵਰਨਮੈਂਟ ਦੇ ਉੱਤੇ ਵੀ ਪੂਰਾ ਯਕੀਨ ਰੱਖਣਾ ਬੜਾ ਔਖਾ ਗਾ। ਸੋ ਬਾਹਲੇ ਲੋਕ ਇਹ ਸੋਚ ਰਹੇ ਸੀ ਵੀ ਕਿਵੇਂ ਇੱਕ ਤਰ੍ਹਾਂ ਦੀ ਕਰੰਸੀ ਬਣਾਈ ਜਾਵੇ ਵੀ ਜਿਹੜੀ ਗਵਰਨਮੈਂਟ ਤੇ ਨਾ ਰਿਲਾਈ ਕਰੇ, ਕਿਉਂਕਿ ਅੱਜ ਕੱਲ੍ਹ ਜਿਹੜੀਆਂ ਸਰਕਾਰਾਂ ਨੇ ਜਾਂ ਜ਼ਿਆਦਾਤਰ ਬਾਹਲੇ ਦੇਸ਼ਾਂ ਦੀਆਂ ਸਰਕਾਰਾਂ ਕਿਤੇ ਕਿਤੇ ਉਹ ਕੋਈ ਗਲਤ ਸਟੈਪ ਰੱਖ ਲੈਂਦੀਆਂ, ਕਿਉਂਕਿ ਸਰਕਾਰਾਂ ਦਾ ਜਿਹੜਾ ਮਾਡਲ ਆ, ਡੈਮੋਕ੍ਰੇਸੀ ਦਾ ਜਿਹੜਾ ਮਾਡਲ ਆ, ਇਹ ਵੀ ਥੋੜਾ ਜਿਹਾ ਇਹਦੇ ਨਾਲ ਪ੍ਰੋਬਲਮ ਆ। ਜ਼ਿਆਦਾਤਰ ਗਵਰਨਮੈਂਟਸ ਛੋਟੇ ਟਰਮ ਤੇ ਸੋਚਦੀਆਂ ਵੀ ਹੁਣ ਤੋਂ ਲੈ ਕੇ ਅਗਲੇ ਇਲੈਕਸ਼ਨ ਤੱਕ ਆਪਾਂ ਕਿਵੇਂ ਸਰਵਾਈਵ ਕਰੀਏ ਤੇ ਉਹ ਟਾਈਮ 'ਚ ਆਪਾਂ ਕਿਵੇਂ ਵੋਟਾਂ ਜ਼ਿਆਦਾ ਜਿੱਤ ਸਕੀਏ ਤੇ ਕਿਵੇਂ ਆਪਾਂ ਆਪਦੀ ਪੋਜੀਸ਼ਨ ਜਾਂ ਆਪਦੀ ਮਾਰਕੀਟ ਕੀ ਬਣਾ ਕੇ ਰੱਖੀਏ। ਇਹ ਕੋਈ ਵੀ ਦੇਸ਼ ਦੀ ਗੱਲ ਨਹੀਂ ਹੋ ਰਹੀ, ਜ਼ਿਆਦਾਤਰ ਨੋਰਮਲ ਗੱਲ ਕਰ ਰਹੀ ਹੈ। ਪੂਰੀ ਦੁਨੀਆ ਦੀ ਡੈਮੋਕ੍ਰੇਸੀ 'ਚ ਵੀ ਇਹੀ ਪ੍ਰੋਬਲਮ ਆ। ਸੋ ਬੜਾ ਸ਼ਾਰਟ ਟਰਮ ਦੇਖਿਆ ਜਾਂਦਾ, ਜਿਹਦੀ ਪਾਰਟੀ ਦੀ ਪਾਵਰ ਜ਼ਿਆਦਾ ਕੀ ਘੱਟ ਮੈਜੋਰਿਟੀ 'ਚ ਹੋਵੇ ਉਹਨੂੰ ਜ਼ਿਆਦਾ ਘੱਟ ਫੋਕਸ ਰਹਿੰਦਾ ਉਹ ਲੌਂਗ ਟਰਮ ਗੋਲ ਦੇ ਉੱਤੇ ਜਾਂ ਲੌਂਗ ਟਰਮ ਦੇਸ਼ ਦੇ ਵਿਜ਼ਨ ਦੇ ਉੱਤੇ। ਉਹ ਜ਼ਿਆਦਾਤਰ ਬੜਾ ਸ਼ਾਰਟ ਟਰਮ ਨਹੀਂ ਸੋਚਦੇ ਵੀ ਇਹ ਟਾਈਮ 'ਚ ਆਪਾਂ ਕਰ ਦਈਏ, ਲੋਕਾਂ ਨੂੰ ਦਿਖਾ ਦਈਏ ਵੀ ਆਪਾਂ ਕੁਝ ਕਰ ਰਹੇ ਹਾਂ, ਉਦੋਂ ਬਾਅਦ ਵੋਟ ਜਿੱਤ ਕੇ ਫਿਰ ਵਾਪਸ ਅੱਗੇ ਤੋਂ ਕਰਾਂਗੇ। ਨਹੀਂ ਕੀਤਾ ਫਿਰ ਉਹ ਜਿੰਨਾ ਵੀ ਆਪਣਾ ਕਰਜ਼ਾ ਹੋ ਗਿਆ ਉਹ ਅਗਲਾ ਵਾਲਾ ਭਰੂਗਾ। ਆਪਾਂ ਨੂੰ ਕੀ ਹੈ, ਆਪਾਂ ਤਾਂ ਕਰਜ਼ਾ ਲੈ ਕੇ ਚੱਲ ਕਰ ਦਿੰਦੇ ਹਾਂ ਇਸ ਟਾਈਮ ਤੇ, ਜੇ ਆਪਣਾ ਕਰਜ਼ਾ ਇਕੱਠਾ ਹੋ ਗਿਆ ਉਹ ਅਗਲਾ ਵਾਲਾ ਭਰ ਲੂਗਾ। ਚਲੋ ਅਗਰ ਆਪਾਂ ਅੱਗੇ ਆ ਗਏ ਫਿਰ ਸੋਚ ਲਾਂਗੇ ਵੀ ਕਿਵੇਂ ਭਰਨਾ। ਸੋ ਇਸ ਤਰ੍ਹਾਂ ਦੀ ਜਿਹੜੀ ਸ਼ਾਰਟ ਟਰਮ ਥਿੰਕਿੰਗ ਆ, ਇਹਦੇ ਨਾਲ ਕਾਫੀ ਲੋਕਾਂ ਨੂੰ ਗਵਰਨਮੈਂਟ ਤੇ ਵੀ ਟਰਸਟ ਇੰਨਾ ਹੈ ਨਹੀਂ ਸੀ। 2008 ਤੋਂ ਬਾਅਦ ਉਹਨਾਂ ਨੇ ਨੋਟਿਸ ਕੀਤਾ ਵੀ ਗਵਰਨਮੈਂਟ ਵੀ ਸਮਾਰਟ ਕੇ ਕੰਮ ਨਹੀਂ ਕਰ ਰਹੀ ਸੀ, ਬੈਂਕਾਂ ਵੀ ਸਮਾਰਟ ਕੇ ਕੰਮ ਨਹੀਂ ਕਰ ਰਹੀਆਂ ਸੀ। ਸੋ ਲੋਕੀ ਸੋਚਣ ਲੱਗ ਗਏ ਵੀ ਕਿਵੇਂ ਕੋਈ ਤਰ੍ਹਾਂ ਦੀ ਇਹ ਜਿਹੀ ਕਰੰਸੀ ਹੋਵੇ ਜਿਹਦੇ ਸਿਰਫ ਬੰਦੇ ਤੋਂ ਬੰਦੇ ਦੇ ਉੱਤੇ ਟ੍ਰਾਂਸੈਕਟ ਹੋ ਸਕੇ ਤੇ ਲੋਕੀ ਇੱਕ ਤਰ੍ਹਾਂ ਦੀ ਲੋਕਾਂ ਦੀ ਕਰੰਸੀ ਬਣੇ, ਵੀ ਲੋਕਾਂ ਦੇ ਵਿਚਾਲੇ ਇੱਕ ਤਰ੍ਹਾਂ ਦੀ ਕਰੰਸੀ ਹੋ ਸਕੇ ਜਿਹਦੇ ਨਾਲ ਤੁਸੀਂ ਟ੍ਰੇਡ ਕਰ ਸਕੋ ਜਾਂ ਚੀਜ਼ਾਂ ਖਰੀਦ ਸਕੋ। ਸੋ ਉਹ ਆਈਡੀਆ ਸੀ ਬਿਟਕੋਇਨ ਦੇ ਪਿੱਛੇ। ਕਾਫੀ ਲੋਕਾਂ ਨੇ ਟਰਾਈ ਕੀਤਾ ਬਿਟਕੋਇਨ ਤੋਂ ਪਹਿਲਾਂ, ਪਰ ਉਹਨਾਂ ਦੀ ਪ੍ਰੋਬਲਮ ਸੀ ਉਹ ਸੈਂਟਰਲਾਈਜ਼ ਸੀਗੇ। ਉਹ ਕੋਈ ਵੀ ਜਿਵੇਂ ਇੱਕ ਦੋ ਤਰ੍ਹਾਂ ਦੇ ਸਰਵਰ ਜੇ ਸੀਗੇ, ਕੋਈ ਬਣਾ ਲੈਂਦਾ ਸੀ, ਉਹਨੇ ਸਰਵਰ ਖੜਾ ਕੀਤਾ, ਉਹਨੇ ਆਪਦੀ ਕਰੰਸੀ ਕੀਤੀ, ਉਹ ਲੋਕਾਂ ਨੂੰ ਬੁਲਾਉਣ ਲੱਗ ਗਿਆ, ਗਵਰਨਮੈਂਟ ਨੇ ਉਹਨਾਂ ਨੂੰ ਪਾਲ ਲੈਣਾ, ਉਹਨਾਂ ਨੂੰ ਬੰਦ ਕਰ ਦੇਣਾ। ਪਰ ਉਸ ਟਾਈਮ ਤੇ ਹੀ ਇੱਕ ਜ਼ਿਆਦਾ ਹੋਰ ਇੱਕ ਚੀਜ਼ ਵੀ ਚੱਲ ਰਹੀ ਸੀ। ਅਗਰ ਜਿਹੜੇ IT ਜਾਂ ਟੈਕਨੋਲੋਜੀ ਦੇ ਰਾਹੀਂ ਕੀ ਕਾਫੀ ਨੌਲੇਜ ਹੈ ਜਿਨ੍ਹਾਂ ਦੀ, ਉਹਨਾਂ ਨੂੰ ਇਹ ਪਤਾ ਹੋਊਗਾ ਉਸ ਟਾਈਮ ਤੇ ਕਾਫੀ ਟੋਰੈਂਟ ਨੈਟਵਰਕ ਦੀ ਕਾਫੀ ਗੱਲ ਚੱਲ ਰਹੀ ਸੀ ਵੀ ਉਹ ਇੱਕ ਤਰ੍ਹਾਂ ਦਾ ਵੱਡਾ ਸਿਸਟਮ ਬਣ ਗਿਆ ਸੀ ਜਿਹੜਾ ਪਾਇਰੇਸੀ ਵਾਸਤੇ ਬਹੁਤ ਬਾਹਲੇ ਲੋਕ ਪਾਇਰੇਸੀ ਕਰ ਰਹੇ ਸੀ। ਉਹਦੇ ਤੇ ਸ਼ੁਰੂ ਤਾਂ ਹੋਇਆ ਸੀ ਅਸੀਂ ਫਾਈਲ ਸ਼ੇਅਰਿੰਗ ਵਾਸਤੇ ਸੀ ਵੀ ਲੋਕੀ ਇੱਕ ਦੂਜੇ ਨੂੰ ਜਿਵੇਂ ਫੋਟੋਆਂ ਵੀਡੀਓਆਂ ਭੇਜ ਸਕੇ ਇੱਕ ਦੂਜੇ ਨੂੰ, ਇੱਕ ਤਰ੍ਹਾਂ ਉਸ ਤਰ੍ਹਾਂ ਫਾਈਲ ਸ਼ੇਅਰਿੰਗ ਸਿਸਟਮ ਸ਼ੁਰੂ ਕੀਤਾ ਸੀ। ਪਰ ਜਦੋਂ ਉਹ ਕਾਫੀ ਵੱਡਾ ਹੋ ਗਿਆ, ਲੋਕੀ ਉਹਨੂੰ ਇੱਕ ਤਰ੍ਹਾਂ ਦਾ ਪਾਇਰੇਸੀ ਦਾ ਹੱਬ ਬਣਾਤਾ ਲੋਕਾਂ ਨੇ। ਉੱਥੇ ਸੌਫਟਵੇਅਰ ਜਾਂ ਕੋਈ ਇਸ ਤਰ੍ਹਾਂ ਦੇ ਮੂਵੀਜ਼ ਜਾਂ ਪਿਕਚਰਾਂ ਉਹੋ ਜਿਹੀ ਚੀਜ਼ਾਂ ਜ਼ਿਆਦਾਤਰ ਲੋਕੀ ਟ੍ਰੇਡ ਕਰਨ ਲੱਗੇ ਉੱਤੇ। ਸੋ ਉਹਦੇ ਨਾਲ ਗਵਰਨਮੈਂਟ ਉਹਦੇ ਨਾਲ ਇਸ਼ੂ ਹੋ ਗਈ।
ਉਹਦੀ ਇੰਪੋਰਟੈਂਟ ਪੁਆਇੰਟ ਸੀ ਟੋਰਨ ਨੈਟਵਰਕ ਨੂੰ ਕੋਈ ਬੰਦਾ ਬੰਦ ਨਹੀਂ ਕਰ ਸਕਿਆ ਕਿਉਂਕਿ ਉਹ ਡੀਸੈਂਟਰਲਾਈਜ਼ ਸੀਗਾ। ਸੋ ਮੈਨੂੰ ਲੱਗਦਾ ਉਹੀ ਕੁਝ ਇਹ ਜੇ ਕਨਸੈਪਟ ਉਸ ਟਾਈਮ ਤੇ ਚੱਲ ਰਹੀ ਸੀ, ਉਸ ਟਾਈਮ ਤੇ ਲੋਕੀ ਡਿਸਕਸ ਕਰ ਰਹੇ ਸੀ, ਸ਼ਾਇਦ ਇਹ ਚੀਜ਼ਾਂ ਨੂੰ ਮਿਲਾ ਕੇ ਕਾਫੀ ਟੈਕਨੋਲੋਜੀਆਂ ਨੂੰ ਬਿਟਕੋਇਨ ਦਾ ਆਈਡੀਆ ਆਇਆ। ਸੋ So sorry. ਬਿਟਕੋਇਨ ਯਾ Sorry, ਯੈਸ could we go just back ਇੱਕ slide ਜਿਹੜੀ ਜਿਹਦੇ ਤੇ ਤੁਸੀਂ ਯੈਸ ਗੱਲ ਕਰ ਰਹੇ ਸੀ। ਸੋ ਹਰਪ੍ਰੀਤ, ਇਹ ਤੁਸੀਂ ਬੜੀ ਇੰਟਰਸਟਿੰਗ ਗੱਲ ਕਹੀ ਹੈ ਬਿਟਕੋਇਨ ਦੇ ਬਾਰੇ ਕਿ ਬਿਟਕੋਇਨ ਕਿਉਂ ਬਣਿਆ ਸੀ। ਹੁਣ ਇਹ ਬਹੁਤ ਸਾਰੇ ਸਾਨੂੰ ਲੋਕਾਂ ਨੂੰ ਪਤਾ ਹੈ ਕਿ ਬਿਟਕੋਇਨ ਦੇ ਬੇਸਿਕਸ ਕੀ ਨੇ, ਹੈ ਨਾ, ਕਿ ਡਿਜੀਟਲ ਕਰੰਸੀ ਹੈਗੀ ਹੈ, ਵਿਕੇਂਦਰਿਤ ਹੈਗੀ ਹੈ, ਮਤਲਬ ਡੀਸੈਂਟਰਲਾਈਜ਼ਡ ਪਾਵਰ ਹੈਗੀ ਹੈ। ਲੋਕਾਂ ਨੂੰ ਇਹ ਵੀ ਪਤਾ ਹੈ ਕਿ ਜਿਵੇਂ ਕੁਝ ਲੋਕਾਂ ਨੂੰ ਸ਼ਾਇਦ ਪਤਾ ਹੋਵੇ ਕਿ ਤੁਸੀਂ ਇਹਨੂੰ ਬੰਦ ਵੀ ਨਹੀਂ ਕਰ ਸਕਦੇ, ਹੈ ਨਾ, ਬਿਕੋਜ਼ ਵਿਕੇਂਦਰਿਤ ਹੈਗੀ ਹੈ। ਪਰ ਗਾਇਜ਼ ਇੱਕ ਗੱਲ ਇਹ ਨੋਟ ਕਰਨ ਵਾਲੀ ਹੈ ਕਿ ਇਹਦੀ ਟਾਈਮਿੰਗ ਕਿ ਕ੍ਰੀਏਟ ਕਦੋਂ ਹੋਇਆ ਸੀ। ਹੁਣ ਸਾਨੂੰ ਸਭ ਨੂੰ ਯਾਦ ਹੈ ਜਿਹੜਾ 2008 ਤੇ 9 ਦਾ ਜਿਹੜਾ ਬਹੁਤ ਵੱਡਾ ਮਾਰਕੀਟ ਕ੍ਰੈਸ਼ ਹੋਇਆ ਸੀ ਤੇ ਰਿਸੈਸ਼ਨ ਵੀ ਹੋਇਆ ਸੀ ਅਮਰੀਕਾ ਦੇ ਵਿੱਚ, ਤੇ ਇੰਨੇ ਲੋਕਾਂ ਨੇ ਉਹਨਾਂ ਦੇ ਬੈਂਕ ਦੇ ਵਿੱਚ ਜਿਹੜਾ ਪੈਸਾ ਬੈਠਾ ਹੋਇਆ ਸੀ ਗਾਇਜ਼, ਉਹਨਾਂ ਨੇ ਖੋਹ ਲਿਆ ਸੀ ਓਵਰਨਾਈਟ। ਉਹਨਾਂ ਦੇ ਪੈਸਾ ਜਿਹੜਾ ਬੈਂਕ 'ਚ ਬੈਠਿਆ ਸੀ ਖੋਹ ਲਿਆ ਸੀ। ਤੇ ਉਹਦੇ ਨਾਲ ਕੀ ਹੋਇਆ ਸੀ ਕਿ ਲੋਕਾਂ ਦਾ ਜਿਹੜਾ ਟਰਸਟ ਸੀ ਬੈਂਕਸ ਤੋਂ ਉਹ ਉੱਠ ਗਿਆ ਸੀ। ਦੇ ਡਿਡਨਟ ਟਰਸਟ ਦ ਬੈਂਕਸ ਐਨੀਮੋਰ ਕਿ ਅੱਜ ਪੈਸਾ ਸਾਡਾ ਹੈਗਾ ਕੱਲ ਚਲਾ ਗਿਆ। ਕੌਣ ਗਾਰੰਟੀ ਲੈ ਰਿਹਾ ਸਾਡੇ ਪੈਸੇ ਦੀ? ਜੇ ਬੈਂਕ ਹੀ ਸਾਡਾ ਪੈਸਾ ਨੇ ਗਵਾਤੇ ਨੇ ਤੇ ਹੋਰ ਅਸੀਂ ਕਿਹਨੂੰ ਟਰਸਟ ਕਰ ਸਕਦੇ ਹਾਂ। ਤੇ ਬਿਟਕੋਇਨ ਦਾ ਕਨਸੈਪਟ ਉਦੋਂ ਆਇਆ ਸੀ, 2008 ਵਿੱਚ ਕ੍ਰੈਸ਼ ਹੋਇਆ, 2009 ਵਿੱਚ ਬਿਟਕੋਇਨ ਕ੍ਰੀਏਟ ਹੋਇਆ ਸੀ। ਪਰ ਜਿੱਥੇ ਤੱਕ ਮੈਂ ਜਾਣਦੀ ਹਾਂ ਹਰਪ੍ਰੀਤ ਕਿ ਉਦੋਂ ਬਿਟਕੋਇਨ ਭਾਵੇਂ ਕ੍ਰੀਏਟ ਹੋ ਗਿਆ ਸੀ, ਉਦੋਂ ਇਹਦਾ ਟਾਈਮ ਨਹੀਂ ਸੀਗਾ ਯੂਜ਼ ਹੋਣ ਦਾ, ਕਿਉਂਕਿ ਉਦੋਂ ਲੋਕਾਂ ਨੂੰ ਨਹੀਂ ਪਤਾ ਸੀ, ਅਸੀਂ ਰੈਡੀ ਨਹੀਂ ਸੀ ਐਜ਼ ਅ ਸੁਸਾਇਟੀ। ਤੇ ਹੁਣ ਅਸੀਂ 10-11 ਸਾਲ ਬਾਅਦ 2020 ਵਿੱਚ ਹੁਣ ਅਸੀਂ ਬਹੁਤ ਹੀ ਡਿਫਰੈਂਟ ਸਟੇਜ ਤੇ ਹੈਗੇ ਹਾਂ। ਡਿਜੀਟਲੀ ਅਸੀਂ ਹੁਣ ਬਹੁਤ ਹੀ ਜਿਵੇਂ ਐਡਵਾਂਸਡ ਹੋ ਗਏ ਹਾਂ। ਤੇ ਹੁਣ ਜੇ ਕਰੰਸੀਜ਼ ਆਉਂਦੀਆਂ ਨੇ ਜਿਵੇਂ ਬਿਟਕੋਇਨ ਜਾਂ ਕ੍ਰਿਪਟੋ ਕਰੰਸੀਜ਼, ਹੁਣ ਅਸੀਂ ਬਹੁਤ ਐਡਵਾਂਸਡ ਹੋ ਗਏ ਹਾਂ ਕਿ ਅਸੀਂ ਐਕਚੁਅਲੀ ਉਹਨੂੰ ਅਡੋਪਟ ਕਰ ਸਕਦੇ ਹਾਂ। ਤੇ ਹੁਣ ਅਸੀਂ ਉਹਨੂੰ ਐਕਚੁਅਲ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਕਿੰਨੀਆਂ ਹੁਣ ਗਵਰਨਮੈਂਟ ਹਕੂਮਤਾਂ ਨੇ ਜਿਹੜੀਆਂ ਉਹਨੂੰ ਲੀਗਲ ਕਰਨ ਲਈ ਵੇਖ ਰਹੇ ਨੇ ਕਿ ਕਿਵੇਂ ਨੂੰ ਲੀਗਲ ਕਰੀਏ, ਕਿਵੇਂ ਉਹਦੇ ਉੱਤੇ ਟੈਕਸ ਲਾਈਏ, ਕਿਉਂਕਿ ਉਹਨਾਂ ਨੂੰ ਪਤਾ ਹੈ ਬੰਦ ਤੇ ਹੋਣਾ ਨਹੀਂ। ਸੋ ਦੇ ਮਾਈਟ ਐਜ਼ ਵੈਲ ਟੈਕਸ ਲਾ ਕੇ ਪੈਸੇ ਕਮਾਉਣ। ਸੋ ਦੈਟਸ ਵੈਰੀ ਵੈਰੀ ਇੰਟਰਸਟਿੰਗ। ਥੈਂਕ ਯੂ ਹਰਪ੍ਰੀਤ। ਯਾ ਸੋ ਜਿਵੇਂ ਹੁਣੀ ਜੇ ਰਵਨੀ ਨੇ ਦੱਸਿਆ ਵੀ 2008 ਦੇ ਅੰਦਰ ਬਿਟਕੋਇਨ ਦਾ ਡਿਵੈਲਪਮੈਂਟ ਹੋਇਆ ਸੀਗਾ। ਉਸ ਟਾਈਮ ਤੇ 2008 ਦੇ ਅੰਦਰ ਜ਼ਿਆਦਾ ਪੇਪਰ ਸੀਗਾ ਤੇ ਉਹਦਾ ਕਨਸੈਪਟ ਸੀਗਾ ਉਹ ਜ਼ਿਆਦਾਤਰ ਸ਼ੇਅਰ ਕੀਤਾ ਗਿਆ ਸੀਗਾ ਇੱਕ ਵੈਬਸਾਈਟ ਦੇ ਉੱਤੇ। ਸਤੋਸ਼ੀ ਨਾਕਾਮੋਟੋ ਦੇ ਨਾਂ ਦੇ ਨਾਲ ਉਹ ਪੇਪਰ ਪਬਲਿਸ਼ ਕੀਤਾ ਗਿਆ ਸੀਗਾ ਤੇ ਜ਼ਿਆਦਾਤਰ ਜਿੰਨੇ ਵੀ ਆਹ ਟੈਕਨੋਲੋਜੀ ਵਾਲੀ ਕਮਿਊਨਿਟੀਜ਼ ਆ ਉਹਨਾਂ ਦੇ ਵਿਚਾਲੇ ਸ਼ੇਅਰ ਕੀਤਾ ਗਿਆ ਵੀ ਆਹ ਨਵਾਂ ਕਨਸੈਪਟ, ਇੱਕ ਨਵੀਂ ਕਰੰਸੀ ਦਾ ਆਈਡੀਆ। ਸੋ ਜ਼ਿਆਦਾਤਰ ਲੋਕੀ ਉਹਨੂੰ ਬੜਾ ਅਪਰੇਜ਼ ਕਰਨ ਲੱਗ ਗਏ ਵੀ ਹਾਂ ਇਹ ਵਧੀਆ ਆਈਡੀਆ, ਇੱਕ ਵਧੀਆ ਕਨਸੈਪਟ ਆ। ਤੇ 2009 ਦੇ ਅੰਦਰ ਇਹ ਸੌਫਟਵੇਅਰ ਡਿਵੈਲਪਡ ਹੋ ਗਿਆ ਸੀ ਤੇ ਇਹਦਾ ਪਹਿਲਾ ਸਿਸਟਮ ਸ਼ੁਰੂ ਕੀਤਾ ਸੀ ਇਹਦਾ 2009 ਦੇ ਅੰਦਰ। ਇਹਦੇ ਇੱਥੇ ਟਾਈਮਲਾਈਨ ਹੈਗੀ ਆ। ਹਾਂ ਸੋ ਆ ਦੇ ਇੱਥੇ ਹੁਣ ਤੁਸੀਂ ਦੇਖ ਸਕਦੇ ਹੋ ਇੱਥੇ ਉਹਦੀ ਟਾਈਮਲਾਈਨ। ਤੇ 2010 ਦੇ ਅੰਦਰ ਲੋਕੀ ਉਹਨੂੰ ਸਪੈਂਡ ਕਰਨ ਲੱਗ ਗਏ ਸੀਗੇ। ਇੱਕ ਇੰਪੋਰਟੈਂਟ ਦਿਨ ਆਉਂਦਾ ਕਿ ਬਿਟਕੋਇਨਰਸ ਦੇ ਜੇ ਬਿਟਕੋਇਨਰਸ ਇਹ ਜ਼ਿਆਦਾਤਰ ਲੋਕੀ ਬਿਟਕੋਇਨ ਦੇ ਕਾਫੀ ਸਪੋਰਟਰਸ ਨੇ, ਉਹ ਇੱਕ ਦਿਨ ਨੂੰ ਕਹਿੰਦੇ ਆ ਪੀਜ਼ਾ ਡੇ। ਜਿਹੜਾ ਪੀਜ਼ਾ ਡੇ ਉਸ ਦਿਨ ਤੇ ਇੱਕ ਬੰਦੇ ਨੇ ਜਾ ਕੇ 10,000 ਬਿਟਕੋਇਨ ਦੇ ਵਾਸਤੇ ਇੱਕ ਪੀਜ਼ਾ ਲਿਆ ਸੀਗਾ। ਸੋ ਅਗਰ ਉਹ ਅੱਜ ਉਹ 10,000 ਬਿਟਕੋਇਨ ਉਹਦੇ ਕੋਲੇ ਹੈਗੇ ਨੇ ਤੇ ਉਹਨੇ ਰੱਖੇ ਵੀ ਉਹ ਕਾਫੀ ਅਮੀਰ ਬਣ ਗਿਆ ਬੰਦਾ। ਸੋ ਉਸ ਦਿਨ ਨੂੰ ਲੋਕਾਂ ਨੇ ਕੀ ਰਿਕਾਰਡ ਕਰਕੇ ਰੱਖਿਆ ਹੋਇਆ ਵੀ ਇਹ ਪੀਜ਼ਾ ਡੇ ਆ, ਵੀ ਇਹ ਪਹਿਲੀ ਲੋਕਾਂ ਨੂੰ ਪਤਾ ਵੀ ਪਹਿਲੀ ਵਾਰ ਕਿਸੇ ਨੇ ਬਿਟਕੋਇਨ ਵਰਤ ਕੇ ਕੋਈ ਚੀਜ਼ ਖਰੀਦੀ ਸੀ। ਸੋ ਇਹ ਤਾਂ ਇਹ ਇੰਪੋਰਟੈਂਟ ਜਿਵੇਂ ਦਿਨ ਆ ਉਹਨਾਂ ਵਾਸਤੇ। ਸੋ 2009 ਚ ਜਦੋਂ ਸ਼ੁਰੂ ਹੋਇਆ, ਜ਼ਿਆਦਾਤਰ ਜਿਹੜੇ ਟੈਕਨੋਲੋਜੀ ਵਾਲੇ ਲੋਕ ਸੀਗੇ ਉਹਨਾਂ ਨੇ ਸਿਰਫ ਕੰਪਿਊਟਰ 'ਚ ਸਿਸਟਮ ਡਾਊਨਲੋਡ ਕਰਕੇ ਸਿਰਫ ਉਹ ਬਿਟਕੋਇਨ ਨੂੰ ਮਾਈਨ ਕਰੀ ਗਏ। 2010 ਚ ਲੋਕੀ ਉਹਦੇ ਬਾਰੇ ਜ਼ਿਆਦਾ ਪਤਾ ਕਰਨ ਲੱਗੇ, ਲੋਕਾਂ ਨੂੰ ਦੱਸਣ ਲੱਗੇ ਤੁਸੀਂ ਤੈਨੂੰ ਬਿਟਕੋਇਨ ਬਾਰੇ ਪਤਾ, ਮੈਂ ਤੈਨੂੰ ਬਿਟਕੋਇਨ ਦੇ ਸਕਦਾ, ਅਗਰ ਪੈਸੇ ਦੀ ਜਗ੍ਹਾ ਮੈਂ ਤੈਨੂੰ ਬਿਟਕੋਇਨ ਦੇ ਦੇਣਾ। ਸੋ ਹੌਲੀ ਹੌਲੀ ਉਹਦੀ ਟ੍ਰਾਂਜੈਕਸ਼ਨ ਸ਼ੁਰੂ ਹੋਈ। 2013 ਚ ਉਹਦੀਆਂ ਐਪ ਸ਼ੁਰੂ ਹੋ ਗਈਆਂ, ਉਹਦੀਆਂ ਐਕਸਚੇਂਜ ਸ਼ੁਰੂ ਹੋ ਗਏ, ਲੋਕੀ ਉਹਨਾਂ ਨੂੰ ਮਾਰਕੀਟ ਤੇ ਖਰੀਦਣ ਲੱਗੇ ਤੇ ਵੇਚਣ ਲੱਗੇ। ਸੋ ਉਹਦੀ ਦੀ ਮਾਰਕੀਟ ਕੈਪ ਉਹ 1 ਬਿਲੀਅਨ ਤੱਕ ਪਹੁੰਚ ਗਈ। ਤੇ 2017 ਚ ਉਹ ਕੀ ਬਿਟਕੋਇਨ ਇੱਕ ਬਿਟਕੋਇਨ ਤੋਂ ਲੈ ਕੇ 2 ਤੋਂ ਲੈ ਕੇ 3 ਤੋਂ ਲੈ ਕੇ 4 ਤੋਂ ਲੈ ਕੇ 5। ਹੁਣ ਤੁਸੀਂ ਦੇਖੋਗੇ ਬਿਟਕੋਇਨ ਟਾਈਪ ਕਰੋਗੇ ਕਾਫੀ ਤਰ੍ਹਾਂ ਦੇ ਬਿਟਕੋਇਨ ਪਏ ਆ। ਬਿਟਕੋਇਨ ਹੈਗਾ, ਬਿਟਕੋਇਨ ਕੈਸ਼ ਹੈਗਾ, ਬਿਟਕੋਇਨ SV ਹੈਗਾ, ਬਿਟਕੋਇਨ ਗੋਲਡ ਹੈਗਾ, ਕਾਫੀ ਤਰ੍ਹਾਂ ਦੇ ਬਿਟਕੋਇਨ ਹੈਗੇ ਨੇ। ਤੇ ਉਹੀ ਜਿਹੜੇ 2013 ਤੋਂ ਲੈ ਕੇ 2017 ਤੱਕ ਦਾ ਜਿਹੜਾ ਰਸ਼ ਸੀਗਾ
ਉਹ ਅੰਦਰ ਕਾਫੀ ਲੋਕਾਂ ਨੇ ਕਾਫੀਆਂ ਕਰੰਸੀ ਖੋਲੀਆਂ ਸਿੱਧੇ 2017 ਤੋਂ ਲੈ ਕੇ 2020 ਤੱਕ ਉਹਦੇ ਅੰਦਰੋਂ ਹਜ਼ਾਰਾਂ ਹੋਰ ਕ੍ਰਿਪਟੋ ਕਰੰਸੀ ਸ਼ੁਰੂ ਹੋ ਗਈਆਂ ਜਿਹੜੀ ਆਪਦੇ ਟੈਕਨੋਲੋਜੀ ਅੱਡ ਟੈਕਨੋਲੋਜੀ ਜੇ ਉਹ ਬਣਾਉਣ ਲੱਗੇ ਕੁਝ ਲੋਕ ਤਾਂ ਬਲੌਕਚੇਨ ਵੀ ਨਹੀਂ ਵਰਤਦੇ ਉਹ ਹੋਰ ਤਰ੍ਹਾਂ ਦੇ ਡੀਸੈਂਟਰਲਾਈਜ਼ਡ ਲੈਜਰ ਟੈਕਨੋਲੋਜੀਜ਼ ਵਰਤਦੇ ਨੇ ਸੋ ਹੁਣ ਤੁਸੀਂ ਇਹ ਪੁੱਛੋਗੇ ਵੀ ਹੁਣ DLT ਕੀ ਹੈ ਡੀਸੈਂਟਰਲਾਈਜ਼ਡ ਵਾਟ ਯੂ ਕਾਲ ਲੈਜਰ ਟੈਕਨੋਲੋਜੀਜ਼ ਕੀ ਨੇ ਉਹ ਤੋਂ ਪਹਿਲਾਂ ਆਪਾਂ ਗੱਲ ਕਰੀਏ ਵੀ ਲੈਜਰਸ ਕੀ ਆ ਰਫਲੀ ਵਾਟ ਇਜ਼ ਲੈਜਰਸ ਇਨ ਪੰਜਾਬੀ ਹੈ ਖਾਤਾ ਖਾਤਾ ਹੋਇਆ ਲੈਜਰ ਜਿਹਦੇ ਉੱਤੇ ਉਹ ਰੱਖੀਦਾ ਹਿਸਾਬ ਕਿਤਾਬ ਅਕਾਊਂਟਿੰਗ ਦਾ ਖਾਤਾ ਹੋਇਆ ਆਈ ਥਿੰਕ ਗਾਇਸ ਖਾਤਾ ਹੀ ਹੋਇਆ ਨਾ ਟੈਲ ਅਸ ਇਨ ਦ ਕਮੈਂਟਸ ਜਿੰਨਾ ਮੈਨੂੰ ਪਤਾ ਜਿਹੜਾ ਖਾਤਾ ਹੁੰਦਾ ਉਹ ਅਕਾਊਂਟ ਬੁੱਕ ਹੁੰਦਾ ਲੈਜਰ ਇੱਕ ਤਰ੍ਹਾਂ ਦੇ ਜਿਵੇਂ ਹਿਸਾਬ ਰੱਖਣ ਵਾਸਤੇ ਇੱਕ ਤਰ੍ਹਾਂ ਦਾ ਡਾਕੂਮੈਂਟ ਹੁੰਦਾ ਵੀ ਲੋਕੀ ਲਿਖਦੇ ਆ ਵੀ ਉੱਥੇ ਚਲੋ ਅੱਜ ਕਿੰਨਾ ਬਿਜ਼ਨਸ ਹੋਇਆ ਸੀਗਾ ਕਿ ਇਹ ਖਾਤੇ ਕੀ ਕਿੰਨਾ ਬਿਜ਼ਨਸ ਹੋਇਆ ਸੀ ਕਿੰਨਾ ਮੈਂ ਖਰੀਦਿਆ ਕਿੰਨਾ ਮੈਂ ਵੇਚਿਆ ਕਿੰਨਾ ਮੈਨੂੰ ਮੁਨਾਫਾ ਹੋਇਆ ਤੇ ਕਿੰਨੇ ਮੇਰੇ ਕੋਲੇ ਪੈਸੇ ਪਏ ਨੇ ਕਿੰਨੇ ਮੈਂ ਪੈਸੇ ਦੇਣੇ ਆ ਕਿਸੇ ਦੇ ਸੋ ਇਸ ਤਰ੍ਹਾਂ ਦੇ ਸਾਰੇ ਅਕਾਊਂਟਸ ਬਣਾ ਕੇ ਇੱਕ ਤਰ੍ਹਾਂ ਦੇ ਅਕਾਊਂਟ ਬੁੱਕ 'ਚ ਰੱਖਦੇ ਨੇ ਉਹਨੂੰ ਆਪਾਂ ਲੈਜਰ ਕਹਿੰਦੇ ਆ ਪਰ ਉਹ ਤੋਂ ਸਿਵਾ ਲੈਜਰ ਹੋਰ ਤਰ੍ਹਾਂ ਦੇ ਲੈਜਰ ਵੀ ਹੋ ਸਕਦੇ ਆ ਜਿਵੇਂ ਅਟੈਂਡੈਂਸ ਦਾ ਲੈਜਰ ਹੋ ਜੇ ਜਾਂ ਹੋਰ ਕੋਈ ਤਰ੍ਹਾਂ ਦੇ ਲੈਜਰਸ ਕਿਸੇ ਨੇ ਬਣਾਉਣੇ ਹੋਵੇ ਪਰ ਕਾਫੀ ਸਾਲਾਂ ਤੋਂ ਇਹ ਲੈਜਰਸ ਲੋਕਾਂ ਦੇ ਪੁਰਾਣੇ ਲੈਜਰ ਸਾਨੂੰ ਮਿਲ ਜਾਂਦੇ ਆ ਹੁਣ ਤੁਸੀਂ ਜਾ ਕੇ ਪੁੱਛਣਗੇ ਵੀ ਕਿ ਸਾਇੰਸ ਵਾਲਿਆਂ ਨੂੰ ਜਾਂ ਰਿਸਰਚਰਸ ਨੂੰ ਉਹਨਾਂ ਨੂੰ ਇਹ ਪਤਾ ਗਾ ਵੀ ਚਾਈਨਾ 'ਚ ਕਿੰਨੀ ਇਕੋਨਮੀ ਸੀ ਇੰਡੀਆ 'ਚ ਕਿੰਨੀ ਇਕੋਨਮੀ ਸੀ ਇਹਨਾਂ ਨੂੰ ਕਿਵੇਂ ਪਤਾ ਚੱਲੀ ਜਾਂਦਾ ਵੀ ਉਦੋਂ ਕਿੰਨਾ ਲੋਕੀ ਵੇਚਦੇ ਸੀਗੇ ਕਿਉਂਕਿ ਅੱਜ ਤੱਕ ਵੀ ਲੋਕੀ ਖੋਦ ਕੇ ਜਗ੍ਹਾ ਤੋਂ ਕੀ ਲੋਕਾਂ ਦੇ ਪੁਰਾਣੇ ਖਾਤੇ ਅਕਾਊਂਟ ਬੁੱਕ ਲੱਭੀ ਜਾਂਦੇ ਉਹਨਾਂ ਨੂੰ ਪਤਾ ਚੱਲਦਾ ਵੀ ਤਕਰੀਬਨ ਇੰਨੀ ਸੇਲ ਹੁੰਦੀ ਸੀ ਉਸ ਟਾਈਮ ਤੇ ਵੀ ਇਹਨਾਂ ਲੋਕੀ ਵੇਚੀ ਜਾਂਦੇ ਸੀ ਇਹਨਾਂ ਖਰੀਦੀ ਜਾਂਦੇ ਸੀ ਸੋ ਉਹਦੇ ਨਾਲ ਉਹ ਅੰਦਾਜ਼ਾ ਲਾ ਸਕਦੇ ਵੀ ਠੀਕ ਆ ਸ਼ਾਇਦ ਇੰਨੀ ਕੁ ਇਕੋਨਮੀ ਹੋਊਗੀ ਉਸ ਟਾਈਮ ਤੇ ਇੰਨੀ ਵਧੀ ਹੋਊਗੀ ਸੋ ਉਹਦੇ ਨਾਲ ਲੈਜਰਸ ਜਿਹੜੇ ਪਹਿਲੇ ਕਿੰਨੇ ਸਾਲਾਂ ਦੇ ਲੋਕਾਂ ਦੇ ਨਾਲ ਰਹੀ ਨੇ ਕਿਉਂਕਿ ਆਪਣੀ ਇਕੋਨਮੀ ਲੈਜਰਸ ਦੇ ਉੱਤੇ ਕਾਫੀ ਡਿਪੈਂਡੈਂਟ ਹੈ ਹੁਣ ਵੀ ਦੇਖ ਲਓ ਕੋਈ ਵੀ ਬਿਜ਼ਨਸ ਅਕਾਊਂਟ ਦੇ ਬਿਨਾਂ ਕਿਵੇਂ ਚੱਲ ਸਕਦਾ ਚਲਾ ਸਕਦੀ ਹੋ ਪਰ ਉਹ ਬਿਜ਼ਨਸ ਨਹੀਂ ਉਹਦਾ ਇੱਕ ਤਰ੍ਹਾਂ ਦਾ ਕੋਈ ਪੈਸੇ ਨਹੀਂ ਹੈ ਬੰਦਾ ਚਲਾਈ ਜਾਂਦਾ ਕੰਮ ਆਪਦਾ ਜੋ ਅਕਾਊਂਟ ਹੀ ਹੈ ਨਹੀਂ ਉਹਨੂੰ ਇਹ ਨਹੀਂ ਪਤਾ ਚੱਲਦਾ ਵੀ ਕਿੰਨੇ ਬਣਾ ਲਏ ਕਿੰਨੇ ਕੱਟ ਗਏ ਉਹਦੇ ਇਸ ਮਹੀਨੇ ਉਹ ਜ਼ਿਆਦਾਤਰ ਅਗਰ ਕਿਸੇ ਨੇ ਵੀ ਕੋਈ ਸੀਰੀਅਸ ਤਰ੍ਹਾਂ ਦਾ ਬਿਜ਼ਨਸ ਕਰਨਾ ਉਹਨੂੰ ਕੋਈ ਨਾ ਕੋਈ ਅਕਾਊਂਟ ਰੱਖਣਾ ਹੀ ਪੈਂਦਾ ਗਾ ਸੋ ਇਹਦੇ ਨਾਲ ਉਹਨੂੰ ਪਤਾ ਚੱਲਦਾ ਵੀ ਹੁਣ ਅੱਗੇ ਕਿਵੇਂ ਕਿਹੇ ਜਿਹਾ ਡਿਸੀਸ਼ਨਸ ਲਈ ਜਾਵੇ ਜਾਂ ਕਿਹੇ ਜਿਹੀ ਤਰ੍ਹਾਂ ਦੀ ਇਨਵੈਸਟਮੈਂਟ ਕਰੀ ਜਾਵੇ ਬਿਜ਼ਨਸ ਦੇ ਅੰਦਰ ਸੋ ਕਾਫੀ ਸਾਲਾਂ ਤੋਂ ਉਹ ਲੈਜਰ ਆਪਣੇ ਨਾਲ ਤੁਰਦਾ ਆ ਉਹ ਜ਼ਿਆਦਾਤਰ ਕਿ ਲਿਖਣ ਦੇ ਤਰੀਕਿਆਂ ਤੋਂ ਬਦਲਿਆ ਫਿਰ ਆਖਰ ਤੇ ਜਦੋਂ ਸਪਰੈਡਸ਼ੀਟਸ ਆਏ ਨੇ ਸਪਰੈਡਸ਼ੀਟ ਜਦੋਂ ਚੀਜ਼ਾਂ ਡਿਜੀਟਲ ਹੋ ਗਈਆਂ ਜਦੋਂ ਕੰਪਿਊਟਰ ਆ ਗਏ ਉਸ ਟਾਈਮ ਤੇ ਚੀਜ਼ਾਂ ਜ਼ਿਆਦਾ ਤੇਜ਼ ਹੋਣ ਲੱਗ ਗਈਆਂ ਕਿਉਂਕਿ ਕੰਪਿਊਟਰ ਦੇ ਅੰਦਰ ਆਪਾਂ ਪਾ ਕੇ ਕੀ ਨੰਬਰ ਕੀ ਇਨ ਕਰਕੇ ਜਾਂ ਨੰਬਰ ਅੰਦਰ ਪਾ ਕੇ ਉਹਨਾਂ ਨੂੰ ਆਟੋਮੈਟਿਕਲੀ ਦੱਸ ਦਿੰਦਾ ਸੀ ਵੀ ਠੀਕ ਆ ਇੰਨਾ ਟੋਟਲ ਹੋ ਗਿਆ ਤੇ ਇੰਨਾ ਤੁਸੀਂ ਕਿਸੇ ਨੂੰ ਦੇਣਾ ਤੇ ਇੰਨਾ ਕਿਸੇ ਤੋਂ ਲੈਣਾ ਸੋ ਸਾਰਾ ਅੰਦਰ ਇੱਕ ਤਰ੍ਹਾਂ ਦੇ ਛੇਤੀ ਆਟੋਮੇਟਿਡ ਹੋ ਜਾਂਦਾ ਪਰ ਹੁਣ ਜਿਹੜੀ ਅਗਲੀ ਵੇਵ ਆ ਇਹਦੇ ਅੰਦਰ ਲੈਜਰਸ ਦੇ ਚੇਂਜ ਦੇ ਅੰਦਰ ਜਾਂ ਇਹ ਖਾਤੇ ਦੇ ਬੁੱਕ ਦੀ ਚੇਂਜ ਦੇ ਅੰਦਰ ਇਹ ਸਾਰਾ ਕੁਝ ਹੁਣ ਅਗਲੇ ਵੇਵ ਦੇ ਅੰਦਰ ਆਟੋਮੈਟਿਕ ਹੋਣਾ ਚਾਹੀਦਾ ਹੁਣ ਤੁਸੀਂ ਕਿਸੇ ਤੋਂ ਕੁਝ ਖਰੀਦਿਆ ਉਹ ਆਟੋਮੈਟਿਕ ਤੁਹਾਡੇ ਬੁੱਕ ਦੇ ਅੰਦਰ ਆ ਜਾਣਾ ਚਾਹੀਦਾ ਅਗਰ ਮੈਂ ਹੁਣ ਬਹਿ ਕੇ ਦੇਖਾਂ ਵੀ ਅਗਰ ਇਹ 10 ਸਾਲਾਂ 'ਚ 15 ਸਾਲਾਂ 'ਚ ਮੈਨੂੰ ਕਿਹੋ ਜਿਹਾ ਫਿਊਚਰ ਚਾਹੀਦਾ ਹੈ ਨਾ ਅਗਰ ਹੁਣ ਲਾਇਆ ਜਾਵੇ ਅੱਜ ਜ਼ਿਆਦਾ ਕੁਝ ਮੈਨੂਅਲ ਕਰਨਾ ਪੈਂਦਾ ਹਰ ਇੱਕ ਵਾਰੀ ਕੋਈ ਮੇਰੇ ਤੋਂ ਕੁਝ ਖਰੀਦੇ ਮੈਨੂੰ ਲਿਖਣਾ ਪੈਂਦਾ ਪਰ ਹੁਣ ਇੰਡੀਆ 'ਚ ਪੇਟੀਐਮ ਚੱਲ ਗਏ ਨੇ ਇੰਡੀਆ 'ਚ ਵਾਲਟਸ ਚੱਲ ਗਏ ਨੇ ਸੋ ਬੜੇ ਲੋਕ ਕੀ ਵਾਲਟ ਨਾਲ ਵੀ ਆਪਦੇ ਫੋਨਾਂ ਨਾਲ ਭਰ ਸਕਦੇ ਨੇ ਪੈਸੇ ਸੋ ਉਹਦੇ ਨਾਲ ਬੰਦੇ ਨੂੰ ਅਕਾਊਂਟ ਵੀ ਨਹੀਂ ਰੱਖਣਾ ਪੈਂਦਾ ਸਾਰਾ ਅਕਾਊਂਟ ਸਿਸਟਮ ਕੰਪਿਊਟਰ ਦੇ ਅੰਦਰ ਫਿੱਟ ਹੋ ਗਿਆ ਹੈਗਾ ਵੀ ਲੋਕੀ ਆ ਕੇ ਆਪਦਾ ਫੋਨ ਦਿਖਾ ਦਿੰਦੇ ਫੋਨ ਦਾ QR ਕੋਡ ਸਕੈਨ ਕਰਕੇ ਉਹਨਾਂ ਨੂੰ ਪਤਾ ਚੱਲ ਜਾਂਦਾ ਵੀ ਹਾਂ ਵੀ ਮੈਂ ਇੰਨੇ ਪੈਸੇ ਭਰੇ ਸੀ ਆ ਸਿਸਟਮ ਵਾਸਤੇ ਬੈਂਕਾਂ ਰਾਹੀਂ ਵੀ ਪਤਾ ਚੱਲ ਜਾਂਦਾ ਵੀ ਹੁਣ ਮੈਂ ਇਹਦੇ ਵਾਸਤੇ ਇੰਨੇ ਭਰੇ ਸੀ ਇਹਦੇ ਵਾਸਤੇ ਮੈਂ ਇੰਨਾ ਕੀਤਾ ਸੀ ਇਹ ਮਹੀਨੇ 'ਚ ਮੇਰਾ ਖਰਚਾ ਕਿੰਨਾ ਸੀਗਾ ਇਹ ਮਹੀਨੇ 'ਚ ਮੇਰੀ ਮੁਨਾਫਾ ਕਿੰਨਾ ਹੋ ਗਿਆ ਸੋ ਉਹਦੇ ਨਾਲ ਸਾਰਾ ਸਿਸਟਮ ਆਟੋਮੇਟਿਡ ਹੋ ਗਿਆ ਪਰ ਜਿਹੜਾ ਅਗਲਾ ਵੇਵ ਆ ਉਹਦੇ ਅੰਦਰ ਇੱਕ ਸਵਾਲ ਫੇਰ ਆਉਂਦਾ ਗਾ ਹੁਣ ਇਹ ਸਾਰਾ ਕੁਝ ਡਿਜੀਟਲ ਹੋਈ ਜਾਂਦਾ ਗਾ ਮੇਰੇ ਕੋਲੇ ਕੋਈ ਵੀ ਰਿਕਾਰਡ ਹੈ ਨਹੀਂ ਗਾ ਇਹ ਚੀਜ਼ ਦੇ ਆ ਇਸ ਤੇ ਮੈਂ ਟਰਸਟ ਕਿਵੇਂ ਕਰਾਂ ਕੱਲ ਨੂੰ ਕਿਵੇਂ ਹੋ ਸਕਦਾ ਵੀ ਮੇਰਾ ਜਿਹੜਾ ਇੰਟਰਸਟ ਆ ਨਾ ਮੇਰਾ ਪੈਸਾ ਗਾ ਉਹ ਸਿਕਿਉਰ ਰਵੇ ਤੇ ਕੋਈ ਵੀ ਸਿਸਟਮ ਜਾਂ ਕੋਈ ਵੀ ਬੰਦਾ ਇਹਦੇ ਉੱਤੇ ਆ ਕੇ ਕੋਈ ਕੁਝ ਤਰ੍ਹਾਂ ਦੀ ਕੀ ਛੇੜ ਨਾ ਕਰ ਸਕੇ ਜਾਂ ਕੋਈ ਤਰ੍ਹਾਂ ਦੀ ਚੀਜ਼ਾਂ ਬਦਲ ਨਾ ਸਕੇ ਅੰਦਰ ਕਿਵੇਂ ਕੋਈ ਅੰਦਰ ਆ ਕੇ ਕੋਈ ਖਾਤੇ ਦਾ ਅਕਾਊਂਟ ਬਦਲ ਨਾ ਸਕੇ ਅੰਦਰ ਮੈਨੀਪੂਲੇਟ ਨਾ ਕਰ ਸਕੇ ਖਾਤੇ ਨੂੰ ਛੇੜਖਾਨੀ ਨਾ ਕਰ ਸਕੇ ਛੇੜਖਾਨੀ ਨਾ ਕਰ ਸਕੇ ਇਹਦੇ ਨਾਲ
ਸੋ ਉਹਦੇ ਬਾਰੇ ਹੁਣ ਆਪਾਂ ਅਗਰ ਲਾਇਆ ਜਾਵੇ ਜੀ ਅਗਲੇ 10 ਸਾਲਾਂ 'ਚ ਕੀ ਜ਼ਰੂਰੀ ਹੈ। ਇੱਕ ਤਰ੍ਹਾਂ ਦਾ ਟਰਸਟ, ਇੱਕ ਤਰ੍ਹਾਂ ਦਾ ਸਿਸਟਮ ਹੋਣਾ ਚਾਹੀਦਾ ਵੀ ਜਿੱਥੇ ਕਿ ਕੋਈ ਵੀ ਲੈਜਰਸ ਆਪਾਂ ਵਰਤੀਏ ਉਹਦੇ ਉੱਤੇ ਕੀ ਪੂਰਾ ਯਕੀਨ ਹੋ ਸਕੇ ਤੇ ਬੰਦਾ ਸਿਰਫ ਅੱਖ ਬੰਦ ਕਰਕੇ ਆਪਦਾ ਕੀ ਸਿਸਟਮ ਚਲਾਈ ਚੱਲੇ ਤੇ ਉਹਨੂੰ ਪਤਾਗਾ ਵੀ ਮੇਰਾ ਜਿਹੜਾ ਸਾਰਾ ਕੁਝ ਹੈਗਾ ਉਹ ਕੰਪਿਊਟਰ ਸਾਂਭੀ ਜਾਂਦਾ, ਕਿਵੇਂ ਬੰਦਾ ਉਹਦੇ ਤੇ ਸਾਂਭ ਸਕੇ। ਸੋ ਹੁਣ ਉਹ ਅਗਲਾ ਫਿਊਚਰ ਜਿਹੜਾ ਲੋਕਾਂ ਨੂੰ ਜ਼ਿਆਦਾਤਰ ਦਿਖ ਰਿਹਾ। ਸੋ ਹੁਣ ਗੱਲ ਕਰਦੇ ਵੀ DLT ਕੀ ਆ। ਸੋਹਣੀ ਜਿਹੀ ਆਪਾਂ ਤੁਹਾਨੂੰ ਗੱਲ ਦੱਸੀ ਖਾਤੇ ਦੇ ਬਾਰੇ, ਪਰ ਉਹ ਤੋਂ ਪਹਿਲਾਂ ਤੁਹਾਨੂੰ ਇੰਨਾ ਸਮਝਣਾ ਚਾਹੀਦਾ ਵੀ ਖਾਤੇ ਦੇ ਅੰਦਰ ਬਣਨ ਤੋਂ ਪਹਿਲਾਂ ਤੁਹਾਨੂੰ ਥੋੜਾ ਜਿਹਾ ਕੰਪਿਊਟਰ ਸਿਸਟਮ ਦੇ ਬਾਰੇ ਦੱਸ ਦਈਏ। ਜ਼ਿਆਦਾਤਰ ਉੱਥੇ 3 ਤਰ੍ਹਾਂ ਦੇ ਕੰਪਿਊਟਰ ਸਿਸਟਮ ਹੁੰਦੇ ਆ, ਜੇ ਕੰਪਿਊਟਰ ਸਿਸਟਮ ਹੁੰਦੇ ਆ। ਇੱਕ ਹੁੰਦਾ ਸੈਂਟਰਲਾਈਜ਼ ਸਿਸਟਮ। ਹੁਣ ਇਹਨੂੰ ਜ਼ਿਆਦਾ ਸਿੰਪਲੀਫਾਈ ਕਰਨ ਵਾਸਤੇ ਮੈਂ ਆਪਦੀ ਯੂਨੀਵਰਸਿਟੀ ਦੀ ਸਟੋਰੀ ਦੱਸ ਦਿੰਦਾ। ਜ਼ਿਆਦਾਤਰ ਮਲੇਸ਼ੀਆ, ਮੈਨੂੰ ਲੱਗਦਾ ਸਾਰੇ ਦੁਨੀਆ ਭਰ ਯੂਨੀਵਰਸਿਟੀ ਦੀਆਂ ਸਟੋਰੀ ਤਾਂ ਸੇਮ ਹੀ ਹੋਣਗੀਆਂ। ਜ਼ਿਆਦਾਤਰ ਉੱਥੇ ਬਾਹਲੇ ਲੋਕ ਆਪਣੇ ਕੀ ਪੜਾਕੂ ਨਹੀਂ ਹੁੰਦੇ, ਉਹ ਇੰਨੀ ਯੂਨੀਵਰਸਿਟੀ ਵੀ ਨਹੀਂ ਜਾਂਦੇ। ਮੇਰੇ ਵਾਂਗੂ ਮੈਂ ਵੀ ਇੰਨੀ ਨਹੀਂ ਜਾਂਦਾ ਸੀਗਾ। ਮੇਰਾ ਜ਼ਿਆਦਾਤਰ ਇੱਕ ਫਰੈਂਡ ਹੁੰਦਾ ਸੀ, ਉਹਦਾ ਨਾਮ ਯੋਗੇਸ਼ ਆ। ਉਹ ਸਾਊਥ ਇੰਡੀਅਨ ਸੀਗਾ, ਮਲੇਸ਼ੀਅਨ ਬੋਰਨ, ਤੇ ਉਹ ਜ਼ਿਆਦਾਤਰ ਹਰੇਕ ਵਾਰੀ ਯੂਨੀਵਰਸਿਟੀ ਜਾਂਦਾ ਸੀਗਾ। ਰੋਜ਼ ਕਲਾਸ, ਕੋਈ ਕਲਾਸ ਨਹੀਂ ਮਿਸ ਕਰਨੀ ਉਹਨੇ। ਉਹਦਾ ਇਹ ਜਿਹਾ ਇੱਕ ਤਰ੍ਹਾਂ ਦਾ ਡਿਸਪਲਿਨ ਸੀਗਾ। ਤੇ ਮੈਂ ਸੀਗਾ ਕਲਾਸਾਂ ਲੇਟ ਆਉਣ ਵਾਲਾ ਬੰਦਾ। ਮੈਂ ਕਿ ਪਿੱਛੇ ਆ ਕੇ ਬਹਿ ਜਾਂਦਾ ਸੀਗਾ, ਯੋਗੇਸ਼ ਨੂੰ ਪੁੱਛ ਲੈਂਦਾ ਸੀ ਵੀ ਬ్రో ਅੱਜ ਕੀ ਪੜ੍ਹਿਆ ਸੀਗਾ, ਅੱਜ ਲੈਕਚਰ ਨੇ ਕੀ ਕਿਹਾ ਕਲਾਸ ਦੇ ਅੰਦਰ। ਸੋ ਮੇਰਾ ਤਰੀਕਾ ਸੀਗਾ ਉਵੇਂ ਮੈਂ ਕਰਕੇ ਯੂਨੀਵਰਸਿਟੀ ਦਾ ਟਾਈਮ ਕੱਟ ਲਿਆ ਅੰਦਰ। ਪਰ ਜਿਹੜਾ ਮੇਰਾ ਫਰੈਂਡ ਯੋਗੇਸ਼ ਸੀਗਾ ਉਹ ਪੂਰੀ ਇਨਫੋਰਮੇਸ਼ਨ ਲੈਂਦਾ ਸੀਗਾ। ਪਰ ਹੁਣ ਇਹਦੇ ਅੰਦਰ ਯੋਗੇਸ਼ ਦੀ ਗੱਲ ਕਿਉਂ ਆਈ ਆ ਉਹਦੇ ਬਾਰੇ ਮੈਂ ਤੁਹਾਨੂੰ ਵੀ ਦੱਸਦਾ। ਸੋ ਯੋਗੇਸ਼ ਇੱਕ ਸੀਗਾ, ਮੇਰੇ ਵਰਗੇ ਕਾਫੀ ਸੀਗੇ। ਸੋ ਕਾਫੀ ਲੋਕ ਉਹਦੇ ਕੋਲੋਂ ਆ ਕੇ ਰੋਜ਼ ਪੁੱਛਦੇ ਸੀ ਵੀ ਕਿ ਬ్రో ਅੱਜ ਕੀ ਹੋਇਆ ਸੀਗਾ, ਵੀ ਅੱਜ ਕੀ ਲੈਕਚਰ ਨੇ ਕਲਾਸ ਦੇ ਅੰਦਰ ਦੱਸਿਆ। ਤੇ ਸਾਰੇ ਲੋਕ ਉਹਨੂੰ ਰੋਜ਼ ਮੈਸੇਜ ਕਰਦੇ ਸੀ, ਰੋਜ਼ ਉਹ ਇਨਫੋਰਮੇਸ਼ਨ ਲੋਕਾਂ ਨੂੰ ਦਿੰਦਾ ਸੀਗਾ। ਪਰ ਆਖਰ ਤੇ ਬਾਹਲੇ ਲੋਕ ਪੁੱਛਣ ਲੱਗ ਗਏ ਉਹਨੂੰ। ਫਿਰ ਉਹਨੇ ਵੀ ਕੀ ਆਖਰਕਾਰ ਅੱਕ ਕੇ ਲੋਕਾਂ ਨੂੰ ਵਾਪਸ ਰਿਸਪੌਂਡ ਕਰਨਾ ਹੀ ਬੰਦ ਕਰਤਾ। ਕਹਿੰਦਾ ਹੁਣ ਮੈਂ ਜਾ ਕੇ ਪੜ੍ਹਾਂ ਜਾਂ ਤੁਸੀਂ ਪੜ੍ਹਨਾ ਗਾ, ਹੁਣ ਮੈਂ ਕਿਹਦਾ ਸਾਂਭਾਂ। ਸੋ ਉਹਨੇ ਵੀ ਲੋਕਾਂ ਨੂੰ ਰਿਸਪੌਂਡ ਕਰਨਾ ਬੰਦ ਕਰਤਾ, ਕਿਉਂਕਿ ਉਹ ਆਪ ਓਵਰਲੋਡ ਹੋ ਗਿਆ। ਉਹ ਆਪਦੀ ਪੜ੍ਹਾਈ ਕਰੇ ਜਾਂ ਲੋਕਾਂ ਦੀ ਪੜ੍ਹਾਈ ਸਾਂਭੇ। ਪਰ ਇਹ ਸਟੋਰੀ ਮੈਂ ਕਿਉਂ ਦੱਸਦਾ, ਕਿਉਂਕਿ ਇਹ ਕਿਵੇਂ ਆਪਣੇ ਸੈਂਟਰਲਾਈਜ਼ ਸਿਸਟਮ ਕਿੰਨੇ ਸਾਲਾਂ ਦੇ ਚੱਲ ਰਹੇ ਨੇ। ਪਹਿਲਾਂ ਕੰਪਿਊਟਰ ਇੰਨੇ ਵਧੀਆ ਨਹੀਂ ਸੀਗੇ। ਲੋਕੀ ਜ਼ਿਆਦਾਤਰ ਇੱਕ ਕੰਪਿਊਟਰ ਲੈਂਦੇ ਸੀ, ਚੰਗਾ ਸਰਵਰ ਲੈਂਦੇ ਸੀਗੇ। ਸਾਰੇ ਲੋਕ ਸਰਵਰ ਨੂੰ ਕਨੈਕਟ ਹੋ ਕੇ ਉਹ ਤੋਂ ਇਨਫੋਰਮੇਸ਼ਨ ਲੈ ਲੈਂਦੇ ਸੀਗੇ। ਅੱਜ ਕੱਲ੍ਹ ਜ਼ਿਆਦਾਤਰ ਯੂਨੀਵਰਸਿਟੀਜ਼, ਬੈਂਕ, ਗਵਰਨਮੈਂਟ ਸਿਸਟਮਸ ਜ਼ਿਆਦਾਤਰ ਹਜੇ ਵੀ ਸੈਂਟਰਲਾਈਜ਼ ਆ। ਗਵਰਨਮੈਂਟ ਇੱਕ ਸਰਵਰ ਲੈਂਦਾ, ਉਹਦੀ ਬਿਲਡਿੰਗ 'ਚ ਰੱਖਦਾ, ਉੱਥੇ ਉਹ ਕੋਈ ਆਪਦਾ ਕੋਈ ਸਿਸਟਮ ਚਲਾਉਂਦਾ। ਤੇ ਲੈਟਸ ਸੇ ਕੋਈ ਐਪ ਆ ਜਾਂ ਕੋਈ ਰਜਿਸਟ੍ਰੇਸ਼ਨ ਆਫਿਸ ਆ, ਆਨਲਾਈਨ ਰਜਿਸਟ੍ਰੇਸ਼ਨ ਆਫਿਸ ਆ। ਤੇ ਸਾਰੇ ਕੰਪਿਊਟਰ ਉਹਨੂੰ ਕਨੈਕਟ ਹੋ ਕੇ ਪੁੱਛਦੇ ਨੇ ਵੀ ਮੇਰੇ ਅਕਾਊਂਟ ਦਾ ਕੀ ਹੋਇਆ, ਵੀ ਮੇਰੇ ਖਾਤੇ 'ਚ ਇਹ ਕਿਹਦਾ ਟ੍ਰਾਂਜੈਕਸ਼ਨ ਮੈਂ ਕੀਤਾ ਸੀ ਉਹ ਹੋਇਆ ਜਾਂ ਨਹੀਂ ਹੋਇਆ, ਮੇਰੇ ਅਕਾਊਂਟਸ ਦਾ ਬੈਲੈਂਸ ਕੀ ਹੈ। ਹੁਣ ਅਗਰ ਜਿਵੇਂ ਆਪਣਾ ਬੈਂਕ ਦਾ ਲਾ ਲਿਆ, ਸਾਰੇ ਲੋਕ ਉਹਨੂੰ ਕਨੈਕਟ ਹੋ ਕੇ ਪੁੱਛ ਰਹੇ ਨੇ। ਸੋ ਜਿੰਨੇ ਲੋਕ ਉਹਨੂੰ ਕਨੈਕਟ ਹੋਣਗੇ ਓਨਾ ਜ਼ਿਆਦਾ ਤੇਜ਼ ਤੇ ਓਨਾ ਜ਼ਿਆਦਾ ਪਾਵਰਫੁਲ ਉਹਨੂੰ ਕੰਪਿਊਟਰ ਲੈਣਾ ਪਊਗਾ ਵੀ ਸਾਰਿਆਂ ਦੇ ਜਵਾਬ ਉਹ ਆਨਸਰ ਕਰ ਸਕੇ। ਪਰ ਕਿਤੇ ਇਹ ਟਾਈਮ ਆ ਜਾਂਦਾ ਵੀ ਉਹ ਕੰਪਿਊਟਰ ਸਕੇਲ ਹੀ ਨਹੀਂ ਕਰ ਸਕਦਾ। ਕਿੰਨਾ ਫਾਸਟ ਕੰਪਿਊਟਰ ਲੈ ਕੇ ਆਵੇ, ਉਹਦੀ ਵੀ ਲਿਮਿਟ ਹੁੰਦੀ ਹੈ। ਸੋ ਆਪਾਂ ਨੂੰ ਜ਼ਿਆਦਾ ਕੰਪਿਊਟਰ ਪਾਈ ਜਾਂਦੇ ਆ, ਉੱਥੇ ਜ਼ਿਆਦਾਤਰ ਲੋਕੀ ਕੰਪਿਊਟਰ ਪਾਈ ਜਾਂਦੇ ਆ ਵੀ ਹੁਣ ਅਲੱਗ ਕੰਪਿਊਟਰ ਉਹਦੇ ਬਾਰੇ ਗੱਲ ਕਰ ਸਕੇ। ਪਰ ਉਹਦੀ ਵੀ ਇੱਕ ਲਿਮਿਟ ਆ ਜਾਂਦੀ ਹੈ। ਲੋਕੀ ਫਿਰ ਇੰਨੀ ਸਪੀਡ ਤੇ ਵੱਧ ਨਹੀਂ ਸਕਦੇ ਤੇ ਉਹਦੀ ਸਿਸਟਮ ਦਾ ਇੱਕ ਤਰ੍ਹਾਂ ਦਾ ਜਿਵੇਂ ਡੈਡਲੌਕ ਆ ਜਾਂਦਾ। ਜਿਵੇਂ ਮੇਰੇ ਫਰੈਂਡ ਯੋਗੇਸ਼ ਦੀ ਗੱਲ ਦੱਸੀ ਸੀ ਉਹਨੇ ਅਜੇ, ਉਹ ਵੀ ਉਹ ਜਦੋਂ ਬਾਹਲੇ ਲੋਕਾਂ ਨੂੰ ਸਵਾਲ ਪੁੱਛਣ ਲੱਗੇ, ਉਹ ਵੀ ਲੋਕਾਂ ਦੇ ਸਵਾਲ ਬਾਹਲੇ ਜਵਾਬ ਨਹੀਂ ਦੇ ਸਕਦਾ ਸੀ। ਉਹਨੇ ਵੀ ਬੰਦ ਕਰਤਾ ਕਿ ਇਹ ਲੋਕਾਂ ਦਾ ਆਨਸਰ ਉਵੇਂ ਕੰਪਿਊਟਰ ਬੰਦ ਕਰ ਦਿੰਦਾ ਕਿ ਕੰਪਿਊਟਰ ਸ਼ਟ ਡਾਊਨ ਹੋ ਗਿਆ। ਕੰਪਿਊਟਰ ਵੀ ਅੱਕ ਜਾਂਦਾ, ਤੁਹਾਨੂੰ ਫਿਰ ਐਰਰ 404 ਮਿਲ ਜਾਂਦਾ, ਤੁਹਾਡੀ ਬੈਂਕ ਰਿਸਪੌਂਡ ਨਹੀਂ ਕਰਦੀ, ਤੁਹਾਡਾ ਗਵਰਨਮੈਂਟ ਬੈਂਕ ਕੀ ਸਿਸਟਮਸ ਡਾਊਨ ਹੋ ਜਾਂਦੇ ਨੇ। ਇਹ ਪ੍ਰੋਬਲਮ ਆ, ਇਹ ਚੱਕਰ ਹੈ। ਉਹਦਾ ਜਿਹੜਾ ਮੇਨ ਆਰਕੀਟੈਕਚਰ ਇਟਸੈਲਫ ਇੰਨਾ ਸਟਰੋਂਗ ਨਹੀਂ ਗਾ। ਉਹ ਡਿਪੈਂਡੈਂਟ ਆ ਵੀ ਸਿਰਫ ਇੱਕ ਕੰਪਿਊਟਰ ਤੈਨੂੰ ਇਨਫੋਰਮੇਸ਼ਨ ਦੇ ਸਕੇ, ਕਿਉਂਕਿ ਜਿਹੜਾ ਇਹ ਇੱਕ ਕੰਪਿਊਟਰ ਆ, ਇਹ ਕੰਪਿਊਟਰ ਉਹ ਪੂਰਾ ਸਿਕਿਉਰ ਰੱਖਦੇ ਨੇ, ਆਪਦੀ ਬਿਲਡਿੰਗ 'ਚ ਰੱਖਦੇ ਨੇ, ਉਹਦੇ ਪਿੱਛੇ ਫਾਇਰਵਾਲ ਲਾਉਂਦੇ ਨੇ, ਉਹਦੇ ਪਿੱਛੇ ਕਾਫੀ ਮੇਨਟੇਨੈਂਸ ਕਰਦੇ ਨੇ। ਸੋ ਉਹਨੂੰ ਇੱਕ ਚੀਜ਼ ਮੇਨਟੇਨ ਕਰਨੀ ਪੈਂਦੀ ਹੈ ਸਾਰਿਆਂ ਨੂੰ ਕਨੈਕਟ ਹੋਣ ਵਾਸਤੇ ਉਹਦੇ ਨਾਲ। ਪਰ ਉਹਦੀ ਪ੍ਰੋਬਲਮ ਆ, ਅਗਰ ਇਹ ਇੱਕ ਸਿਸਟਮ ਡਾਊਨ ਹੋ ਜਾਏ ਕੁਛ ਨਹੀਂ ਚੱਲ ਸਕਦਾ। ਉਵੇਂ ਜਿਵੇਂ ਆਪਣਾ ਫਰੈਂਡ ਯੋਗੇਸ਼ ਜਦੋਂ ਆਪਣੇ ਮੈਸੇਜ ਕਰਨਾ ਬੰਦ ਕਰ ਗਿਆ, ਕੋਈ ਨਹੀਂ ਪੜ੍ਹਿਆ ਬਾਅਦ ਚੋਂ। ਸੋ ਕਮਿੰਗ ਟੂ their second concept, ਡੀਸੈਂਟਰਲਾਈਜ਼, ਉਹ ਸਿਸਟਮ ਥੋੜਾ ਜਿਹਾ ਅੱਡ ਆ। ਇਹਦੇ ਨਾਲ ਇਹ ਜਿਵੇਂ ਕਿਵੇਂ ਸਟੱਡੀ ਗਰੁੱਪ ਹੋਣੀ ਚਾਹੀਦੀ ਹੈ ਯੂਨੀਵਰਸਿਟੀ ਦੇ ਅੰਦਰ, ਇਹ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਵੀ ਕਿਸੇ ਨੂੰ ਮੈਥਸ ਦੇ ਬਾਰੇ ਪਤਾ, ਚਲੋ ਕਿਸੇ ਨੂੰ ਹਿਸਟਰੀ ਦੇ ਬਾਰੇ ਜ਼ਿਆਦਾ ਗਿਆਨ ਆ, ਮੇਬੀ ਕਿਸੇ ਨੂੰ ਫਿਜ਼ਿਕਸ ਦੇ ਬਾਰੇ ਗਿਆਨ ਆ। ਸੋ ਸਾਰਿਆਂ ਨੂੰ ਕੋਈ ਨਾ ਕੁਛ ਚੀਜ਼ਾਂ ਪਤਾ ਨਹੀਂ। ਸੋ ਸਟੱਡੀ ਗਰੁੱਪ 'ਚ ਜਦੋਂ ਬਹਿੰਦੇ ਆ, ਜਦੋਂ ਕਿਸੇ ਨੂੰ ਕੁਛ ਪਤਾ ਨਹੀਂ
ਉਹ ਦੂਜੇ ਨੂੰ ਪੁੱਛ ਲੈਂਦਾ। ਇਹ ਫੇਸਬੁੱਕ ਦਾ ਆਰਕੀਟੈਕਚਰ ਹੈ। ਜਾਂ ਜਿਹੜੇ ਤੁਸੀਂ ਦੇਖੋਗੇ ਤੁਹਾਡੇ ਬੈਂਕ ਦੇ ਸਿਸਟਮ ਉਹ ਹਜੇ ਵੀ ਡਾਊਨ ਰਹਿੰਦੇ ਆ। ਗਵਰਨਮੈਂਟ ਦੀਆਂ ਵੈਬਸਾਈਟਾਂ ਇੰਨੀ ਸਾਲਾਂ ਦੀ ਲੋਕੀ ਬਣਾ ਕੇ ਦੇਈ ਜਾਂਦੇ ਆ, ਇੰਨਾ ਪੈਸਾ ਖਰਚ ਕਰਦੇ ਆ, ਫਿਰ ਵੀ ਡਾਊਨ ਰਹਿੰਦੇ ਆ। ਪਰ ਫੇਸਬੁੱਕ ਵਧੀਆ ਹੋ ਜਾਂਦਾ, YouTube ਵਧੀਆ ਹੋ ਜਾਂਦਾ। YouTube ਦੱਬਦਿਆਂ ਉਦੋਂ ਹੀ ਆ ਜਾਂਦਾ ਸਾਰਾ ਕੁਝ ਲੋਡ ਹੋ ਕੇ, ਕਿਉਂਕਿ ਉਹ ਇਸ ਤਰ੍ਹਾਂ ਦਾ ਸਟਰਕਚਰ ਵਰਤਦੇ ਆ ਜਿਵੇਂ ਹੁਣ ਉਹਨਾਂ ਨੇ ਪਤਾ ਵੀ ਪੰਜਾਬ 'ਚ ਜ਼ਿਆਦਾਤਰ ਲੋਕ ਇਹ ਵੀਡੀਓ ਦੇਖ ਰਹੇ ਨੇ। ਸੋ ਪੰਜਾਬ 'ਚ ਉਹ ਵੀਡੀਓ ਪਹਿਲਾਂ ਹੀ ਉਹਨਾਂ ਨੇ ਡਾਊਨਲੋਡ ਕਰਕੇ ਉੱਥੇ ਰੱਖੀ ਜਾਂਦੀ ਹੈ। ਉਹਨਾਂ ਨੂੰ US ਤੱਕ ਵੀ ਨਹੀਂ ਜਾਣਾ ਪੈਂਦਾ ਉਹ ਇਨਫੋਰਮੇਸ਼ਨ ਲੈਣ ਵਾਸਤੇ। ਉਹ ਪਹਿਲਾਂ ਹੀ ਸਾਰੀਆਂ ਲੋਡ ਹੋ ਜਾਂਦੀਆਂ ਉੱਥੇ ਰੱਖੀਆਂ ਹੁੰਦੀਆਂ ਨੇ। ਤੁਸੀਂ ਦੇਖੋਗੇ ਅਗਰ ਤੁਸੀਂ ਜਾ ਕੇ ਕੋਈ ਇਹੋ ਜਿਹੀ ਵੀਡੀਓ ਪਾ ਲਓਗੇ ਜੇ ਕਿਸੇ ਨੇ ਦੇਖੀ ਹੀ ਨਹੀਂ, ਉਹ ਟਾਈਮ ਲੱਗੂਗੀ ਉਹਨੂੰ ਲੋਡ ਹੋਣ ਨੂੰ, ਥੋੜ੍ਹਾ ਜਿਹਾ ਜ਼ਿਆਦਾ ਸਲੋ ਲੋਡ ਹੋਊਗੀ, ਪਰ ਹੋ ਜੂਗੀ ਉਹ ਵੀ। ਪਰ ਕੀ ਹੁੰਦਾ ਇੱਥੇ ਐਗਜ਼ਾਮਪਲ ਅਗਰ ਫੇਸਬੁੱਕ ਦੀ ਗੱਲ ਲਾਈਏ, ਅਗਰ ਤੁਸੀਂ ਹੁਣ ਜਦ ਅਗਰ ਪੰਜਾਬ 'ਚ ਫੇਸਬੁੱਕ ਲੌਗਇਨ ਕਰ ਰਹੇ ਹੋ, ਸਾਰੀ ਡੇਟਾ ਪੰਜਾਬ 'ਚ ਬੈਠੀ ਆ, ਜਦੋਂ ਤੁਸੀਂ ਦਿੱਲੀ ਜਾਓਗੇ ਉਹ ਦਿੱਲੀ ਵਾਲਾ ਸਰਵਰ ਪੰਜਾਬ ਵਾਲੇ ਨੂੰ ਪੁੱਛੂਗਾ ਵੀ ਪਲੀਜ਼ ਰਵਨੀਤ ਦੀ ਮੈਨੂੰ ਇਨਫੋਰਮੇਸ਼ਨ ਇੱਥੇ ਭੇਜ ਦਿਓ। ਹੁਣ ਉਹਦੇ ਸਭ ਤੋਂ ਜ਼ਿਆਦਾ ਨਵੇਂ ਫੀਡਸ ਕੀ ਨੇ, ਉਹਦੇ ਫਰੈਂਡਾਂ ਨੇ ਕੀ ਪੋਸਟ ਕੀਤਾ, ਉਹ ਇੱਥੇ ਸ਼ੇਅਰ ਕਰ ਦਿੰਦਾ। ਸੇਮ ਹੀ ਜਿਵੇਂ ਉਹ ਸਟੋਰੀ 'ਚ ਲਾਇਆ ਜਾਵੇ ਕਿਵੇਂ ਸਟੱਡੀ ਗਰੁੱਪ 'ਚ ਹੋਣਾ ਚਾਹੀਦਾ ਸੀਗਾ। ਜਿਵੇਂ ਐਗਜ਼ਾਮਪਲ ਇਹਨੂੰ ਫਿਜ਼ਿਕਸ ਪਤਾ ਸੀ ਤੇ ਇਹਨੂੰ ਮੈਥਸ ਪਤਾ ਸੀਗਾ। ਇਹਨੂੰ ਮੈਥਸ ਦੇ ਬਾਰੇ ਪੂਰੀ ਜਾਣਕਾਰੀ ਹੈ, ਸੋ ਤੇ ਇਹਨੂੰ ਫਿਜ਼ਿਕਸ ਦੇ ਬਾਰੇ ਪੂਰੀ ਜਾਣਕਾਰੀ ਹੈ। So in this case, before that, Ravni, can you see my cursor actually? Okay. Then I think I was hoping that I'm talking and I'm showing board that and nobody's understanding. ਨਹੀਂ, we can see your mouse, all good. Okay, so that's good. So ਇਹਦੇ ਨਾਲ ਜਦੋਂ ਅਗਰ ਕਿਸੇ ਨੂੰ ਮੈਥਸ ਦੇ ਬਾਰੇ ਪਤਾ ਲੈਣਾ, ਉਹ ਮੈਥਸ ਦੇ ਐਕਸਪਰਟ ਨੂੰ ਪੁੱਛ ਲੈਂਦਾ। ਹੁਣ ਮੈਨੂੰ ਮੈਥਸ ਦੇ ਬਾਰੇ ਦੱਸਦੇ ਵੀ ਮੈਨੂੰ ਸਮਝਾ ਦੇ ਕੁਛ। ਜਿਹਨੂੰ ਫਿਜ਼ਿਕਸ ਦੇ ਬਾਰੇ ਪਤਾ ਜ਼ਿਆਦਾ ਉਹ ਫਿਜ਼ਿਕਸ ਬਾਰੇ ਸਮਝਾ ਦਿੰਦਾ, ਫਿਰ ਹੋਰ ਕਿਉਂਕਿ ਉਹਨੂੰ ਉਹਦੀ ਜ਼ਿਆਦਾ ਜਾਣਕਾਰੀ ਆ। ਐਵੇਂ ਫਿਰ ਉਹ ਡੇਟਾ ਐਕਸਚੇਂਜ ਹੋ ਜਾਂਦਾ। ਪਰ ਉਵੇਂ ਫਿਰ ਉਹ ਸਟੱਡੀ ਗਰੁੱਪ ਫੰਕਸ਼ਨਲ ਰਹਿੰਦਾ ਵੀ ਸਾਰੇ ਲੋਕ ਕੁਛ ਨਾ ਕੁਛ ਸ਼ੇਅਰ ਕਰ ਰਹੇ ਨੇ, ਕੁਛ ਨਾ ਕੁਛ ਸਿੱਖਦੇ ਆ ਤੇ ਸਾਰੇ ਵਧੀ ਜਾਂਦੇ ਆ ਤੇ ਪਰਫਾਰਮੈਂਸ ਵੀ ਚੰਗੀ ਰਹਿੰਦੀ ਹੈ ਉਹਦੀ। ਪਰ ਜਿਹੜਾ ਡਿਸਟ੍ਰੀਬਿਊਟਰ ਦਾ, ਜਿਹਦੀ ਆਪਣੀ ਮੇਨ ਗੱਲ ਕਰਨ ਲੱਗੇ DLT ਕੀ ਆ, ਡਿਸਟ੍ਰੀਬਿਊਟਰ ਲੈਜਰ ਟੈਕਨੋਲੋਜੀ ਕੀ ਆ, ਡਿਸਟ੍ਰੀਬਿਊਟਰ ਖਾਤੇ ਦੇ ਅਕਾਊਂਟ ਕੀ ਆ, ਉਹ ਥੋੜਾ ਜਿਹਾ ਅੱਡ ਆ। ਅਗਰ ਆਪਦੇ ਆਪ ਨੂੰ ਇੱਕ ਸਵਾਲ ਪੁੱਛੋਗੇ ਵੀ ਤੁਹਾਨੂੰ ਐਕਚੁਅਲੀ ਖੇਡਾਂ ਜਿਵੇਂ ਕਿ ਇੱਕ ਤਰ੍ਹਾਂ ਦੀ ਸਪੋਰਟਸ ਕਿਹਨੇ ਸਿਖਾਇਆ? ਐਗਜ਼ਾਮਪਲ ਤੁਸੀਂ ਫੁੱਟਬਾਲ ਦੀ ਗੱਲ ਕਰ ਲਓ, ਹਨਾ। ਆਪਾਂ ਜ਼ਿਆਦਾਤਰ ਜਦੋਂ ਮੈਂ ਪਿਛਲੀ ਵਾਰੀ ਪੰਜਾਬ ਗਿਆ ਸੀ, ਪਹਿਲੀ ਵਾਰੀ ਮੈਂ ਕ੍ਰਿਕਟ ਸਿੱਖਣ ਗਿਆ ਸੀ, ਮੈਂ ਵੀ 2-3 ਦਿਨ ਪਹਿਲਾਂ ਬਹਿ ਕੇ ਉੱਥੇ ਦੇਖਦਾ, ਕਿਉਂਕਿ ਮੈਂ ਕਿਤੇ ਮਲੇਸ਼ੀਆ 'ਚ ਆਪਾਂ ਇੰਨੀ ਕ੍ਰਿਕਟ ਨਹੀਂ ਖੇਡਦੇ। ਇੱਥੇ ਆਪਾਂ ਇੰਨਾ ਕ੍ਰਿਕਟ ਦਾ ਕ੍ਰੇਜ਼ ਹੈ ਨਹੀਂਗਾ। ਇੱਥੇ ਜ਼ਿਆਦਾ ਲੋਕੀ ਫੁੱਟਬਾਲ ਖੇਡਦੇ ਨੇ ਜਾਂ ਫੁੱਟਸਾਲ ਖੇਡਦੇ ਨੇ ਜਾਂ ਬੈਡਮਿੰਟਨ ਖੇਡਦੇ ਨੇ। ਮਲੇਸ਼ੀਆ 'ਚ ਕ੍ਰਿਕਟ ਦੀ ਟੀਮ ਵੀ ਮੈਨੂੰ ਲੱਗਦਾ ਮੇਨ ਤਾਂ ਹੈ ਨਹੀਂਗੀ ਐਕਚੁਅਲੀ। ਐਵੇਂ ਆਪਣਾ ਕੋਈ ਵੀ ਚੈਂਪੀਅਨਸ਼ਿਪ ਨਹੀਂ ਜਿੱਤੀ ਇਹਨਾਂ ਨੇ। ਸੋ ਉਹਨਾਂ ਦਾ ਕ੍ਰਿਕਟ ਦਾ ਇੰਨਾ ਸ਼ੌਕ ਹੈ ਨਹੀਂ। ਪਰ ਜਦੋਂ ਮੈਂ ਪੰਜਾਬ 'ਚ ਮੈਂ ਦੇਖਿਆ ਸਾਰੇ ਪਾਸੇ ਕ੍ਰਿਕਟ ਹੀ ਕ੍ਰਿਕਟ ਚੱਲੀ ਜਾਂਦੀ ਹੈ। ਮੈਂ ਕਿਹਾ ਹੁਣ ਇਹ ਗੇਮ ਕੀ ਹੈ? ਮੈਂ ਵੀ ਜਾ ਕੇ ਖੇਡਣਾ, ਪਰ ਮੈਨੂੰ ਪਤਾ ਨਹੀਂ। ਮੈਂ ਛੋਟਾ, ਮੈਨੂੰ ਲੱਗਦਾ ਉਦੋਂ ਕਾਫੀ ਛੋਟਾ ਸੀ ਉਸ ਟਾਈਮ 'ਤੇ, ਤੇ ਮੈਂ ਪਹਿਲੀ ਵਾਰੀ ਪੰਜਾਬ ਗਿਆ ਸੀਗਾ। ਸੋ ਮੈਂ ਨੋਟਿਸ ਕੀਤਾ ਵੀ ਮੈਂ ਕਿਵੇਂ ਸਿੱਖਿਆ ਇਹਨੂੰ। ਮੈਂ ਜ਼ਿਆਦਾਤਰ ਦੇਖਿਆ ਵੀ ਲੋਕੀ ਕਿਵੇਂ ਖੇਡਦੇ ਆ, ਉਹਦੇ ਰੂਲਸ ਕੀ ਨੇ, ਵੀ ਹੁਣ ਲੋਕੀ ਕੀ ਕਹੀ ਜਾਂਦੇ ਆ। ਸੋ ਮੈਂ ਜਾ ਕੇ ਲੋਕਾਂ ਨੂੰ ਪੁੱਛਿਆ, ਫਿਰ ਹੌਲੀ-ਹੌਲੀ ਕਿਸੇ ਨੇ ਮੈਨੂੰ ਸਿਖਾਇਆ ਵੀ ਹਾਂ ਅਗਰ ਇਹ ਆ, ਇਹ ਬਾਉਂਡਰੀ ਆ। ਹੁਣ ਅਗਰ ਤੂੰ ਬੈਟਸਮੈਨ ਬਣਨਾ ਫਿਰ ਤੇਰੇ ਇਹ ਰੂਲ ਫੋਲੋ ਕਰਨੇ ਪੈਣੇ ਆ। ਅਗਰ ਤੂੰ ਬੋਲਰ ਬਣਨਾ ਤੈਨੂੰ ਆਹ ਰੂਲਸ ਮੰਨਣੇ ਪੈਣੇ ਆ, ਜਾਂ ਤੂੰ ਪਾਸੇ ਜਾ ਕੇ ਖੜ ਜਾ, ਤੂੰ ਬਾਲ ਫੜਨ ਦੀ ਕੋਸ਼ਿਸ਼ ਕਰ ਲੈ। ਸੋ ਇਹਦੇ ਨਾਲ ਇੱਕ ਤਰ੍ਹਾਂ ਦੇ ਰੂਲ ਸੈੱਟ ਆ। ਪਰ ਜਦੋਂ ਲੋਕੀ ਜਿੱਤਦੇ ਆ, ਜਿਵੇਂ ਉਹ ਪਿੰਡ 'ਚ ਆਪਾਂ ਜਿਵੇਂ ਕ੍ਰਿਕਟ ਖੇਡਦੇ ਆ, ਉਹਦੇ ਨਾਲ ਵੀ ਕਿਵੇਂ ਲੋਕਾਂ ਨੂੰ ਪਤਾ ਚੱਲਦਾ ਵੀ ਸਕੋਰ ਕੀ ਰੱਖਿਆ ਜਾਂਦਾ ਇਸ ਟਾਈਮ 'ਤੇ, ਹਨਾ। ਲੋਕੀ ਜ਼ਿਆਦਾਤਰ ਜਿੰਨੇ ਵੀ ਉੱਥੇ ਬੰਦੇ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਹੁਣ ਸਕੋਰ ਕੀ ਆ, ਕੌਣ ਆਊਟ ਆ ਤੇ ਕੌਣ ਆਊਟ ਨਹੀਂ ਗਾ। ਅਗਰ ਕੋਈ ਆਊਟ ਆ ਤੇ ਉਹ ਕਹਿੰਦਾ ਮੈਂ ਆਊਟ ਨਹੀਂ ਗਾ, ਸਾਰੇ ਲੋਕੀ ਅੰਦਰ ਆ ਕੇ ਕੀ ਕਹਿਣ ਲੱਗ ਜਾਂਦੇ ਆ ਵੀ ਹੁਣ ਸਭ ਤੋਂ ਜ਼ਿਆਦਾ ਮੰਨਿਆ ਹੋਇਆ ਰਿਜ਼ਲਟ ਕੀ ਆ। ਅਗਰ ਸਾਰੇ ਲੋਕ ਰੌਲਾ ਪਾਉਣ ਲੱਗੇ ਤੂੰ ਆਊਟ ਆ, ਮਤਲਬ ਤੂੰ ਨਿਕਲ ਹੀ ਜਾ ਉੱਥੋਂ, ਫਿਰ ਕੋਈ ਨਹੀਂ ਮੰਨਣ ਲੱਗਿਆ ਤੈਨੂੰ, ਹੋਰ ਕੋਈ ਕਿਸੇ ਨੇ ਤੈਨੂੰ ਬੈਟਿੰਗ ਕਰਨੀ ਦੇਣੀ, ਸੋ ਨਿਕਲ ਜਾ ਉੱਥੋਂ ਬਸ। ਪਰ ਇੱਕ ਤਰ੍ਹਾਂ ਦਾ ਡਿਸੀਜਨ ਮੇਕਿੰਗ ਦਾ ਕੀ, ਇੱਕ ਤਰ੍ਹਾਂ ਦਾ ਡਿਸੀਜਨ ਮੇਕਿੰਗ ਦਾ ਮਕੈਨਿਜ਼ਮ ਆ, ਇੱਕ ਤਰ੍ਹਾਂ ਦਾ ਵੇ ਆਪਾਂ ਕੋਈ ਡਿਸੀਜਨ ਤੇ ਪਹੁੰਚ ਸਕਦੇ ਹਾਂ। ਪਰ ਇਹਦੇ ਨਾਲ ਤੁਸੀਂ ਦੇਖਿਆ ਜੋ ਇੱਕ ਤਰ੍ਹਾਂ ਦੇ ਸਿਰਫ ਰੂਲ ਸੈੱਟ ਕਰਨ ਦੇ ਨਾਲ ਕ੍ਰਿਕਟ ਪੂਰੀ ਦੁਨੀਆ 'ਚ ਫੈਲ ਗਈ। ਸਿਰਫ ਰੂਲ ਅੰਡਰਸਟੈਂਡ ਦੇ ਕਿ ਉਹ ਕ੍ਰੀਏਟ ਕਰਨ ਦੇ ਨਾਲ ਫੁੱਟਸਾਲ ਤੇ ਫੁੱਟਬਾਲ ਸਾਰੀ ਦੁਨੀਆ 'ਚ ਫਿਰਦੀ ਅੱਜ। ਕਿੰਨੇ ਲੋਕ, ਕਿੰਨੇ ਭਾਵੇਂ ਉੱਥੇ ਨਾ ਕੋਈ ਭਾਸ਼ਾ ਦੀ ਇਸ਼ੂ ਹੋਈ ਆ, ਨਾ ਉਹਨਾਂ ਦੇ ਕੋਈ ਕੀ ਕਲਚਰ ਦੀ ਇਸ਼ੂ ਆ। ਜਿੱਥੇ ਵੀ ਦੇਖੋ ਕੋਈ ਨਾ ਕੋਈ ਇਹ ਸਪੋਰਟਾਂ ਹੈਗੀਆਂ ਨੇ। ਬੈਡਮਿੰਟਨ ਵੀ ਕਿਤੇ ਵੀ ਦੇਖ ਲਓ ਸਾਰੀ ਦੁਨੀਆ ਦੇ ਅੰਦਰ ਹੈਗਾ। ਜਿੱਥੇ ਵੀ ਜਾਓਗੇ, ਭਾਵੇਂ ਕੋਈ ਆਈਲੈਂਡ ਦੇਸ਼ਾਂ ਤੇ ਵੀ ਜਾਓਗੇ, ਕਾਫੀ ਦੇਸ਼ਾਂ ਤੇ ਇਸ ਤਰ੍ਹਾਂ ਦੀ ਸਪੋਰਟਸ ਹੈਗੀਆਂ। ਪਰ ਤੁਸੀਂ ਦੇਖ ਸਕਦੇ ਹੋ ਕਿਉਂ? ਕਿਉਂਕਿ ਉਹਨਾਂ ਨੇ ਇੱਕ ਤਰ੍ਹਾਂ ਦੀ ਕਾਮਨ ਸੈਟ ਰੂਲਸ ਬਣਾਤੇ ਆ, ਤੇ ਜਿੰਨਾ ਚਿਰ ਉਹ ਰੂਲਸ ਦੇ ਅੰਦਰ ਉਹ ਖੇਡਦੇ ਆ ਉਹਨਾਂ ਚਿਰ ਉਹ ਗੇਮ ਚੱਲੀ ਜਾਂਦੀ ਹੈ। ਸੋ ਇਹੀ ਕਨਸੈਪਟ ਕਿਵੇਂ ਆਪਾਂ ਕੰਪਿਊਟਰ ਦੇ ਅੰਦਰ ਲਾਗੂ ਕਰ ਸਕਦੇ ਹਾਂ, ਇਹ ਕੁਝ ਕੰਪਿਊਟਰ ਵਾਲੇ ਨੇ ਸੋਚਿਆ। ਸੋ ਹੁਣ ਇਹ ਕਿਵੇਂ ਕਰਦੇ ਆ, ਜਦ ਸਾਰੇ ਕੰਪਿਊਟਰ ਦੇ ਉੱਤੇ ਇੱਕ ਤਰ੍ਹਾਂ ਦਾ ਰੂਲ ਸੈੱਟ ਕਰ ਦਿੰਦੇ ਆ। ਹੁਣ ਆਪਾਂ ਕਿਵੇਂ
ਇਸ ਸਿਸਟਮ ਦੇ ਅੰਦਰ ਕੀ ਕੰਮ ਕਰਨਾ, ਕਿਵੇਂ ਪਤਾ ਲੈਣਾ ਵੀ ਕਿ ਕਿਹਦੇ ਕੋਲੇ ਸਹੀ ਇਨਫੋਰਮੇਸ਼ਨ ਆ, ਕਿਵੇਂ ਅਗਰੀ ਕਰਨਾ ਵੀ ਇਹ ਬੰਦੇ ਨੇ ਸਹੀ ਇਨਫੋਰਮੇਸ਼ਨ ਅੰਦਰ ਪਾਈ ਜਾਂ ਨਹੀਂ ਪਾਈ, ਇੱਕ ਤਰ੍ਹਾਂ ਦਾ ਰੂਲ ਸੈਟ ਤਿਆਰ ਕਰ ਲੈਂਦੇ ਨੇ। ਤੇ ਹੋਰ ਇੱਕ ਇੰਪੋਰਟੈਂਟ ਗੱਲ ਆ, ਜਿਹੜਾ ਡਿਸਟ੍ਰੀਬਿਊਟਡ ਲੈਜਰ ਹੈਗਾ, ਡਿਸਟ੍ਰੀਬਿਊਟਡ ਸਿਸਟਮ ਦੇ ਥੱਲੇ ਕਾਫੀ ਚੀਜ਼ਾਂ ਨੇ, ਪਰ ਮੈਂ ਉਹ ਸਾਰਿਆਂ ਦੇ ਅੰਦਰ ਬਾਲਾ ਅੰਦਰ ਡਿਟੇਲ ਚ ਨਹੀਂ ਜਾਊਂਗਾ। ਪਰ ਡਿਸਟ੍ਰੀਬਿਊਟਡ ਸਿਸਟਮ ਦੇ ਥੱਲੇ ਇੱਕ ਇੰਪੋਰਟੈਂਟ ਸੈਕਸ਼ਨ ਆ ਡਿਸਟ੍ਰੀਬਿਊਟਡ ਲੈਜਰ ਟੈਕਨੋਲੋਜੀ। ਦੀ ਲੈਜਰ ਮਤਲਬ ਤੁਸੀਂ ਕਿਵੇਂ ਅਕਾਊਂਟਸ ਨੂੰ ਡਿਸਟ੍ਰੀਬਿਊਟ ਕਰ ਸਕਦੇ ਹੋ। ਜਿਵੇਂ ਬਿਟਕੋਇਨ ਦੀ ਟੈਕਨੋਲੋਜੀ ਹੈ, ਉਹ ਕਿਵੇਂ ਕਰਦੀ ਹੈ ਡਿਸਟ੍ਰੀਬਿਊਟ, ਉਹ ਸਾਰਾ ਜਿੰਨੇ ਵੀ ਜਿਹੜਾ ਖਾਤਾ ਗਾ, ਉਹ ਸਾਰਾ ਜਿੰਨੇ ਵੀ ਲੋਕ ਅੰਦਰ ਕੰਪਿਊਟਰ ਅੰਦਰ ਜੁੜੇ ਹੋਏ ਆ, ਜਿਨ੍ਹਾਂ ਨੇ ਲੋਕਾਂ ਨੇ ਉਹ ਕੰਪਿਊਟਰ ਦਾ ਸਿਸਟਮ ਡਾਊਨਲੋਡ ਕੀਤਾ ਹੋਇਆ ਤੇ ਉਹ ਚਲਾ ਰਹੇ ਆ ਬਿਟਕੋਇਨ ਦਾ ਸਿਸਟਮ, ਸਾਰਿਆਂ ਕੋਲੇ ਉਹੀ ਖਾਤਾ, ਸੇਮ ਖਾਤਾ ਰੱਖਿਆ ਹੋਊਗਾ। ਤੇ ਜਦੋਂ ਵੀ ਕੋਈ ਨਵਾਂ ਅੰਦਰ ਟ੍ਰਾਂਜੈਕਸ਼ਨ ਕਰ ਰਿਹਾ ਜਾਂ ਕੋਈ ਵੀ ਪੈਸੇ ਮੂਵ ਕਰ ਰਿਹਾ ਇੱਕ ਅਕਾਊਂਟ ਤੋਂ ਦੂਜੇ ਅਕਾਊਂਟ, ਸਾਰਿਆਂ ਕੋਲੇ ਉਹ ਇਨਫੋਰਮੇਸ਼ਨ ਹੈਗੀ ਆ ਵੀ ਇਹ ਬੰਦਾ ਮੂਵ ਕਰ ਰਿਹਾ। ਤੇ ਉਹ ਸਾਰਿਆਂ ਦੇ ਕੰਪਿਊਟਰ, ਬੰਦਾ ਕੋਈ ਨਹੀਂ ਕੰਮ ਕਰ ਰਿਹਾ ਅੰਦਰ, ਸਿਰਫ ਉਹਨਾਂ ਨੇ ਸਿਰਫ ਸੌਫਟਵੇਅਰ ਡਾਊਨਲੋਡ ਕਰਕੇ ਰੱਖਤਾ ਕੰਪਿਊਟਰ ਦੇ ਅੰਦਰ, ਉਹਨਾਂ ਦੇ ਕੰਪਿਊਟਰ ਚੈੱਕ ਕਰ ਰਹੇ ਨੇ ਵੀ ਇਹਦੇ ਕੋਲੇ ਆਹ ਪੈਸੇ ਹੈਗੇ ਸੀ ਪਹਿਲਾਂ ਇਹ ਟ੍ਰਾਂਜੈਕਸ਼ਨ ਕਰਨ ਵਾਸਤੇ, ਕੀ ਇਹ ਭੇਜ ਸਕਦਾ ਉਹ ਦੂਜੇ ਅਕਾਊਂਟ ਨੂੰ। ਅਗਰ ਭੇਜਤਾ, ਅਗਰ ਉਹ ਪੈਸੇ ਭੇਜਤੇ, ਉਹਨੂੰ ਰਿਕਾਰਡ ਕਰ ਲੈਂਦੇ ਆ ਵੀ ਹਾਂ ਇਹਨੇ ਭੇਜਤੇ ਆ ਪੈਸੇ, ਆ ਰਿਕਾਰਡ ਕਰ ਲੈਂਦੇ। ਅਗਰ ਇਹੀ ਸਟੋਰੀ ਲਾਈ ਜਾਏ ਤਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਡਿਸਟ੍ਰੀਬਿਊਟਡ ਲੈਜਰ ਆ, ਇਹ ਆਪਣੇ ਪਿੰਡਾਂ 'ਚ ਜਿਹੜੇ ਪੰਚਾਇਤਾਂ ਨਹੀਂ ਹੁੰਦੀਆਂ ਸੀਗੀਆਂ, ਅੱਜ ਸਭ ਤੋਂ ਜ਼ਰੂਰੀ ਡਿਸਟ੍ਰੀਬਿਊਟਡ ਲੈਜਰਸ ਇਹ ਨੇ ਪੁਰਾਣੇ ਟਾਈਮਾਂ ਦੇ, ਕਿਉਂਕਿ ਇਹਨਾਂ ਨੂੰ ਸਾਰਾ ਦਾ ਪਤਾ ਸੀਗਾ ਵੀ ਕਿਹਦਾ ਕੀ ਆ, ਕਿਹਦੇ ਜ਼ਮੀਨ ਕਿੱਥੇ ਆ, ਕਿਹਨੇ ਕਿਹਦਾ ਲੈਣਾ ਦੇਣਾ ਗਾ, ਕਿੰਨੇ ਪੈਸੇ ਆ। ਹੁਣ ਤੁਸੀਂ ਲੱਗ ਜਾਓ, ਇਹ ਪੁਰਾਣਾ ਡਿਸਟ੍ਰੀਬਿਊਟਡ ਸਿਸਟਮ ਪੰਜਾਬ 'ਚ ਇਹ ਸੀਗਾ, ਸਾਰੀ ਦੁਨੀਆ ਪਰ 'ਚ ਇਹ ਸੀਗਾ। ਸਾਰਿਆਂ ਨੂੰ ਪਤਾ ਸੀ ਵੀ ਕਿਹਦਾ ਕੀ, ਕਿੰਨਾ ਗਾ, ਕਿੰਨੀ ਜ਼ਮੀਨ ਆ, ਕਿੰਨਾ ਪੈਸਾ, ਕਿੰਨਾ ਲੈਣਾ ਦੇਣਾ ਗਾ। ਕੱਲ ਨੂੰ ਅਗਰ ਕੋਈ ਆ ਕੇ ਕਹਦੇ ਵੀ ਆਹ ਜ਼ਮੀਨ ਕਿਹਦੀ ਆ, ਉਹਨਾਂ ਨੂੰ ਪਤਾ ਵੀ ਇਹ ਆਹ ਬੰਦੇ ਦੀ ਆ। ਨਾਲੇ ਹਰਪ੍ਰੀਤ, ਇੱਕ ਇਹ ਵੀ ਗੱਲ ਤੁਸੀਂ ਬੜੀ ਚੰਗੀ ਕਹੀ ਪੰਚਾਇਤ ਬਾਰੇ। ਹਰ ਪਿੰਡ ਦੇ ਵਿੱਚ ਉਹਨਾਂ ਦੀ ਪੰਚਾਇਤ ਹੁੰਦੀ ਹੈ ਹੈਨਾ, ਤੇ ਹਰ ਪਿੰਡ ਦੇ ਵਿੱਚ ਉਹ ਰੂਲਸ ਲਾਗੂ ਨੇ ਕਿ ਪੰਚਾਇਤ ਨੇ ਇਹ ਉਹਨਾਂ ਦਾ ਰੋਲ ਹੈ, ਪੰਚਾਇਤ ਨੇ ਇਹ ਕਰਨਾ ਹੈ, ਤੇ ਬਾਕੀ ਸਾਰੇ ਲੋਕੀ ਉਹ ਰੂਲਸ ਨੂੰ ਮੰਨਦੇ ਨੇ। ਜਿਵੇਂ ਕ੍ਰਿਕਟ ਹੈ, ਤੇ ਇਟਸ ਅ ਵੈਰੀ ਸੋਰਟ ਆਫ ਇੰਟਰਸਟਿੰਗ ਤੁਸੀਂ ਜਿਹੜਾ ਕੰਟਰਾਸਟ ਬਣਾਇਆ। ਜਾਂ ਕਿਉਂਕਿ ਹੁਣ ਇਹੀ ਅਗਰ ਲਾਇਆ ਜਾਵੇ, ਕਿਉਂਕਿ ਅਗਰ ਇੱਕ ਸਰਕਾਰ ਦੇ ਉੱਤੇ ਉਹ ਅਗਰ ਪੋਪੂਲੇਸ਼ਨ ਕਾਫੀ ਵੱਡੀ ਆ, ਪੋਪੂਲੇਸ਼ਨ ਕਾਫੀ ਦੂਰ ਦੂਰ ਤੱਕ ਫੈਲੀ ਹੋਈ ਹੈ ਨਾ, ਸੋ ਹੁਣ ਉਹ ਪੋਪੂਲੇਸ਼ਨ ਨੂੰ ਕਿਵੇਂ ਕੰਟਰੋਲ ਕਰਿਆ ਜਾਵੇ। ਉਹਨਾਂ ਨੂੰ ਜ਼ਰੂਰ ਇੱਕ ਤਰ੍ਹਾਂ ਦਾ ਡੀਸੈਂਟਰਲਾਈਜ਼ ਆਰਗੇਨਾਈਜ਼ਿੰਗ ਕਮਿਊਨਿਟੀ ਚਾਹੀਦੀ ਆ। ਸੋ ਹੁਣ ਇੱਥੇ ਅਗਰ ਹਰੇਕ ਪਿੰਡ 'ਚ ਇੱਕ ਪੰਚਾਇਤ ਆ, ਪੰਚਾਇਤ ਦਾ ਕੋਈ ਲੀਡਰ ਆ, ਸਰਪੰਚ ਆ, ਸੋ ਉਹਦੇ ਨਾਲ ਉਹ ਸਰਪੰਚ ਉਹ ਕਮਿਊਨਿਟੀ ਦਾ ਕੀ ਦੇਖ ਰੇਖ ਕਰਦਾ ਗਾ, ਸੋ ਉਹਦੇ ਨਾਲ ਉਹ ਕਮਿਊਨਿਟੀ ਦਾ ਕੀ ਇੱਕ ਤਰ੍ਹਾਂ ਦਾ ਸਿਸਟਮ ਬਣਿਆ ਰਹਿੰਦਾ। ਪਰ ਇਹ ਸਰਕਾਰਾਂ ਤੋਂ ਪਹਿਲਾਂ, ਜੋ ਪਹਿਲਾਂ ਵਾਲੇ ਟਾਈਮਾਂ 'ਚ ਵੀ ਬ੍ਰਿਟਿਸ਼ ਰਾਜ ਵੇਲੇ ਜਾਂ ਉਹ ਤੋਂ ਪਹਿਲਾਂ ਜ਼ਿਆਦਾਤਰ ਲੋਕਾਂ ਕੋਲੇ ਫਿਰ ਵੀ ਪੰਚਾਇਤਾਂ ਹੁੰਦੀਆਂ ਸੀਗੀਆਂ। ਲੋਕੀ ਆਪ ਵੀ ਚਾਹੁੰਦੇ ਆ ਵੀ ਇੱਕ ਤਰ੍ਹਾਂ ਦਾ ਸਿਸਟਮ ਬਣਿਆ ਰਵੇ, ਤੇ ਉਹ ਪੰਚਾਇਤਾਂ ਇਸ ਤਰ੍ਹਾਂ ਦਾ, ਉਹਨਾਂ ਕੋਲੇ ਫਾਈਨੈਂਸ ਦਾ ਵੀ ਸਿਸਟਮ ਹੁੰਦਾ ਸੀ। ਉਹਨਾਂ ਨੂੰ ਵੀ ਇਹ ਵੀ ਪਤਾ ਸੀ ਵੀ ਕਿਹਨਾਂ ਕੋਲੇ ਕਿੰਨੀ ਪ੍ਰਾਪਰਟੀ ਆ, ਵੀ ਕਿਹਨਾਂ ਕੋਲੇ ਕੀ ਆ, ਕਿੰਨਾ ਖਰਚਾ ਗਾ, ਅਗਰ ਕਿਸੇ ਦੀ ਮਦਦ ਕਰੇ ਤਾਂ ਕਿਵੇਂ ਮਦਦ ਕਰੇ, ਜਾਂ ਕੌਣ ਮਦਦ ਕਰ ਸਕਦਾ, ਕੌਣ ਡੋਨੇਸ਼ਨ ਕਰ ਸਕਦਾ, ਜਾਂ ਕੌਣ ਲੋਨ ਦੇ ਸਕਦਾ। ਸੋ ਉਹਨਾਂ ਨੂੰ ਸਾਰਿਆਂ ਨੂੰ ਪਤਾ ਸੀਗਾ। ਸੋ ਇਸ ਤਰ੍ਹਾਂ ਦਾ ਜਦੋਂ ਸਾਰਿਆਂ ਨੂੰ ਇਨਫੋਰਮੇਸ਼ਨ ਦਾ ਪਤਾ, ਸਾਰਿਆਂ ਨੂੰ ਇਹ ਕੋਈ ਅੰਦਰ ਆ ਕੇ ਝੂਠ ਨਹੀਂ ਮਾਰ ਸਕਦਾ। ਚਲੋ ਅਗਰ ਤੁਹਾਡੇ ਸਾਰੇ ਪਿੰਡ ਨੂੰ ਪਤਾ ਵੀ ਆਹ ਜ਼ਮੀਨ ਰਵਨੀਤ ਦੀ ਆ ਫੋਰ ਐਗਜ਼ਾਮਪਲ, ਸੋ ਸਾਰਿਆਂ ਨੂੰ ਪਤਾ ਵੀ ਆਹ ਟੁਕੜਾ ਜ਼ਮੀਨ ਰਵਨੀਤ ਦਾ, ਕੱਲ ਨੂੰ ਕੋਈ ਆ ਕੇ ਕਹਿ ਨਹੀਂ ਸਕਦਾ ਵੀ ਹਰਪ੍ਰੀਤ ਦਾ ਗਾ, ਕਿਉਂਕਿ ਸਾਰਾ ਪਿੰਡ ਲੜੂਗਾ ਆ ਕੇ, ਕਹਿੰਦਾ ਨਹੀਂ ਇਹ ਰਵਨੀਤ ਦੀ ਆ, ਹੁਣ ਕਿਵੇਂ ਹਰਪ੍ਰੀਤ ਦੀ ਹੋਗੀ। ਉਸੇ ਤਰ੍ਹਾਂ ਅਗਰ ਤੁਸੀਂ ਡਿਸਟ੍ਰੀਬਿਊਟਡ ਲੈਜਰ ਦੀ ਗੱਲ ਕਰੋ, ਸਾਰਿਆਂ ਕੋਲੇ ਉਹ ਇਨਫੋਰਮੇਸ਼ਨ ਸਾਂਭੀ ਵੀ ਆ। ਉਹ ਕੰਪਿਊਟਰ, ਸਾਰੇ ਕੰਪਿਊਟਰਾਂ ਨੂੰ ਅਗਰ ਤੁਸੀਂ ਕੀ ਹੈਕ ਕਰ ਸਕੇ, ਫੇਰ ਹੀ ਜਾ ਕੇ ਇਨਫੋਰਮੇਸ਼ਨ ਬਦਲ ਸਕਦੇ ਹੋ। ਜਿਵੇਂ ਉਹੀ ਪਿੰਡ ਦਾ ਕਨਸੈਪਟ ਲੈ ਲਿਓ, ਅਗਰ ਕਿਸੇ ਨੇ ਉਹ ਕੀ ਆ ਕੇ ਛੇੜਛਾੜ ਕਰਨੀ ਸੀ, ਉਹਨੂੰ ਸਾਰੇ ਪਿੰਡ ਵਾਲਿਆਂ ਨੂੰ ਮਨਾਉਣਾ ਪੈਣਾ, ਭਾਵੇਂ ਪੈਸਾ ਦੇ ਕੇ ਮਨਾਵੇ ਜਾਂ ਗੱਲਾਂ ਨਾਲ ਮਨਾਵੇ, ਕਿਸੇ ਨਾਲ ਮਨਾ ਕੇ ਫੇਰ ਹੀ ਜਾ ਕੇ ਸਾਰੇ ਲੋਕੀ ਇਹ ਹਾਮੀ ਭਰ ਸਕਣਗੇ ਵੀ ਇਹ ਜ਼ਮੀਨ ਰਵਨੀਤ ਦੀ ਨਹੀਂ ਹਰਪ੍ਰੀਤ ਦੀ ਆ। ਅਗਰ ਉਹੀ ਤੁਹਾਡਾ ਅਕਾਊਂਟ ਲੈਜਰ ਆ, ਵੀ ਉਹੀ ਤੁਹਾਡਾ ਮੰਨਿਆ ਹੋਇਆ, ਐਗਜ਼ਾਮਪਲ ਕੋਈ ਡਾਕੂਮੈਂਟ ਨਹੀਂ ਗਏ ਉਸ ਟਾਈਮ ਤੇ, ਲੋਕਾਂ ਦੀ ਗੱਲਾਂ ਤੇ ਹੀ ਮੰਨਿਆ ਜਾਵੇ ਵੀ ਆਹ ਜ਼ਮੀਨ ਕਿਹਦੀ ਆ, ਫਿਰ ਉਹ ਜੇ ਅਗਰ ਰਵਨੀਤ ਦੇ ਵੰਜੂ ਤਾਂ ਉਹ ਪ੍ਰਾਪਰਟੀ ਗਈ, ਫਿਰ ਉਹਦੇ ਵੰਜੂ ਤਾਂ ਉਹ ਕੀ ਲੈਂਡ ਚਲੀ ਗਈ, ਮੇਰੇ ਕੋਲ ਆ ਗਈ ਹੁਣ, ਕਿਉਂਕਿ ਸਾਰੇ ਮੰਨ ਗਏ ਵੀ ਉਹ ਮੇਰੀ ਆ। ਪਰ ਉਸੇ ਤਰ੍ਹਾਂ ਆਹ ਟੈਕਨੋਲੋਜੀ ਵੀ ਡਿਜ਼ਾਈਨ ਕੀਤੀ ਗਈ ਆ ਵੀ ਹੁਣ ਕਿਵੇਂ ਆਹੀ ਜਿਹੜੇ ਕਨਸੈਪਟਸ ਨੇ ਆਹ ਡਿਸਟ੍ਰੀਬਿਊਟਡ ਟੈਕਨੋਲੋਜੀ ਦੇ, ਆ ਕੰਪਿਊਟਰ ਦੇ ਕਿਵੇਂ ਲਾਗੂ ਕਰ ਸਕੇ। ਸੋ ਉਸੇ ਤਰ੍ਹਾਂ ਜਿਹੜੇ ਡਿਸਟ੍ਰੀਬਿਊਟਡ ਲੈਜਰ ਟੈਕਨੋਲੋਜੀ ਨੇ, ਉਹ ਇਸ ਤਰ੍ਹਾਂ ਕਈ ਤਰ੍ਹਾਂ ਦੇ ਕਈ ਤਰੀਕੇ ਆ
ਉਹਨੂੰ ਇੰਪਲੀਮੈਂਟ ਕਰਨ ਦੇ ਤੱਕ ਤੁਸੀਂ ਦੇਖੋਗੇ ਕੁਝ ਕ੍ਰਿਪਟੋ ਕਰੰਸੀ ਕਹਿੰਦੇ ਵੀ ਆਪਾਂ ਬਲੌਕਚੇਨ ਆ, ਕੁਝ ਕਹਿੰਦੇ ਆ ਵੀ ਆਪਾਂ ਡੈਗ ਆ, ਕੁਝ ਕਹਿੰਦੇ ਆਪਾਂ ਹੈਸ਼ਗ੍ਰਾਫ ਆ, ਕੋਈ ਕਹਿੰਦਾ ਆਪਾਂ ਬਲੌਕ ਲੈਟਿਸ ਆ। ਉਹ ਅੱਡ ਅੱਡ ਦੀਆਂ ਟੈਕਨੋਲੋਜੀਆਂ ਦੱਸੀ ਜਾਂਦੇ ਨੇ। ਉਹਦਾ ਇਹ ਰੀਜ਼ਨ ਆ ਕਿਉਂਕਿ ਉਹ ਅੱਡ ਅੱਡ ਤਰੀਕੇ ਨਾਲ ਉਹਨਾਂ ਨੂੰ ਇੰਪਲੀਮੈਂਟ ਕੀਤੇ ਨੇ, ਅੱਡ ਅੱਡ ਤਰੀਕੇ ਨਾਲ ਉਹਨਾਂ ਨੇ ਯੂਜ਼ ਕੀਤਾ। ਸੋ ਅੱਜ ਜ਼ਿਆਦਾਤਰ ਲੋਕੀ ਬਲੌਕਚੇਨ ਦੀ ਗੱਲ ਕਰ ਰਹੇ ਨੇ ਕਿਉਂਕਿ ਬਲੌਕਚੇਨ ਸਭ ਤੋਂ ਪੁਰਾਣੀ ਆ, ਪਰ ਕਈ ਜ਼ਿਆਦਾ ਤਰੀਕੇ ਵੀ ਇੰਡੀਆ ਨਿਕਲ ਚੁੱਕੇ ਨੇ ਜਿਹੜੇ ਬਲੌਕਚੇਨ ਚੋਂ ਵੀ ਜ਼ਿਆਦਾ ਤੇਜ਼ ਆ, ਪਰ ਉਹ ਇੰਨੇ ਸਿਕਿਉਰ ਨਹੀਂ ਹੋ ਸਕਦੇ ਕਿਉਂਕਿ ਹਰ ਇੱਕ ਵਾਰੀ ਤੁਸੀਂ ਕੁਝ ਗੇਨ ਕਰਦੇ ਹੋ, ਕੁਝ ਲੂਜ਼ ਕਰਦੇ ਹੋ। ਅਗਰ ਗੱਡੀ ਤੇਜ਼ ਜਾ ਰਹੀ ਆ, ਉਹ ਤੇਜ਼ ਜਾ ਸਕਦੀ ਆ, ਪਰ ਉਹ ਸ਼ਾਇਦ ਇੰਨੀ ਸੇਫ ਨਾ ਹੋਵੇ ਕਿਉਂਕਿ ਤੇਜ਼ੀ ਤੇ ਤੁਸੀਂ ਅਗਰ ਕੁਝ ਥੋੜੀ ਜਿਹੀ ਵੀ ਗਲਤੀ ਨਾਲ ਡੈਮੇਜ ਹੋ ਸਕਦਾ। ਪਰ ਅਗਰ ਤੁਸੀਂ ਸਭ ਤੋਂ ਜ਼ਿਆਦਾ ਸਿਕਿਉਰ ਗੱਡੀ ਲੈਣੀ ਆ, ਫਿਰ ਤੁਸੀਂ ਜ਼ਿਆਦਾ ਭਾਰੀ ਗੱਡੀ ਲੈਂਦੇ ਹੋ, ਤੁਸੀਂ ਜ਼ਿਆਦਾ ਆਮਦ ਗੱਡੀ ਲੈਂਦੇ ਹੋ। ਐਗਜ਼ਾਮਪਲ ਤੁਸੀਂ ਪੈਸੇ ਮੂਵ ਕਰਨੇ ਆ ਜਾਂ ਇੰਪੋਰਟੈਂਟ VIP ਨੂੰ ਮੂਵ ਕਰਨਾ, ਫਿਰ ਲੋਕੀ ਆਮਦ ਗੱਡੀ ਲੈਂਦੇ ਆ। ਕੋਈ ਵੀ ਨੋਰਮਲ ਐਗਜ਼ਾਮਪਲ ਲੱਗੇ ਕਿ ਲੋਕਾਂ ਨੇ ਪੈਸੇ ਮੂਵ ਕਰਨੇ ਆ, ਜ਼ਿਆਦਾਤਰ ਲੋਕੀ ਆਮ ਗੱਡੀਆਂ 'ਚ ਨਹੀਂ ਕਰਦੇ, ਲੋਕੀ ਆਮਦ ਗੱਡੀ ਲੈਂਦੇ ਆ, ਟਰੱਕ ਲੈਂਦੇ ਆ, ਲਾਈਕ ਜਿਹਦੇ ਅੰਦਰ ਉਹ ਜ਼ਿਆਦਾ ਸੇਫਟੀ ਹੋਵੇ। ਕੋਈ ਵੀ ਬੰਦਾ ਬਾਈਸਕਲ ਤੇ ਚੱਕ ਕੇ ਪੈਸੇ ਨਹੀਂ ਮੂਵ ਕਰਦਾ ਬੈਂਕ ਦੇ, ਕਿਉਂਕਿ ਉਹਨੂੰ ਪਤਾ ਕਿ ਕੋਈ ਵੀ ਖੋ ਕੇ ਲੈ ਜਾਓ ਰਸਤੇ ਤੋਂ। ਕਿਉਂਕਿ ਉਹ ਉਸੇ ਤਰ੍ਹਾਂ ਟੈਕਨੋਲੋਜੀ ਦੇ ਅੰਦਰ ਵੀ ਇਹ ਦੇਖਣਾ ਚਾਹੀਦਾ ਵੀ ਕੌਣ ਸੀ ਟੈਕਨੋਲੋਜੀ ਕਿੰਨੀ ਸਿਕਿਉਰਿਟੀ ਹੈ, ਕਿੰਨੀ ਸੇਫਟੀ, ਕਿੰਨੀ ਸਪੀਡ ਚਾਹੀਦੀ ਹੈ। ਸੋ ਅਲੱਗ ਅਲੱਗ ਆਪਸ਼ਨ ਹੈ। ਉਸੇ ਤਰ੍ਹਾਂ ਤੁਸੀਂ ਗੱਡੀ ਦੇ ਵਿੱਚ ਜਦੋਂ ਗੱਡੀ ਲੈਂਦੇ ਵੇਲੇ ਸੋਚਦੇ ਹੋ ਵੀ ਇਹ ਗੱਡੀ ਦਾ ਲੈਦਾ ਫਾਇਦਾ ਕੀ ਆ, ਇਹਦੇ ਕੀ ਯੂਜ਼ਸ ਆ, ਉਸ ਤਰ੍ਹਾਂ ਵੀ ਟੈਕਨੋਲੋਜੀ ਦੇ ਬਾਰੇ ਵੀ ਸੋਚਣਾ ਪੈਂਦਾ ਵੀ ਹੁਣ ਅਗਰ ਇਹ ਟੈਕਨੋਲੋਜੀ ਮੈਂ ਵਰਤਣਾ, ਇਹਦਾ ਕੋਈ ਫਾਇਦਾ, ਇਹਦਾ ਯੂਜ਼ ਕੀ ਆ, ਇਹ ਮੈਨੂੰ ਉਹ ਚੀਜ਼ਾਂ ਮੇਰੀਆਂ ਉਹ ਪ੍ਰੋਬਲਮਾਂ ਸੋਲਵ ਕਰ ਸਕਦੀ ਜਾਂ ਨਹੀਂ। ਸੋ ਬਲੌਕਚੇਨ ਇੱਕ ਤਰ੍ਹਾਂ ਦਾ ਅਗਰ ਲਾਇਆ ਜਾਵੇ ਉਹਦੇ ਨਾਂ ਦੇ ਅੰਦਰ ਹੀ ਉਹਦਾ ਆਨਸਰ ਆ ਬਲੌਕ, ਇਨਫੋਰਮੇਸ਼ਨ ਬਲੌਕਸ ਦੇ ਅੰਦਰ ਰੱਖ ਕੇ ਇੱਕ ਦੂਜੇ ਨਾਲ ਚੇਨ ਕੀਤੀਆਂ ਹੋਈਆਂ ਨੇ, ਉਹ ਬਲੌਕਚੇਨ ਹੈ। ਇੱਕ ਤਰ੍ਹਾਂ ਦਾ ਸਿਰਫ ਡੇਟਾ ਸਟਰਕਚਰ ਹੈ। ਮੈਨੂੰ ਪਤਾ ਮੈਂ ਟਾਈਮ ਦੇ ਪਿੱਛੇ ਅੱਗੇ ਕਾਫੀ ਟਾਈਮ ਲਾਇਆ, ਸੋ ਮੈਂ ਪਿਛਲੇ ਅਗਲੀਆਂ ਸਲਾਈਡਾਂ ਥੋੜਾ ਜਿਹਾ ਤੇਜ਼ ਚੱਲੂਗਾ ਇਹਨਾਂ ਦੇ ਉੱਤੇ ਕਿਉਂਕਿ ਜਿਹੜਾ ਮੇਨ ਪਹਿਲਾਂ ਵਾਲਾ ਹਿੱਸਾ ਸੀ ਉਹ ਜ਼ਿਆਦਾ ਇੰਪੋਰਟੈਂਟ ਸੀ। ਅਗਰ ਤੁਹਾਨੂੰ ਉਹਦਾ ਥੋੜਾ ਜਿਹਾ ਇਨਫੋਰਮੇਸ਼ਨ ਪਤਾ ਚੱਲ ਗਿਆ, ਉਹਦੇ ਨਾਲ ਤੁਹਾਨੂੰ ਇਹ ਅਗਲੇ ਪਾਰਟਸ ਵੀ ਥੋੜੇ ਜਿਹੇ ਸੌਖੇ ਹੋ ਜਾਣਗੇ ਪਤਾ ਲੈਣ ਵਾਸਤੇ। ਪਰ ਬਲੌਕਚੇਨ ਕੀ ਹੈ? ਇੱਕ ਜਸਟ ਨया ਤਰੀਕਾ ਗਾ, it's just a new data structure. Sorry, I think the spelling is wrong there. It is wrong. I think I might have missed it. ਇੱਕ ਜਸਟ ਨया ਤਰੀਕਾ ਗਾ ਵੀ ਇੱਕ ਨया ਡਾਟਾ ਸਟਰਕਚਰ ਆ, ਨਵਾਂ ਤਰੀਕਾ ਗਾ ਡੇਟਾ ਨੂੰ ਸਾਂਭਣ ਵਾਸਤੇ। ਅਗਰ ਤੁਸੀਂ ਦੇਖੋਗੇ ਵੀ ਕਿਵੇਂ, ਅਗਰ ਤੁਹਾਡੀ ਡੇਲੀ ਲਾਈਫ 'ਚ ਇਹ ਦੇਖੋਗੇ ਵੀ ਕਿਵੇਂ ਲੋਕਾਂ ਨੇ ਚੀਜ਼ਾਂ ਸਾਂਭੀਆਂ ਹੋਈਆਂ। ਅਗਰ ਤੁਸੀਂ ਹਸਪੀਟਲ 'ਚ ਜਾ ਕੇ ਦੇਖੋ ਫਾਈਲ ਸਿਸਟਮ, ਉਹਨਾਂ ਨੇ ਫਾਈਲਾਂ ਕਿਵੇਂ ਸਾਂਭੀਆਂ ਹੋਈਆਂ। ਲਾਇਬ੍ਰੇਰੀ 'ਚ ਬੁੱਕ ਦੇਖੋ, ਸੇਲਸ ਜਗ੍ਹਾ ਤੇ ਬੁੱਕ ਦੇਖੋ ਕਿਵੇਂ ਉਹਨਾਂ ਨੇ ਸਾਂਭਿਆ ਹੋਇਆ। ਹਰੇਕ ਵਾਰੀ ਉਹ ਸਾਂਭਣ ਦਾ ਤਰੀਕਾ, ਉਹਦੇ ਪਿੱਛੇ ਕੋਈ ਰੀਜ਼ਨ ਹੁੰਦਾ। ਲਾਇਬ੍ਰੇਰੀ 'ਚ ਉਹ ਆਰਡਰ ਕਰਕੇ ਰੱਖਦੇ ਆ ਵੀ ਤੈਨੂੰ ਬੁੱਕ ਪੜ੍ਹਨਾ ਸੌਖਾ ਹੋਵੇ। ਸੇਮ ਹਸਪੀਟਲ ਦੇ ਅੰਦਰ ਵੀ ਉਹ ਕੋਡ ਕਰਕੇ ਰੱਖਦੇ ਆ ਵੀ ਹੁਣ ਇਹਨੂੰ ਪਾਲ ਸਕੀਏ ਸੌਖੀ ਤਰ੍ਹਾਂ। ਪਰ ਜਦੋਂ ਤੁਸੀਂ ਸੇਲਸ ਗੈਲਰੀ ਜਾਂਦੇ ਹੋ, ਉਹਨਾਂ ਨੇ ਮੋਰੀ ਮੈਗਜ਼ੀਨ ਛੱਟੀਆਂ ਹੁੰਦੀਆਂ ਨੇ, ਪਿੱਛੇ ਬੁੱਕ ਰੱਖੇ ਹੁੰਦੇ ਨੇ, ਉਹਨਾਂ ਨੇ ਅੱਡ ਅੱਡ ਸੈਕਸ਼ਨ ਬਣਾਏ ਹੁੰਦੇ ਨੇ, ਜਿਹਦੇ ਜ਼ਿਆਦਾ ਵਿਕਦੀਆਂ ਉਹ ਮੂਹਰੇ ਰੱਖ ਦਿੰਦੇ ਆ, ਜੇ ਘੱਟ ਵਿਕਦੇ ਉਹ ਪਿੱਛੇ ਪਾ ਦਿੰਦੇ ਆ। ਸੋ ਇਹਦੇ ਨਾਲ ਅੱਡ ਅੱਡ ਰੀਜ਼ਨਸ ਹੁੰਦੇ ਆ ਚੀਜ਼ਾਂ ਨੂੰ ਸਟਰਕਚਰ ਕਰਨ ਵਾਸਤੇ ਜਾਂ ਆਰਡਰ ਕਰਨ ਵਾਸਤੇ। ਉਸੇ ਤਰ੍ਹਾਂ ਕੰਪਿਊਟਰ ਦੇ ਅੰਦਰ ਵੀ ਅਗਰ ਤੁਸੀਂ ਜ਼ਿਆਦਾ ਆਰਡਰ ਛੇਤੀ ਲੈਣਾ, ਜ਼ਿਆਦਾ ਆਡਿਟ ਸਿਸਟਮ ਕਰ ਸਕਦੇ ਆ। ਪਰ ਜੇ ਤੁਸੀਂ ਚੀਜ਼ਾਂ ਲੈਣੀਆਂ, ਐਗਜ਼ਾਮਪਲ ਤੁਸੀਂ ਦੇਖੋਗੇ ਜਿਵੇਂ ਕਿਵੇਂ ਜ਼ਿਆਦਾਤਰ ਸਿਸਟਮ ਜਾਂ ਜਦੋਂ ਕੋਈ ਵੀ ਮਾਰਕੀਟ ਹੋਵੇ, ਉੱਥੇ ਇੰਨਾ ਆਰਡਰ ਨਹੀਂ ਹੁੰਦਾ ਜ਼ਿਆਦਾਤਰ। ਲੋਕੀ ਕਾਫੀ ਕੇਓਸ ਹੁੰਦਾ ਉੱਥੇ, ਕਾਫੀ ਲੋਕ ਉੱਥੇ ਰੌਲਾ ਹੋਈ ਜਾਂਦਾ, ਲੋਕੀ ਚੀਜ਼ਾਂ ਅੰਦਰ ਆਈ ਜਾਂਦੀਆਂ, ਲੋਕੀ ਚੀਜ਼ਾਂ ਬਾਹਰ ਜਾਈ ਜਾਂਦੀਆਂ ਨੇ। ਸੋ ਲੋਕੀ ਜ਼ਿਆਦਾਤਰ ਚੱਕ ਕੇ ਚੀਜ਼ਾਂ ਰੱਖੀ ਜਾਂਦੇ ਆ ਬਸ। ਜਾਂ ਕੋਈ ਮਾਲ ਦੀ ਫੈਸਿਲਿਟੀਜ਼ ਹੋਵੇ ਪਿੱਛੇ, ਲੋਕੀ ਪਹਿਲਾਂ, ਕਿਉਂਕਿ ਉਹਨਾਂ ਦਾ ਸਭ ਤੋਂ ਇੰਪੋਰਟੈਂਟ ਵੀ ਚੀਜ਼ਾਂ ਰੱਖੀਏ ਪਹਿਲਾਂ, ਬਾਅਦ 'ਚੋਂ ਆਰਡਰ ਕਰ ਲਾਂਗੇ। ਸੋ ਉਸ ਤਰ੍ਹਾਂ 'ਚ ਜ਼ਿਆਦਾ ਡਿਸਆਰਡਰਡ ਸਟੋਰੇਜ ਹੁੰਦੀ ਹੈ ਤੇ ਆਡਿਟ ਸਟੋਰੇਜ ਹੁੰਦੀਆਂ ਨੇ। ਇਹ ਸਟੋਰੀ ਮੈਨੂੰ ਥੋੜ੍ਹੀ ਜਿਹੀ ਆਪਦੀ ਮਾਮਿਆਂ ਦੀ ਗੱਲ ਯਾਦ ਆਉਂਦੀ ਹੈ ਇਹਨਾਂ ਦੇ ਉੱਤੇ, ਕਿਉਂਕਿ ਮੇਰੇ ਦੋ ਮਾਮੇ ਸੀ, ਦੋਨੇ ਲਾਇਰ ਸੀਗੇ। ਕਿਉਂਕਿ ਜਿੰਨਾ ਤੁਹਾਨੂੰ ਪਤਾ ਹੀ ਹੈ, ਮਲੇਸ਼ੀਆ, ਮੈਨੂੰ ਪਤਾ ਨਹੀਂ ਹੈ ਪੰਜਾਬ 'ਚ ਲਾਗੂ ਹੈ ਨਹੀਂ, ਪਰ ਜਿੰਨੇ ਵੀ ਮਲੇਸ਼ੀਆ 'ਚ ਪੰਜਾਬੀ ਨੇ ਉੱਥੇ ਸਿਰਫ 4 ਕਰੀਅਰਸ ਆਪਸ਼ਨ ਹੈ ਤੇਰੇ ਕੋਲੇ, ਭਾਵੇਂ ਤੂੰ ਲਾਇਰ ਬਣ ਜਾਂ ਡਾਕਟਰ ਬਣ ਜਾਂ ਇੰਜੀਨੀਅਰ ਬਣ, ਜਾਂ ਤੂੰ ਬੇਸਿਕਲੀ ਪੂਰੇ ਖਾਨਦਾਨ ਦੇ ਨਾਂ ਤੇ ਬਦਨਾਮੀ ਲਾਤੀ, ਕਿਉਂਕਿ ਤੂੰ ਇਹ ਤੰਨੇ ਜੋਬਾਂ ਦੇ ਅੰਦਰ ਹੈ ਨਹੀਂ ਗਾ। ਅਗਰ ਮੁੰਡਾ ਪਾਸ ਹੋ ਕੇ ਇੰਜੀਨੀਅਰ ਨਹੀਂ ਬਣਿਆ, ਮਤਲਬ ਤੂੰ ਕੰਮ ਸਹੀ ਨਹੀਂ ਕੀਤਾ ਕੋਈ। ਜਾਂ ਜੇ ਤੁਸੀਂ ਪੰਜਾਬ ਵਿੱਚ ਹੋ ਤੇ ਫਿਰ ਤੁਹਾਡਾ 6th ਆਪਸ਼ਨ ਹੈਗਾ ਕਿ ਤੁਸੀਂ ਕੈਨੇਡਾ ਜਾਂ ਅਮਰੀਕਾ ਜਾਓ। ਅਗਰ ਤੁਸੀਂ ਪੰਜਾਬ 'ਚ, ਫਿਰ ਤੁਹਾਨੂੰ ਉਹ ਵੀ ਆਪਸ਼ਨ ਹੈਗਾ। ਮਲੇਸ਼ੀਆ 'ਚ ਤਾਂ ਹੁਣ ਪਹਿਲਾਂ ਹੀ ਬਾਹਰ ਬੈਠੇ ਆ, ਹੁਣ ਉਹ ਕਿੱਥੇ ਹੋਰ ਕਿੱਥੇ ਬਾਹਰ ਜਾਓਗੇ, ਹੋਰ ਕਿੱਥੇ ਜਾਓਗੇ ਬੇਇੱਜ਼ਤੀ ਕਰਾਉਣ। ਸੋ ਹੁਣ ਉਹੀ ਉਹਦੇ ਕਰਕੇ ਆਪਣੇ ਆਪਸ਼ਨ ਕਰੀਅਰ ਦੇ ਕਾਫੀ ਘੱਟ ਆ। ਸੋ ਮੇਰੇ ਕਾਫੀ ਅੰਕਲ ਜ਼ਿਆਦਾ ਜਿਹੜੇ ਹੈਗੇ ਨੇ ਸਾਰਾ ਲਾਇਰ ਜਾਂ ਡਾਕਟਰ ਜਾਂ ਇੰਜੀਨੀਅਰ ਨੇ। ਸੋ ਮੈਂ 2 ਅੰਕਲਸ ਕੇ, ਦੋਨੇ ਭਰਾ, ਸਕੇ ਭਰਾ, ਜੁੜਵਾ ਸੀ ਨਾਲ। ਪਰ ਉਹਦਾ ਜੇ ਇੱਕ ਭਰਾ ਸੀਗਾ, ਉਹ ਜ਼ਿਆਦਾ ਇਸ
ਕੈਟਾਗਰੀ 'ਚ ਹੁੰਦਾ ਸੀ, ਜ਼ਿਆਦਾ ਆਡਿਟ ਸੀਗਾ। ਉਹ ਬੰਦਾ ਜ਼ਿਆਦਾ ਚੀਜ਼ਾਂ ਕੀ ਸਾਫ਼ ਕਰਕੇ, ਮੇਨਟੇਨ ਕਰਕੇ, ਆਰਗੇਨਾਈਜ਼ ਕਰਕੇ ਰੱਖਦਾ ਸੀਗਾ। ਤੇ ਉਹਦਾ ਜੁੜਵਾ ਭਰਾ ਉਹ ਪੂਰਾ ਡਿਸਆਰਗੇਨਾਈਜ਼, ਜਿਹਦੀ ਵੀ ਕੇਸ ਆਉਣੀ ਉਹਨੇ ਚੱਕ ਕੇ ਮੂਹਰੇ ਰੱਖ ਦੇਣੀ। ਕਿੱਥੇ ਉਹਦੇ ਜਦੋਂ ਉਹਦੇ ਕੀ ਆਫਿਸ 'ਚ ਜਾਂਦੇ ਸੀ, ਜਗ੍ਹਾ ਜਗ੍ਹਾ ਤੇ ਫਾਈਲਾਂ ਪਈਆਂ ਨੇ ਕਿ ਕਿਤੇ ਕਿਤੇ ਇਹ ਵੀ ਬਚਾ ਕੇ ਲੰਘਣਾ ਪਿਆ ਸੀ ਕਿ ਕਿਤੇ ਕੋਈ ਫਾਈਲ ਨਾ ਮਿਲਦੀ ਉਹਦੀ ਚੱਕ ਕੇ। ਸੋ ਇਹਦੇ ਨਾਲ ਪਤਾ ਚੱਲਦਾ ਸੀ ਦੋਨੇ ਅੰਕਲਾਂ ਦਾ ਕਿ ਜਿਵੇਂ ਦੋਨੇ ਮਾਮਿਆਂ ਦਾ ਕਿੰਨਾ ਸੁਭਾਅ ਅੱਡ ਸੀਗਾ। ਪਰ ਉਹਦੇ ਅੰਦਰ ਵੀ ਉਹਦੀ ਰੀਅਲ ਲਾਈਫ ਦੀ ਐਕਸਪੀਰੀਅੰਸ ਤੋਂ ਮੈਨੂੰ ਇਹ ਦੇਖਣਾ ਮਿਲਿਆ ਵੀ ਇਹ ਕਿ ਕਿਵੇਂ ਕੰਮ ਕਰਦੇ ਆ। ਜਾਂ ਮੇਰਾ ਮਾਮਾ ਜਿਹਾ ਜ਼ਿਆਦਾ ਆਡਿਟ ਸੀਗਾ, ਮਾਮਾ ਏ, ਮੈਂ ਉਹਨੂੰ ਇਹ ਕਹਿ ਦੇਣਾ ਇਸ ਟਾਈਮ ਤੇ। ਸੋ ਉਹ ਮਾਮਾ ਮੇਰਾ ਜ਼ਿਆਦਾ ਤੇਜ਼ ਸੀਗਾ। ਜਦੋਂ ਵੀ ਕੋਈ ਉਹਨੂੰ ਫੋਨ ਲਾਉਂਦਾ ਸੀਗਾ, ਉਹ ਸਿੱਧਾ ਕੇਸ ਫਾਈਲ ਕੱਢ ਕੇ ਉਹ ਦੱਸ ਦਿੰਦਾ ਸੀ ਵੀ ਹਾਂ ਹਾਂ ਇਹ ਗੱਲ ਹੋਈ ਸੀ, ਇਹ ਗੱਲ ਹੋਈ ਸੀ, ਆਪਾਂ ਹੁਣ ਇਹ ਕਰਾਂਗੇ। ਉਹਨੂੰ ਪਤਾ ਸੀ ਵੀ ਫਾਈਲਾਂ ਕਿੱਥੇ ਪਈਆਂ ਨੇ, ਵੀ ਕਿੰਨੇ ਕੇਸ ਹੈਗੇ ਉਹਦੇ ਕੋਲੇ। ਪਰ ਉਹਦੀ ਇੱਕ ਪ੍ਰੋਬਲਮ ਸੀ, ਉਹ ਜ਼ਿਆਦਾ ਟਾਈਮ ਲਾਉਂਦਾ ਸੀ ਸਾਰੀਆਂ ਫਾਈਲਾਂ ਤਿਆਰ ਕਰਨ ਨੂੰ। ਉਹਦੇ ਕੋਲ ਜ਼ਿਆਦਾ ਕੰਮ ਹੁੰਦਾ ਸੀ, ਰੋਜ਼ ਫਾਈਲਾਂ ਤਿਆਰ ਕਰਨੀਆਂ, ਉਹ ਕੇਸ ਕੱਟ ਲੈਂਦਾ ਸੀ ਫਿਰ। ਪਰ ਜਿਹੜਾ ਮੇਰਾ ਦੂਜਾ ਮਾਮਾ ਸੀ, ਜਿਹੜਾ ਕੇਸਾਂ ਦੀਆਂ ਫਾਈਲਾਂ ਇਕੱਠੀਆਂ ਕਰ ਕਰਕੇ ਛੱਟੀ ਜਾਂਦਾ ਸੀ ਕੋਰਨਰ 'ਚ, ਉਹ ਜ਼ਿਆਦਾ ਕੇਸ ਲੈਂਦਾ ਸੀ, ਉਹ ਜ਼ਿਆਦਾ ਕੇਸ ਲੜਦਾ ਸੀਗਾ। ਕਿਉਂਕਿ ਉਹਨੂੰ ਇਹ ਟੈਨਸ਼ਨ ਨਹੀਂ ਸੀ ਵੀ ਮੈਂ ਕੇਸ ਦੀਆਂ ਫਾਈਲਾਂ ਕਿਵੇਂ ਰੱਖਾਂ। ਉਹ ਸਿਰਫ ਕੇਸਾਂ ਦੇ ਚੱਕ ਕੇ ਉਹਨਾਂ ਨੇ ਫਾਈਲ ਇਕੱਠੀਆਂ ਕਰਕੇ ਇੱਕ ਪਾਸੇ ਛੱਡ ਦੇਣੀ ਆ, ਹੋਰ ਕੇਸ ਫੜ ਲੈਣਾ। ਪਰ ਜਿੱਦਾਂ ਉਹਨੂੰ ਕਿਸੇ ਦਾ ਕਾਲ ਆ ਗਿਆ ਵੀ ਇਹ ਕੇਸ ਦਾ ਹੋਇਆ ਕੀ ਹੈ, ਉਦੋਂ ਉਹਨੂੰ ਫਿਰ ਭਾਜੜ ਪੈਣੀ ਸੀ ਵੀ ਹੁਣ ਇਹਦੀ ਫਾਈਲ ਕਿੱਥੇ ਹੈ, ਇਹ ਬੰਦੇ ਦਾ ਕੇਸ ਲੜਨ ਜਾਣਾ ਗਾ। ਉਹਦੇ ਕਿਸੇ ਨਾ ਕਿਸੇ ਕੀ ਅਜੂਬੇ ਦੇ ਨਾਲ ਉਹਦੀ ਫਾਈਲ ਲੱਭ ਜਾਂਦੀ ਸੀ। ਪਰ ਜ਼ਿਆਦਾਤਰ ਜਿਹੜਾ ਉਹਦੀ ਜਗ੍ਹਾ ਗਈ ਉਸ ਜਗ੍ਹਾ ਤੇ ਤਾਂ ਮੈਨੂੰ ਲੱਗਦਾ ਕੋਈ ਵੀ ਫਾਈਲ ਲੱਭਣੀ ਨਹੀਂ ਚਾਹੀਦੀ। ਪਰ ਇਹ ਤਰੀਕੇ ਨਾਲ ਇਹ ਤੋਂ ਮੈਨੂੰ ਇਹ ਸਬਕ ਮਿਲਿਆ ਵੀ ਇਹੀ ਸਟਰਕਚਰ ਐਕਚੁਅਲੀ ਕੰਪਿਊਟਰ ਦੇ ਅੰਦਰ ਵੀ ਹੈ। ਜਿਹੜੇ ਆਰਡਰ ਸਟਰਕਚਰ ਹੈ ਇਹਨੂੰ ਆਪਾਂ MySQL ਕਹਿ ਦਿੰਦੇ ਹਾਂ। ਅਗਰ ਕੋਈ ਕੰਪਿਊਟਰ ਵਾਲਾ, ਅਗਰ IT ਵਾਲਾ ਬੰਦਾ, ਉਹਨੂੰ ਵੀ ਪਤਾ ਹੋਊਗਾ ਵੀ MySQL ਜਿਆਦਾ ਆਡਿਟ ਸਿਸਟਮ ਆ, ਹਰੇਕ ਚੀਜ਼ ਆਡਿਟ ਕਰਕੇ ਰੱਖੀ ਜਾਂਦੀ ਹੈ। ਜਿਹੜੀ NoSQL ਆ ਉਹ ਬਿਨਾਂ ਆਡਿਟ 'ਚੋਂ ਤੁਸੀਂ ਰੱਖ ਸਕਦੇ ਹੋ, ਪਰ ਉਹ ਜ਼ਿਆਦਾ ਤੇਜ਼ ਆ। ਜਿਵੇਂ ਜ਼ਿਆਦਾਤਰ ਹੁਣ ਬਾਹਲੇ ਦੀ ਨਵੀਂ ਟੈਕਨੋਲੋਜੀ ਆ, ਜਿਵੇਂ Facebook ਆ, YouTube ਆ, ਉਹ NoSQL ਆ, ਉਹ ਸਿੱਧਾ ਤੁਸੀਂ ਅਪਲੋਡ ਕਰਨੀ ਹੈ, ਸਿੱਧਾ ਅਪਲੋਡ ਕਰ ਸਕਦੇ ਆ। ਸੋ ਉਹਦੇ ਨਾਲ ਉਹ ਜ਼ਿਆਦਾ ਤੇਜ਼ ਆ ਉਹਦੇ ਸਿਸਟਮ, ਪਰ ਉਹ ਇੰਨੇ ਸਟਰਕਚਰਡ ਨਹੀਂ, ਕਿਉਂਕਿ ਉਹ ਜ਼ਿਆਦਾ ਲਿੰਕ ਨਹੀਂ ਪਾਲਦੇ ਇੱਕ ਦੂਜੇ ਦੇ ਅਰਾਊਂਡ। ਪਰ ਇਹ ਦੋ ਸਟਰਕਚਰ ਦੇ ਨਾਲ ਇਹ ਪਤਾ ਚੱਲਦਾ, ਇਹ ਸਟੋਰੀ ਦੇ ਨਾਲ ਇਹ ਪਤਾ ਚੱਲਦਾ ਆਪਣੀ ਦੁਨੀਆ 'ਚ ਜਾਂ ਕੰਪਿਊਟਰ ਦੀ ਦੁਨੀਆ 'ਚ ਇਹ ਸਟਰਕਚਰ ਦੋਨੇ ਲਾਗੂ ਹੁੰਦੇ ਆ। ਉਸੇ ਤਰ੍ਹਾਂ ਬਲੌਕਚੇਨ ਇੱਕ ਇਹੋ ਜਿਹਾ ਇੰਪੋਰਟੈਂਟ ਸਟਰਕਚਰ ਸੀਗਾ ਵੀ ਇਹਦੇ ਨਾਲ ਕੰਪਿਊਟਰ ਨੂੰ ਇਹ ਪਤਾ ਚੱਲਿਆ ਵੀ ਕੋਈ ਇਹਦੇ ਨਾਲ ਛੇੜਖਾਨੀ ਕਰ ਰਿਹਾ ਜਾਂ ਨਹੀਂ ਕਰ ਰਿਹਾ। ਸੋ ਜਿਵੇਂ ਹੁਣ ਆਪਾਂ ਅਗਰ ਰੀਅਲ ਲਾਈਫ 'ਚ ਪਤਾ ਲੈਣਾ ਵੀ ਕੋਈ ਮੇਰੇ ਪੈਸੇ ਨੂੰ ਜਾਂ ਕੋਈ ਚੀਜ਼ ਨੂੰ ਛੇੜਖਾਨੀ ਕਰ ਰਿਹਾ ਨਹੀਂ ਕਰ ਰਿਹਾ, ਆਪਾਂ ਸੇਫ 'ਚ ਰੱਖਦੇ ਹਾਂ ਜਾਂ ਕੋਈ ਕੰਟਰੋਲ ਸੇਫ 'ਚ ਰੱਖਦੇ ਹਾਂ, ਜਾਂ ਆਪਾਂ ਉਹ ਸੇਫ ਦੇ ਉੱਤੇ ਕੋਈ ਲੌਕ ਲਾ ਦਿੰਦੇ ਹਾਂ ਜਾਂ ਮੋਹਰ ਲਾ ਦਿੰਦੇ ਹਾਂ ਵੀ ਇਹਨੂੰ ਕੋਈ ਖੋਲ ਨਾ ਜਾਵੇ। ਜਿਵੇਂ ਕਿਸੇ ਤਰ੍ਹਾਂ ਕੋਈ ਸਰਕਾਰ ਕੋਈ ਘਰ ਬੰਦ ਕਰਦੀ ਹੈ, ਕੋਈ ਚੀਜ਼ ਬੰਦ ਕਰ ਦਿੰਦੀ ਹੈ, ਉਹਦੇ ਉੱਤੇ ਲੌਕ ਲਾ ਕੇ ਮੋਹਰ ਲਾ ਦਿੰਦੀ ਹੈ। ਅਗਰ ਕਿਸੇ ਨੇ ਬਾਹਰ ਖੋਲਿਆ, ਉਹ ਮੋਹਰ ਫਿਰ ਉਹ ਵਾਪਸ ਨਹੀਂ ਲਾ ਸਕਦੇ। ਉਹਨਾਂ ਨੂੰ ਪਤਾ ਚੱਲ ਗਿਆ ਵੀ ਕੋਈ ਛੇੜਖਾਨੀ ਕਰਕੇ ਗਿਆ ਜਾਂ ਕੋਈ ਵੜਿਆ ਅੰਦਰ। ਜਾਂ ਅਗਰ ਜਿਹਦੀ ਸੇਫ ਬਾਕਸਿਸ ਹੁੰਦੇ ਆ, ਲੋਕੀ ਪੈਸੇ ਸਾਂਭਦੇ ਆ ਉਹਦੇ ਅੰਦਰ, ਉਹ ਵੀ ਇੱਕ ਤਰ੍ਹਾਂ ਦੇ ਇਹੋ ਜਿਹੇ ਸੇਫ ਬਾਕਸਿਸ ਹੁੰਦੇ ਆ ਵੀ ਤੁਹਾਨੂੰ ਤੋੜਨੀ ਪੈਂਦੀ ਆ ਫਿਰ ਹੀ ਪੈਸੇ ਕੱਢ ਸਕਦੇ ਆ। ਜੇ ਛੋਟੇ ਛੋਟੇ ਜਵਾਕ ਹੁੰਦੇ ਕੀ ਪੈਰੈਂਟਸ ਲੈ ਕੇ ਦਿੰਦੇ ਆ ਸੇਫ ਬਾਕਸਿਸ, ਉਸ ਤਰ੍ਹਾਂ ਦੇ ਅੰਦਰ ਵੀ ਇਹੋ ਜਿਹੇ ਮੈਕੈਨਿਜ਼ਮ ਹੁੰਦੇ ਆ ਵੀ ਜੋ ਕਿਸੇ ਨੇ ਉਹਨੂੰ ਛੇੜਿਆ, ਪਤਾ ਚੱਲ ਜਾਂਦਾ ਵੀ ਕਿਸੇ ਨੇ ਤੋੜ ਕੇ ਪੈਸੇ ਕੱਢੇ ਆ ਇਹਦੇ ਅੰਦਰ, ਵੀ ਲੋਕਾਂ ਨੂੰ ਪਤਾ ਰਹਿਣ ਵਾਸਤੇ। ਉਸੇ ਤਰ੍ਹਾਂ ਕੰਪਿਊਟਰ ਦੇ ਅੰਦਰ ਬਲੌਕਚੇਨ ਇੱਕ ਟੈਂਪਰ ਰੈਜ਼ਿਸਟੈਂਟ ਡਾਟਾ ਸਟਰਕਚਰ ਬਣਿਆ ਵੀ ਪਤਾ ਚੱਲੇ ਵੀ ਹੁਣ ਕਿਸੇ ਨੇ ਛੇੜਖਾਨੀ ਕੀਤੀ ਜਾਂ ਨਹੀਂ ਕੀਤੀ। ਸੋ ਇੱਕ ਤਰ੍ਹਾਂ ਸਟਰਕਚਰ ਦੇ ਤੈਨੂੰ ਦੱਸਦਾ ਵੀ ਕਿਸੇ ਨੇ ਕੋਈ ਛੇੜਖਾਨੀ ਕੀਤੀ, ਉਹਦੇ ਉੱਤੇ ਇੱਕ ਸਿਸਟਮ, ਜਿਵੇਂ ਜ਼ਿਆਦਾ ਡਿਸਟਰੀਬਿਊਟਡ ਸਿਸਟਮ, ਸਾਰਿਆਂ ਕੋਲੇ ਇੱਕ ਇਹੋ ਜਿਹਾ ਸਿਸਟਮ ਆ ਗਿਆ ਵੀ ਸਾਰਿਆਂ ਕੋਲੇ ਲੈਜਰ ਰਹੇਗਾ, ਸਾਰੇ ਚੈੱਕ ਕਰ ਸਕਦੇ ਨੇ। ਤੇ ਜਿਹੜੀ ਉਸ ਓਨਰਸ਼ਿਪ ਆ ਉਸ ਸਿਸਟਮ ਦੀ, ਉਹ ਵੀ ਸਾਰੀ ਡੀਸੈਂਟਰਲਾਈਜ਼ ਹੋ ਗਈ। ਤੇ ਉਹ ਜਿਹੜਾ ਉਹਦਾ ਡਿਸੀਜਨ ਮੇਕਿੰਗ ਸੀ ਉਹ ਵੀ ਸਾਰਾ ਡੀਸੈਂਟਰਲਾਈਜ਼ ਹੋ ਗਿਆ। ਤੇ ਇੱਕ ਜਗ੍ਹਾ ਤੇ ਤੁਸੀਂ ਉਹਨੂੰ ਰੋਕ ਨਹੀਂ ਸਕਦੇ। ਅਗਰ ਕਿਸੇ ਨੇ ਉਹ ਸਿਸਟਮ ਰੋਕਣਾ, ਸਾਰਾ ਸਿਸਟਮ ਬੰਦ ਕਰਨਾ ਪਊਗਾ, ਜਿੰਨਾਂ ਕੋਲੇ ਵੀ ਉਹ ਸੌਫਟਵੇਅਰ ਸਾਰਿਆਂ ਨੂੰ ਬੰਦ ਕਰਨਾ ਪਊਗਾ। ਕਿਉਂਕਿ ਅਗਰ ਕਿਸੇ ਕੋਲੇ ਵੀ ਇੱਕ ਕੋਲੇ ਵੀ ਉਹ ਲੈਜਰ ਰਹਿ ਗਿਆ, ਉਹ ਵਾਪਸ ਸ਼ੁਰੂ ਕਰ ਸਕਦਾ। ਸੋ ਇਸ ਟਾਈਮ ਤੇ ਤਾਂ ਬਿਟਕੋਇਨ ਨੂੰ ਬੰਦ ਕਰਨਾ ਬੜਾ ਔਖਾ ਗਾ, ਕਿਉਂਕਿ ਲੋਕਾਂ ਨੂੰ ਪਤਾ ਨਹੀਂ ਪਹਿਲਾਂ ਇਹ ਕੰਪਿਊਟਰ ਕੌਣ ਚਲਾਈ ਜਾਂਦਾ, ਕੌਣ ਸਿਸਟਮ ਚਲਾਈ ਜਾਂਦਾ, ਕਿੱਥੇ ਚਲਾਈ ਜਾਂਦਾ, ਉਹਨਾਂ ਨੂੰ ਇਹ ਪਤਾ। ਅਗਰ ਉਹਨਾਂ ਨੇ ਲੱਭ ਵੀ ਲਈ, ਉਹਨਾਂ ਨੂੰ ਸਾਰਿਆਂ ਦੇ ਬੰਦ ਕਰਨੇ ਪੈਣਗੇ। ਹੁਣ ਕਿਹਨੂੰ ਜਗ੍ਹਾ ਪਾਲੇ, ਕਿਹਨੂੰ ਜਗ੍ਹਾ ਕੱਢੇ, ਹਜ਼ਾਰੋਂ ਨੋਟ ਪਏ ਆ ਬਾਹਰ। ਸੋ ਉਹਨਾਂ ਨੂੰ ਪਤਾ ਵੀ ਹੁਣ ਇਹਨੂੰ ਬੰਦ ਕਰਨਾ ਬਹੁਤ ਜ਼ਿਆਦਾ ਔਖਾ ਗਾ। ਅਗਰ ਆਪਾਂ ਬੰਦ ਕਰੀਏ, ਚਲੋ ਆਪਣੀ ਨੇਬਰ ਚਲੋ ਮਲੇਸ਼ੀਆ ਨੇ ਨਹੀਂ ਕੀਤਾ, ਫਿਰ ਵੀ ਬਿਟਕੋਇਨ ਚੱਲੂਗਾ, ਫਿਰ ਵੀ ਉਹ ਮੇਰੇ ਦੇਸ਼ 'ਚ ਆ ਕੇ ਵੇਚ ਸਕਦੇ ਆ। ਅਗਰ ਸਿੰਗਾਪੁਰ ਨੇ ਨਹੀਂ ਕੀਤਾ, ਫਿਰ ਵੀ ਚੱਲੂਗਾ। ਹੁਣ ਸਾਰੇ ਦੇਸ਼ਾਂ ਨੂੰ ਮਿਲ ਕੇ ਬੰਦ ਕਰਨਾ ਪੈਣਾ, ਇੰਨਾ ਔਖਾ ਸਾਰਿਆਂ ਨੂੰ ਮਿਲਾ ਕੇ ਬੰਦ ਕਰਨ ਵਾਸਤੇ। ਫਿਰ ਵੀ ਹਰੇਕ ਦੇਸ਼ ਦੇ ਅੰਦਰ ਉਹਨਾਂ ਨੂੰ ਪਾਲਣਾ ਵੀ ਇਹ ਕੌਣ ਨੇ ਜਿਨ੍ਹਾਂ ਕੋਲੇ ਹੈਗਾ, ਉਹ ਵੀ ਬਹੁਤ ਔਖਾ ਪਾਲਣਾ ਗਾ।
ਅਗਰ ਭਾਵੇਂ ਸਾਰੇ ਦੇਸ਼ ਦੀਆਂ ਸਰਕਾਰਾਂ ਮਿਲ ਕੇ ਵੀ ਕਹਿੰਦੇ ਵੀ ਆਪਾਂ ਬੰਦ ਕਰਨਾ, ਫੇਰ ਵੀ ਬੜਾ ਔਖਾ ਉਹਨਾਂ ਨੂੰ ਬੰਦ ਕਰਨਾ, ਵੀ ਪਾਲਣਾ ਵੀ ਕਿੱਥੇ ਹੈ ਇਹ ਲੋਕ। ਸੋ ਤਾਂ ਹੀ ਨਾਲੇ ਤਾਂ ਪੈਸਾ ਕਿੰਨਾ ਲੱਗੇਗਾ ਮੋਨੀਟਰ ਕਰਨ ਲਈ ਹਰ ਇੱਕ ਦੇਸ਼ ਦਾ ਕੰਪਿਊਟਰ। ਜਾਂ ਹਰੇਕ ਦੇਸ਼ ਦਾ ਕੰਪਿਊਟਰ ਮੋਨੀਟਰ ਕਰਨ ਵਾਸਤੇ ਕਿੰਨਾ ਪੈਸਾ ਲੱਗੂਗਾ, ਵੀ ਉਹਦੇ ਉੱਤੇ ਕੀ ਪਾਲਣ ਵਾਸਤੇ, ਕਿਉਂਕਿ ਹਰੇਕ ਵਾਰੀ ਕੋਈ ਅਗਰ ਇੱਕ ਸਿਸਟਮ ਬਣਾਊਗਾ ਬੰਦ ਕਰਨ ਵਾਸਤੇ, ਬਲੌਕਚੇਨ ਵਾਲੇ ਇੱਕ ਸਿਸਟਮ ਬਣਾਉਣਗੇ ਉਹਦੇ ਅਰਾਊਂਡ ਜਾਣ ਵਾਸਤੇ। ਸੋ ਇਹਦੇ ਨਾਲ ਉਹੀ ਰੇਸ ਲੱਗੀ ਰਹਿਣੀ ਆ। ਸੋ ਉਹਨਾਂ ਨੂੰ ਪਤਾ ਤਾਂ ਜ਼ਿਆਦਾਤਰ ਦੇਸ਼ ਹੁਣ ਜਿਹੜੇ ਸਮਝ ਗਏ ਵੀ ਇਹ ਬੰਦ ਨਹੀਂ ਕਰ ਸਕਦੇ, ਇਹਨੂੰ ਆਪਾਂ ਕੰਟਰੋਲ 'ਚ ਨਹੀਂ ਕਰ ਸਕਦੇ, ਉਹ ਹੁਣ ਕੀ ਕਰ ਰਹੇ ਆ, ਉਹਨੂੰ ਟੈਕਸ ਕਰ ਰਹੇ ਨੇ। ਕਿਉਂਕਿ ਜਿੰਨੇ ਵੀ ਕਾਫੀ ਲੋਕ ਹੈਗੇ ਆ ਉਹ ਕੋਈ ਇਲੀਗਲ ਕੰਮ ਨਹੀਂ ਕਰਨਾ ਚਾਹੁੰਦੇ, ਉਹ ਸਿਰਫ ਓਪਰਚੁਨਿਟੀ ਪਾਲ ਰਹੇ ਨੇ ਵੀ ਕਿਵੇਂ ਆਪਾਂ ਨਵੀਂ ਇਨਕਮ ਲੈ ਕੇ ਆ ਸਕੀਏ, ਕਿਵੇਂ ਆਪਾਂ ਨਵੀਂ ਤਰ੍ਹਾਂ ਦੀ ਇਨਵੈਸਟਮੈਂਟ ਕਰ ਸਕੀਏ, ਕਿਵੇਂ ਆਪਾਂ ਉਹਦਾ ਫਾਈਨੈਂਸ਼ੀਅਲ ਜਿਹੜੀ ਸਿਚੁਏਸ਼ਨ ਉਹਨੂੰ ਇੰਪਰੂਵ ਕਰ ਸਕੀਏ। ਸੋ ਬਾਹਲੇ ਲੋਕ ਉਹ ਠੀਕ ਆ, ਤੇ ਉਹਨਾਂ ਨੂੰ ਟੈਕਸ ਭਰਨਾ ਵੀ, ਬਾਹਲੇ ਲੋਕ ਟੈਕਸ ਭਰਨ ਨੂੰ ਵੀ ਤਿਆਰ ਆ, ਪਰ ਉਹਨਾਂ ਨੂੰ ਇਹ ਓਪਰਚੁਨਿਟੀ ਚਾਹੀਦੀ ਨੇ। ਤੇ ਇਹ ਸੇਮ ਟਾਈਮ ਤੇ ਜੇ ਇਹਦੀ ਟੈਕਨੋਲੋਜੀ ਆ ਉਹ ਵੀ ਕਾਫੀ ਇੰਟਰਸਟਿੰਗ ਆ, ਕਾਫੀ ਚੀਜ਼ਾਂ ਜਿਹੜੇ ਦੇਸ਼ਾਂ 'ਚ ਪ੍ਰੋਬਲਮ ਆ ਉਹ ਸੋਲਵ ਕਰ ਸਕਦੀ ਹੈ। ਸੋ ਜਿਹੜੇ ਦੇਸ਼ ਇਹਨਾਂ ਨੂੰ ਐਕਸੈਪਟ ਕਰ ਰਹੇ ਨੇ ਇਸ ਟਾਈਮ ਤੇ, ਉਹ ਕਾਫੀ ਫਾਇਦੇ 'ਚ ਆ ਤੇ ਉਹ ਕਾਫੀ ਅੱਗੇ ਵਧ ਰਹੇ ਨੇ, ਕਿਉਂਕਿ ਹੁਣ ਉਹ ਇਸ ਟਾਈਮ ਤੇ ਉਹਦੇ ਬਾਰੇ ਸਿੱਖ ਰਹੇ ਨੇ, ਉਹਦੀ ਜਨਤਾ ਸਿੱਖ ਰਹੀ ਆ, ਉਹਦੀ ਜਨਤਾ ਇਹਨੂੰ ਬਿਲ ਕਰ ਰਹੀ ਆ, ਸੋ ਅੱਗੇ ਵਧ ਰਹੇ ਨੇ। ਸੋ ਤਾਂ ਹੀ ਤਾਂ ਹੁਣ ਇੰਡੀਆ ਵੀ ਇਹ ਰੇਸ ਦੇ ਅੰਦਰ ਹੈ, ਇੰਡੀਆ ਵੀ ਜੁਆਇਨ ਕਰ ਸਕਿਆ, ਇੰਡੀਆ ਵੀ ਇਹ ਕਾਫੀ ਟੈਕਨੋਲੋਜੀ ਉੱਤੇ ਡਿਵੈਲਪ ਕਰ ਰਿਹਾ ਤੇ ਕਾਫੀ ਸਿਸਟਮ ਡਿਵੈਲਪ ਇੰਡੀਆ 'ਚ ਹੋ ਰਹੇ ਨੇ। ਪੰਜਾਬ 'ਚ ਮੈਨੂੰ ਲੱਗਦਾ ਹਜੇ ਇਸ ਟਾਈਮ ਤੇ ਐਨੀ ਹੈ ਨਹੀਂ, ਪਰ ਜਿਹੜੇ ਸਾਊਥ 'ਚ ਆ, ਬੈਂਗਲੁਰੂ ਆ, ਮਹਾਰਾਸ਼ਟਰਾ, ਆਂਧਰਾ ਪ੍ਰਦੇਸ਼, ਇੱਥੇ ਕਾਫੀ ਕੰਪਨੀਆਂ ਸ਼ੁਰੂ ਹੋ ਗਈਆਂ ਨੇ ਤੇ ਬਲੌਕਚੇਨ ਸਿਸਟਮ ਬਣਾ ਰਹੇ ਨੇ ਇਸ ਟਾਈਮ। ਸਿਰਫ ਕ੍ਰਿਪਟੋ ਨਹੀਂ, ਪਿਓਰ ਬਲੌਕਚੇਨ ਵੀ ਬਣਾ ਰਹੇ ਨੇ, ਗਵਰਨਮੈਂਟ ਬੇਸਡ ਬਲੌਕਚੇਨ ਸਿਸਟਮ ਵੀ ਬਣਾ ਰਹੇ ਨੇ, ਤੇ ਗਵਰਨਮੈਂਟ ਬੇਸਡ ਆਈਡੀ ਸਿਸਟਮ ਵੀ ਸ਼ਾਇਦ ਇੰਡੀਆ 'ਚ ਫਿਊਚਰ ਬਲੌਕਚੇਨ ਬੇਸ ਹੋਗੀ। ਸੋ ਮਤਲਬ ਇੰਡੀਆ ਵੀ ਇਸ ਟਾਈਮ ਤੇ ਇਹਦੇ ਉੱਤੇ ਕਾਫੀ ਰਿਸਰਚ ਕਰ ਰਿਹਾ। ਤੇ ਹੁਣ ਗੱਲ ਕਰਦੇ ਹਾਂ ਸਮਾਰਟ ਕੰਟਰੈਕਟ ਦੀ। ਇਹਦਾ ਵੀ ਇਹਦੇ ਨਾਂ ਦੇ ਅੰਦਰ ਹੀ ਇਹਦਾ ਪੂਰਾ ਡੈਫੀਨੇਸ਼ਨ ਹੈ। ਜੇ ਕੰਟਰੈਕਟ ਸੋ ਵਾਟ ਡੂ ਵੀ ਕਾਲ ਕੰਟਰੈਕਟ ਇਨ ਪੰਜਾਬੀ ਅਗੇਨ ਪ੍ਰਭੀ? ਕੰਟਰੈਕਟ ਗਾਇਸ, ਪੰਜਾਬੀ ਵਿੱਚ ਕੰਟਰੈਕਟ ਨੂੰ ਕੀ ਕਹਿੰਦਾ ਹੈ? ਯਾ ਪਰ ਕੋਈ ਗੱਲ ਨਹੀਂ, ਹੁਣ ਆਪਾਂ ਇਹਦੀ ਐਕਸਪਲੇਨੇਸ਼ਨ ਦਿੰਦੇ ਹਾਂ, ਅਗਰ ਕਿਸੇ ਨੂੰ ਪਤਾ ਪਲੀਜ਼ ਕਮੈਂਟ 'ਚ ਦੱਸ ਦਿਓ ਵੀ ਕੰਟਰੈਕਟ ਨੂੰ ਪੰਜਾਬੀ 'ਚ ਕੀ ਕਹਿੰਦੇ ਆ। ਪਰ ਇੱਕ ਤਰ੍ਹਾਂ ਦਾ ਕੀ ਅਗਰੀਮੈਂਟ ਹੁੰਦਾ, ਜਾਂ ਇੱਕ ਤਰ੍ਹਾਂ ਦਾ ਇਕਰਾਰਨਾਮਾ। ਹਾਂ, ਇਕਰਾਰਨਾਮਾ, ਇੱਕ ਤਰ੍ਹਾਂ ਦਾ ਸਮਾਰਟ ਇਕਰਾਰਨਾਮਾ ਗਾ ਇਹ ਲੋਕਾਂ ਦੇ ਵਿਚਾਲੇ, ਵੀ ਕੀ ਅਗਰ ਕੋਈ ਜਿਵੇਂ ਕੰਪਿਊਟਰ ਪ੍ਰੋਗਰਾਮ ਕੀ ਕਿਸੇ ਨੇ ਕਿਸੇ ਨਾਲ ਕਰਾਰ ਕੀਤਾ ਵੀ ਮੈਂ ਇੰਨੇ ਪੈਸੇ ਤੈਨੂੰ ਦੇਣੇ ਆ, ਚਲੋ ਇਹ ਅਗਰ ਆਪਾਂ ਇਹੀ ਗੱਲ ਮੰਨ ਲਈਏ ਵੀ ਇਹ ਸ਼ੋਅ ਦੀ ਐਂਡਿੰਗ 'ਚ ਰਵਨੀ ਤੁਹਾਡੇ ਨਾਲ ਇਹ ਕਰਾਰ ਕਰਦੀ ਆ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਬਿਟਕੋਇਨ ਦਊਂਗੀ। ਹੁਣ ਕੋਈ ਵੀ ਇਕਰਾਰਨਾਮਾ ਹੈ ਨਹੀਂਗਾ ਵੀ ਕੱਲ ਨੂੰ ਹੁਣ ਇਹ ਮੁੱਕਰ ਸਕਦੀ ਆ ਵੀ ਕੀ ਹੁਣ ਦੇਣ ਤੋਂ, ਅਗਰ ਉਹਨੇ ਤੁਹਾਨੂੰ ਬਿਗਨਿੰਗ 'ਚ ਮੁਕਰ ਗਈ, ਹੁਣ ਦੇਖ ਲਓ। ਸੋ ਮਤਲਬ ਤੁਹਾਨੂੰ ਕੋਈ ਬਿਟਕੋਇਨ ਨਹੀਂ ਮਿਲੂਗਾ। ਪਰ ਇਹੀ ਗੱਲ ਤੇ ਲਾਈ ਜਾਏ ਵੀ ਅਗਰ ਇਕਰਾਰਨਾਮਾ ਕਿਸੇ ਨੇ ਕੀਤਾ ਤੇ ਹੁਣ ਜਿਹੜੇ ਨੋਰਮਲ ਪੇਪਰ ਤੇ ਆ ਵੀ ਉਹ ਕਿਉਂ ਉਹਦੇ ਹੋ ਸਕਦਾ ਕਰ ਉਹ ਲਾਇਰ ਵਰਤਣੇ ਪੈਂਦੇ ਆ, ਕੋਰਟਸ ਵਰਤਣੇ ਪੈਂਦੇ ਆ ਵੀ ਬੰਦਾ ਮੁਕਰੇ ਨਾ ਆਪਦੀ ਗੱਲ ਤੇ। ਕਿਉਂਕਿ ਅੱਜ ਕੱਲ੍ਹ ਜ਼ਿਆਦਾ ਬਾਹਲੇ ਲੋਕ ਇਕਰਾਰਨਾਮਾ ਇਸ ਲਈ ਕਰਦੇ ਆ ਵੀ ਉਹ ਬਿਜ਼ਨਸ ਨੂੰ ਵਧਾ ਸਕੇ, ਲੋਨ ਲੈ ਸਕੇ, ਕਿ ਆਪਦੀ ਕੀ ਸਿਚੁਏਸ਼ਨ ਨੂੰ ਇੰਪਰੂਵ ਕਰ ਸਕੇ। ਤੇ ਹੁਣ ਜਿਵੇਂ ਪੰਜਾਬ 'ਚ ਵੀ ਕਿੰਨੇ ਕਿਸਾਨ ਲੋਕ ਕਾਫੀ ਕਿਸਾਨ ਕਰਜ਼ੇ ਤੇ ਚੱਕ ਕੇ ਪੈਸੇ ਚੱਕਦੇ ਆ, ਫਿਰ ਉਹਨਾਂ ਨੂੰ ਕਿਤੇ ਕੁਝ ਲੋਕ ਇਸ ਤਰ੍ਹਾਂ ਵੀ ਹੁੰਦੇ ਆ ਵੀ ਤੇ ਕੰਟਰੈਕਟਸ ਬਦਲ ਦਿੰਦੇ ਨੇ, ਕੰਟਰੈਕਟਸ ਚੇਂਜ ਕਰਦੇ ਨੇ। ਤੇ ਜ਼ਿਆਦਾਤਰ ਜੇ ਗਰੀਬ ਕਿਸਾਨ ਲੋਕ ਆ ਉਹਨਾਂ ਕੋਲੇ ਪੈਸੇ ਨਹੀਂ ਹੁੰਦੇ ਵੀ ਜਾ ਕੇ ਕੋਰਟਸ 'ਚ ਲੜੀਏ, ਲੋਕਾਂ ਕੋਲੇ ਲੜੀਏ, ਜਾਂ ਕੁਝ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਕੰਟਰੈਕਟ 'ਚ ਲਿਖਿਆ ਕੀ ਸੀ। ਉਹਨਾਂ ਨੂੰ ਇਹ ਵੀ ਨਹੀਂ ਸਮਝ ਆਏਗੀ ਵੀ ਹੁਣ ਮੈਂ ਲੋਨ ਲੈ ਲਿਆ, ਜਾਂ ਮੈਂ ਪੈਸੇ ਫੜ ਲਏ, ਜਾਂ ਮੈਂ ਕੋਈ ਚੀਜ਼ ਕੀ ਜ਼ਮੀਨ ਗਹਿਣੇ ਰੱਖ ਲਈ, ਵੀ ਪਰ ਉਹਦਾ ਕੰਟਰੈਕਟ 'ਚ ਲਿਖਿਆ ਕੀ ਸੀ, ਇਹ ਵੀ ਲੋਕਾਂ ਨੂੰ ਨਹੀਂ ਪਤਾ। ਸੋ ਇਸ ਤਰ੍ਹਾਂ ਦੇ ਕਾਫੀ ਜਿਹੜੇ ਕੰਟਰੈਕਟਸ ਦੇ ਅੰਦਰ ਵੀ ਇਸ਼ੂ ਨੇ, ਕਾਫੀ ਮਹਿੰਗੇ ਆ। ਲੋਕਾਂ ਨੂੰ ਲਾਇਰਸ ਆ ਕੀ ਕਰਨਾ, ਜਾਂ ਕੰਟਰੈਕਟਸ ਮੇਨਟੇਨ ਕਰਨਾ, ਜਾਂ ਕੰਟਰੈਕਟ ਨੂੰ ਸਮਝਣਾ, ਇਹ ਕਾਫੀ ਔਖਾ ਹੋ ਚੁੱਕਿਆ ਕਾਫੀ ਸਾਲਾਂ ਤੋਂ। ਸੋ ਲੋਕੀ ਕਹਿੰਦੇ ਕਿਉਂ ਨਾ ਇਹਨਾਂ ਨੂੰ ਆਪਾਂ ਡਿਜੀਟਲ ਕਰ ਦਈਏ, ਵੀ ਆ ਕੰਟਰੈਕਟ, ਇੱਕ ਤਾਂ ਕੰਟਰੈਕਟ ਆਪਣੇ ਆਪ ਐਕਸੀਕਿਊਟ ਹੋ ਜਾਣਗੇ, ਤੇ ਸੇਮ ਟਾਈਮ ਤੇ ਉਹ ਕੰਟਰੈਕਟ ਜ਼ਿਆਦਾ ਕੀ ਆਪਾਂ ਨੂੰ ਦੇਖਣ ਨੂੰ ਮਿਲ ਜਾਏਗਾ ਵੀ ਉਹ ਕੰਟਰੈਕਟ ਚੱਲਿਆ ਜਾਂ ਨਹੀਂ ਚੱਲਿਆ। ਕਿਉਂਕਿ ਅੱਜ ਕੱਲ੍ਹ ਹੁਣ ਅਗਰ ਐਗਜ਼ਾਮਪਲ, ਅਗਰ ਚਲੋ ਜ਼ਮੀਨ ਤੇ ਤੁਹਾਡਾ ਨਾਂ ਬਦਲਣਾ, ਜਾਂ ਕਿਸੇ ਦਾ ਤੁਸੀਂ ਆਪਦੀ ਜ਼ਮੀਨ ਆਪਦੇ ਹੋਰ ਕਿਸੇ ਦੇ ਨਾਂ ਕਰਨੀ ਆ, ਉਹਦੇ ਉੱਤੇ ਵੀ ਕਿੰਨਾ ਪੰਗਾ ਗਾ। ਤੁਸੀਂ ਜਾ ਕੇ ਲਾਇਰ ਨੂੰ ਪਾਲੋ, ਲਾਇਰ ਜਾ ਕੇ ਕੀ ਨਵੀਂ ਡਾਕੂਮੈਂਟ ਤਿਆਰ ਕਰੂਗਾ, ਉੱਥੇ ਕੀ ਤੁਹਾਡੇ ਨਾਂ ਤੋਂ ਚਲੋ ਤੁਹਾਡੇ ਪੁੱਤਰ ਦਾ ਨਾਂ ਪਾਊਗਾ, ਸੋ ਉਹਦੇ ਅੰਦਰ ਜਾਂ ਉਹ ਕੁਛ ਕੋਈ ਜਵਾਕ ਦਾ ਨਾਂ ਪਾਊਗਾ ਅੰਦਰ ਐਗਜ਼ਾਮਪਲ। ਸੋ ਇਹਦੇ ਅੰਦਰ ਉਹੀ ਕਰਨ ਵਾਸਤੇ ਕਿੰਨਾ ਪੈਸਾ ਲੱਗ ਜਾਂਦਾ,
ਕਿੰਨਾ ਟਾਈਮ ਲੱਗ ਜਾਂਦਾ, ਪਰ ਬਦਲਣਾ ਕੀ ਹੈ, ਸਿਰਫ ਇੱਕ ਨਾਂ ਹੀ ਬਦਲਣਾ। ਪਰ ਉਹੀ ਅਗਰ ਡਿਜੀਟਲ ਹੁੰਦਾ, ਕਿੰਨਾ ਸੌਖੀ ਦੇ ਨਾਲ ਬਦਲ ਸਕਦੇ ਸੀ, ਸਿਰਫ ਇੱਕ ਹੀ ਬਟਨ ਦੇ ਨਾਲ ਆਪਾਂ ਨਾਂ ਬਦਲ ਸਕਦੇ ਸੀਗੇ। ਜਿਵੇਂ ਤੁਸੀਂ ਮੈਸੇਜ ਕਰ ਦਿੰਦੇ ਹੋ, ਉਵੇਂ ਅੰਦਰ ਨਾਂ ਪਾ ਕੇ ਸੈਂਡ ਕਰ ਦਿਓ, ਨਾਂ ਬਦਲ ਗਿਆ ਤੁਹਾਡੀ ਅਪਰੂਵਲ ਦੇ ਨਾਲ। ਪਰ ਫਿਰ ਇੱਕ ਇਸ਼ੂ ਹੋ ਗਿਆ ਨਾ, ਕਿਉਂਕਿ ਹੁਣ ਜਿਹੜੀ ਡਿਜੀਟਲ ਟੈਕਨੋਲੋਜੀ ਆ ਜਾਂ ਕੀ ਸਮਾਰਟ ਕੰਟਰੈਕਟ ਅਗਰ ਕੋਈ ਬਣਾਵੇ ਇਹਨੂੰ, ਕਿਉਂਕਿ ਇਹ ਇੱਕ ਸਮਾਰਟ ਕੰਟਰੈਕਟ ਦਾ ਜਿਹੜਾ ਕਨਸੈਪਟ ਆ, ਇਹ ਕਾਫੀ ਚਿਰਾਂ ਦਾ ਗਾ। ਇਹਨੂੰ ਐਟਲੀਸਟ ਮੈਨੂੰ ਲੱਗਦਾ 25-26 ਸਾਲ ਹੋ ਗਏ ਲੋਕੀ ਇਹਦੇ ਬਾਰੇ ਗੱਲ ਕਰੀ ਜਾਂਦੇ ਵੀ ਆਪਾਂ ਡਿਜੀਟਲ ਕਰਨਾ ਕੰਟਰੈਕਟ, ਪਰ ਇਹ ਕਿਤੇ ਹੋਇਆ ਨਹੀਂ। 26 ਸਾਲਾਂ ਤੋਂ ਲੋਕੀ ਇਹਦੇ ਉੱਤੇ ਟਰਸਟ ਨਹੀਂ ਕਰਦੇ ਸੀ, ਕਿਉਂਕਿ ਇਹ ਜਿਹੜਾ ਸਮਾਰਟ ਕੰਟਰੈਕਟ ਆ ਹਮੇਸ਼ਾ ਸੈਂਟਰਲ ਸੀਗਾ। ਚਲੋ ਕੱਲ ਨੂੰ ਤੁਸੀਂ ਸਮਾਰਟ ਕੰਟਰੈਕਟ ਕੀਤਾ, ਉਹ ਚਲੋ ਸਰਕਾਰ ਦੇ ਸਰਵੇ 'ਚ ਪਿਆ, ਪਰ ਅਗਰ ਕਿਸੇ ਕੋਲੇ ਪੈਸੇ ਹੈਗੇ ਸੀ, ਉਹਨੇ ਪੈਸੇ ਖਵਾ ਕੇ ਕੰਟਰੈਕਟ ਬਦਲਤਾ ਫਿਰ, ਕਿਉਂਕਿ ਉਹ ਸੈਂਟਰਲਾਈਜ਼ ਸਿਸਟਮ ਤੇ ਹੈ ਨਾ, ਕੋਈ ਵੀ ਅੰਦਰ ਜਾ ਕੇ ਬਦਲ ਸਕਦਾ, ਛੇੜਖਾਨੀ ਕਰ ਸਕਦਾ। ਕੋਈ ਇਹੋ ਜਿਹੀ ਟੈਕਨੋਲੋਜੀ ਹੈ ਨਹੀਂ ਸੀ ਜਿਹੜੀ ਤੁਹਾਨੂੰ ਕੀ ਤੁਹਾਡਾ ਇੰਟਰਸਟ ਬਚਾ ਕੇ ਰੱਖੇ, ਭਾਵੇਂ ਤੁਹਾਡੇ ਕੋਲੇ ਘੱਟ ਪੈਸੇ ਜਾਂ ਜ਼ਿਆਦਾ ਪੈਸੇ ਆ, ਉਹ ਪੂਰਾ ਸਿਸਟਮ ਹੈਕ ਕਰਨਾ ਪਊਗਾ ਅਗਰ ਉਹਨੂੰ ਟੈਂਪਰ ਕਰਨਾ ਜਾਂ ਛੇੜਖਾਨੀ ਕਰਨੀ ਉਹਦੇ ਨਾਲ। ਉਸੇ ਤਰ੍ਹਾਂ ਬਲੌਕਚੇਨ ਟੈਕਨੋਲੋਜੀ ਜਦੋਂ ਆਈ, ਉਹਦੇ ਉੱਤੇ ਸਮਾਰਟ ਕੰਟਰੈਕਟ ਦਾ ਜਿਹੜਾ ਕਨਸੈਪਟ ਸੀਗਾ ਉਹ ਚੱਲਣ ਲੱਗ ਗਿਆ, ਕਿਉਂਕਿ ਬਲੌਕਚੇਨ ਨਾਲ ਅਗਰ ਕੋਈ ਕਿਸੇ ਨੇ ਵੀ ਅੰਦਰ ਜਾ ਕੇ ਉਹ ਡੇਟਾ ਜਾਂ ਇਨਫੋਰਮੇਸ਼ਨ ਦੀ ਛੇੜਖਾਨੀ ਕਰਨੀ ਆ, ਉਹ ਪੂਰਾ ਬਲੌਕਚੇਨ ਹੈਕ ਕਰਨਾ ਪਊਗਾ ਉਹਨਾਂ ਨੂੰ। ਇਸ ਲਈ ਇਹਦੇ ਵਾਸਤੇ ਉਹ ਸਮਾਰਟ ਕੰਟਰੈਕਟ ਦਾ ਕਨਸੈਪਟ ਕਾਫੀ ਤਕੜਾ ਕਨਸੈਪਟ ਬਣ ਗਿਆ ਇਹਦੇ ਉੱਤੇ। ਸੋ ਫਿਊਚਰ 'ਚ ਇਹ ਪੋਸੀਬਿਲਿਟੀ ਹੈ ਵੀ ਜ਼ਿਆਦਾਤਰ ਜਿਹੜੇ ਵੀ ਕੰਟਰੈਕਟਸ ਜਾਂ ਇਕਰਾਰਨਾਮਾ ਜਿਹੜੇ ਹੋਣਗੇ, ਉਹ ਸਾਰੇ ਡਿਜੀਟਲ ਹੋਣਗੇ, ਕਿਉਂਕਿ ਇਹ ਤੋਂ ਪਹਿਲਾਂ ਇਹ ਟੈਕਨੋਲੋਜੀ ਹੈ ਨਹੀਂ ਸੀ, ਸਾਰੇ ਫਿਜ਼ੀਕਲ ਕਰਨੇ ਪੈਂਦੇ ਸੀ, ਕਿੰਨੇ ਡਾਕੂਮੈਂਟ ਮੇਨਟੇਨ ਕਰਨੇ ਪੈਂਦੇ ਸੀ, ਕਿੰਨੀਆਂ ਫੀਸਾਂ ਭਰਨੀਆਂ ਪੈਂਦੀਆਂ ਸੀ। ਪਰ ਫਿਊਚਰ 'ਚ ਸ਼ਾਇਦ ਜਿਹੜੇ ਲਾਇਰ ਆ, ਉਹ ਸਾਰਿਆਂ ਨੂੰ ਕੋਡਿੰਗ ਕਰਨੀ ਪਊਗੀ ਸ਼ਾਇਦ, ਜਾਂ ਕੰਪਿਊਟਰ ਵਰਤਣੇ ਪੈਣਗੇ, ਜਾਂ ਲਾਇਰਸ ਹੀ ਸਾਰੇ ਰਿਪਲੇਸ ਹੋ ਜਾਣ। ਜੇ ਕੰਟਰੈਕਟ ਹੀ ਕਰਪਟ ਨਹੀਂ, ਜੇ ਐਕਚੁਅਲ ਹੁਣ ਹਕੂਮਤ ਕੰਟਰੈਕਟ ਨੂੰ ਮੰਨ ਰਹੀ ਹੈ, ਤੇ ਫਿਰ ਸਾਨੂੰ ਲਾਇਰਸ ਦੀ ਨਹੀਂ ਲੋੜ ਨਹੀਂ ਪੈਣੀ। ਸਿਰਫ ਡਿਸਪਿਊਟ ਤੇ ਸ਼ਾਇਦ ਪਊਗੀ, ਕਿਉਂਕਿ ਅਗਰ ਤੁਹਾਨੂੰ ਡਿਸਪਿਊਟ ਦੇ ਉੱਤੇ ਸ਼ਾਇਦ ਲਾਇਰ ਦੀ ਜ਼ਰੂਰਤ ਪਊਗੀ, ਪਰ ਲਾਇਰ ਦਾ ਇੰਨਾ ਕੰਮ ਨਹੀਂ ਹੋਊਗਾ, ਫਿਰ ਲਾਇਰ ਦਾ ਕੰਮ ਘੱਟ ਹੋਊਗਾ, ਲਾਇਰ ਦੀ ਫੀਸ ਘੱਟ ਹੋਊਗੀ, ਤੇ ਐਟ ਦ ਸੇਮ ਟਾਈਮ ਜਿਹੜੇ ਕੋਸਟ ਆ, ਕਿਉਂਕਿ ਜਿਵੇਂ ਹੁਣ ਹਜ਼ਾਰਾਂ ਸਮਾਰਟ ਕੰਟਰੈਕਟ ਬਲੌਕਚੇਨਾਂ ਤੇ ਚੱਲੀ ਜਾਂਦੇ ਆ, ਲੋਕੀ ਲੋਨ ਲਈ ਜਾਂਦੇ ਆ, ਲੋਕੀ ਇਨਵੈਸਟਮੈਂਟ ਕਰੀ ਜਾਂਦੇ ਨੇ, ਪਰ ਉੱਥੇ ਕੋਈ ਇੱਕ ਵੀ ਲਾਇਰ ਹੈ ਨਹੀਂ ਗਾ ਬੈਠਾ ਸਿਸਟਮ ਦੇ ਉੱਤੇ ਚੈੱਕ ਕਰਨ ਵਾਸਤੇ। 10 ਸਾਲਾਂ ਤੋਂ ਬਿਟਕੋਇਨ ਚੱਲੀ ਜਾਂਦਾ, ਉੱਥੇ ਇੱਕ ਵੀ ਅਕਾਊਂਟੈਂਟ ਨਹੀਂ ਗਾ ਬਹਿ ਕੇ ਦੱਸਣ ਵਾਲਾ ਵੀ ਬਿਟਕੋਇਨ ਦਾ ਅਕਾਊਂਟ ਸਹੀ ਹੈ ਨਹੀਂ ਸਹੀ। ਪੂਰਾ ਕੰਪਿਊਟਰ ਆਪਣੇ ਆਪ ਹੀ ਅਕਾਊਂਟ ਚੈੱਕ ਕਰੀ ਜਾਂਦਾ ਤੇ ਦੱਸੀ ਜਾਂਦਾ ਵੀ ਹਾਂ ਅਕਾਊਂਟ ਸਹੀ ਹੈ। ਸੋ ਇਹਦਾ ਨਾ ਅਕਾਊਂਟੈਂਟ ਦੀ ਲੋੜ ਪਈ, ਨਾ ਲਾਇਰ ਦੀ ਲੋੜ ਪਈ। ਤੇ ਫਿਊਚਰ 'ਚ ਕਾਫੀ ਜ਼ਿਆਦਾ ਜੌਬਸ ਵੀ ਜਿਹਦੇ ਅੱਜ ਆਪਾਂ ਜਿਹਨਾਂ ਨੂੰ ਕਾਫੀ ਇੱਕ ਤਰ੍ਹਾਂ ਦਾ ਉੱਚੀ ਜਗ੍ਹਾ ਤੇ ਰੱਖਿਆ ਹੋਇਆ ਵੀ ਆਹ ਅਕਾਊਂਟੈਂਟ ਬਹੁਤ ਵਧੀਆ ਫੀਲ ਆ, ਸ਼ਾਇਦ ਅਗਲੇ 10 ਸਾਲਾਂ 'ਚ ਉਹ ਜੌਬ ਹੀ ਨਾ ਹੋਵੇ, ਕਿਉਂਕਿ ਉਹ ਜੌਬ ਸਾਰੇ ਕੰਪਿਊਟਰ ਨੇ ਲੈ ਲਈ। ਸੋ ਜਿਹੜੇ ਇਸ ਲਈ ਆਪਾਂ ਦੇਖ ਸਕਦੇ ਹਾਂ ਵੀ ਹੁਣ ਜਿਹੜੇ ਪੰਜਾਬ 'ਚ ਗੱਲ ਚੱਲ ਰਹੀ ਆ, ਅੱਜ ਸਭ ਤੋਂ ਵੱਡੀ ਜ਼ਿਆਦਾ ਜੌਬ ਤੇ ਪੋਸਟ ਕੀ ਮੰਨੀ ਜਾਂਦੀ ਆ, ਲਾਇਰ ਮੰਨੀ ਜਾਂਦੀ ਆ, ਡਾਕਟਰ ਮੰਨੀ ਜਾਂਦੀ ਆ। ਡਾਕਟਰ ਤਾਂ ਫਿਰ ਵੀ ਰਹਿਣਗੇ, ਪਰ ਜਿਵੇਂ ਅਕਾਊਂਟੈਂਟ ਮੰਨੀ ਜਾਂਦੇ ਆ, ਫਾਈਨੈਂਸ਼ੀਅਲ ਵਾਲੇ ਮੰਨੀ ਜਾਂਦੇ ਆ, ਇਹਨਾਂ ਦੇ ਸ਼ਾਇਦ ਸਕੋਪ ਫਿਊਚਰ 'ਚ ਸ਼ਾਇਦ ਘੱਟ ਹੋ ਜਾਏ ਅਗਰ ਬਲੌਕਚੇਨ ਸਾਰੇ ਪਾਸੇ ਚੱਲ ਜਾਏ। ਤੇ ਉਹਦੇ ਉੱਤੇ ਅਗਰ ਲੋਕੀ ਸੋਚਣ ਲੱਗੇ, ਅਗਰ ਅੱਜ ਆਪਾਂ ਕੰਟਰੈਕਟ ਇੱਕ ਤਰ੍ਹਾਂ ਦੇ ਡੀਸੈਂਟਰਲਾਈਜ਼ ਕਰ ਸਕਦੇ ਹਾਂ, ਕੀ ਆਪਾਂ ਆਰਗੇਨਾਈਜੇਸ਼ਨ ਕਰ ਸਕਦੇ ਹਾਂ। ਅੱਜ ਕੱਲ੍ਹ ਕਿੰਨੀਆਂ ਕੰਪਨੀਆਂ ਨੇ, ਉਹਨਾਂ ਕੋਲ ਆਫਿਸ ਹੀ ਹੈ ਨਹੀਂ, ਉਹਨਾਂ ਕੋਲੇ ਸਿਸਟਮਸ ਜ਼ਿਆਦਾਤਰ ਲੋਕੀ ਆਨਲਾਈਨ ਪੈਸੇ ਰੇਜ਼ ਕਰ ਰਹੇ ਨੇ, ਤੇ ਆਨਲਾਈਨ ਹੀ ਉਹਨਾਂ ਦੀ ਕੰਪਨੀ ਆ, ਆਨਲਾਈਨ ਹੀ ਉਹਨਾਂ ਦਾ ਸਾਰਾ ਸਿਸਟਮ ਆ, ਆਨਲਾਈਨ ਹੀ ਉਹ ਚੀਜ਼ਾਂ ਤੁਹਾਨੂੰ ਵੇਚੀ ਜਾਂਦੇ ਆ, ਆਨਲਾਈਨ ਹੀ ਤੁਸੀਂ ਉਹਨਾਂ ਤੋਂ ਖਰੀਦ ਸਕਦੇ ਹੋ। ਤੇ ਤੁਸੀਂ ਐਕਚੁਅਲੀ ਉਹ ਬੰਦੇ ਆ ਜਿਹੜਾ ਤੁਹਾਡੇ ਪਿੱਛੇ ਆ, ਤੁਹਾਨੂੰ ਪਤਾ ਵੀ ਨਹੀਂ, ਸ਼ਾਇਦ ਤੁਹਾਨੂੰ ਬ੍ਰਾਂਡ ਦਾ ਨਾਂ ਪਤਾ ਹੋਵੇ ਜਾਂ ਕੰਪਨੀ ਦਾ ਨਾਂ ਪਤਾ ਹੋਵੇ। ਅਗਰ ਕੋਈ ਵੀ ਅੱਜ ਲੋਕ ਆਨਲਾਈਨ ਚੀਜ਼ਾਂ ਖਰੀਦਦੇ ਆ, ਉਹਨਾਂ ਨੂੰ ਕੀ ਪਤਾ ਪਿੱਛੇ ਕੌਣ ਵੇਚਣ ਡਿਆ, ਉਹਨਾਂ ਕੋਲੇ ਤਾਂ ਸਿਰਫ ਇੱਕ ਐਪ ਆ, ਉਹ ਐਪ ਖੋਲ ਕੇ ਵਰਤਣ ਰਿਹਾ। ਉਸੇ ਤਰ੍ਹਾਂ ਇੱਕ ਇਹੋ ਜਿਹਾ ਸਿਸਟਮ ਕਿ ਲੋਕੀ ਇਹ ਕਨਸੈਪਟ ਵੀ ਸੋਚਣ ਲੱਗੇ ਕਿ ਆਪਾਂ ਕੰਪਨੀਆਂ ਡੀਸੈਂਟਰਲਾਈਜ਼ ਕਰ ਸਕਦੇ ਹਾਂ, ਕਿ ਆਪਾਂ ਆਰਗੇਨਾਈਜੇਸ਼ਨ ਡੀਸੈਂਟਰਲਾਈਜ਼ ਕਰ ਸਕਦੇ ਹਾਂ, ਕਿ ਆਪਾਂ ਵੋਟਾਂ ਪਾ ਕੇ ਇਹ ਡਿਸਾਈਡ ਕਰ ਸਕੀਏ ਵੀ ਕਿ ਕੌਣ ਇਹ ਕੰਪਨੀ ਦਾ ਨੈਕਸਟ ਚੇਅਰਮੈਨ ਬਣੂਗਾ। ਅਗਰ ਮੈਂ ਕੰਪਨੀ ਦੇ ਸ਼ੇਅਰ ਖਰੀਦੀ ਆ, ਮੈਨੂੰ ਇਹ ਰਾਈਟ ਹੋਣਾ ਚਾਹੀਦਾ ਵੀ ਮੇਰਾ ਅਗਲਾ ਫਿਊਚਰ CEO ਸਿਲੈਕਟ ਕਰ ਸਕਾਂ। ਸੋ ਇਸੇ ਤਰ੍ਹਾਂ ਡੀਸੈਂਟਰਲਾਈਜ਼ ਆਰਗੇਨਾਈਜੇਸ਼ਨ ਦੀ ਵੀ ਗੱਲ ਸ਼ੁਰੂ ਹੋ ਗਈ। ਸੋ ਇਹ ਇਸ ਟਾਈਮ ਤੇ ਇਹ ਕਾਫੀ ਭਾਰੀ ਸਬਜੈਕਟ ਹੈ, ਕਿਸੇ ਦਿਨ ਇਹਦੇ ਉੱਤੇ ਡਿਟੇਲ ਨਾਲ ਬਹਿ ਕੇ ਗੱਲ ਕਰਾਂਗੇ। ਅੱਜ ਸਿਰਫ ਇਹਨਾਂ ਕਨਸੈਪਟ ਤੁਹਾਨੂੰ ਹਾਈਲਾਈਟ ਦੇਣ ਵਾਸਤੇ ਆ ਵੀ ਇਹ ਜਿਹੀਆਂ ਚੀਜ਼ਾਂ ਵੀ ਚੱਲ ਰਹੀਆਂ ਨੇ। ਤੇ Oracle ਇੱਕ ਇਹੋ ਜਿਹਾ ਸੌਫਟਵੇਅਰ ਜਿਸ ਨੂੰ ਦੱਸਦਾ ਵੀ ਕੀ ਹੋ ਰਿਹਾ ਬਾਹਰਲੀ ਦੁਨੀਆ 'ਚ। ਜਿਵੇਂ ਹੁਣ ਅੱਜ ਦੇਖੋ ਕਾਫੀ ਕੰਪਿਊਟਰ ਸਿਸਟਮ ਆ, ਈ-ਕਾਮਰਸ 'ਚ ਕੁਛ ਹੋ ਰਿਹਾ, ਫਾਈਨੈਂਸ਼ੀਅਲ ਮਾਰਕੀਟ 'ਚ ਕੁਛ ਹੋ ਰਿਹਾ, ਬੈਂਕਾਂ 'ਚ ਕੁਛ ਹੋ ਰਿਹਾ, ਲੀਗਲ 'ਚ ਕੁਛ ਹੋ ਰਿਹਾ। ਸੋ ਇੱਕ ਸਿਸਟਮ ਸਾਰੇ ਸਿਸਟਮ ਦਾ ਰਾਜਾ ਨਹੀਂ ਬਣ ਸਕਦਾ, ਉਹ ਸਿਰਫ ਇੱਕ ਸਿਸਟਮ ਦੇ ਅੰਦਰ ਉਹ ਐਕਸਪਰਟ ਰਹੂਗਾ, ਪਰ ਉਹ ਬਾਕੀ ਸਿਸਟਮ ਨਾਲ ਗੱਲ ਕਰ ਸਕਦਾ।
ਤੇ Oracle systems ਉਹਨੂੰ ਦੱਸਦੇ ਆ ਵੀ ਬਾਹਰਲੀ ਦੇਸ਼ 'ਚ ਕੀ ਹੋ ਰਿਹਾ। ਐਗਜ਼ਾਮਪਲ ਹੁਣ ਅਗਰ ਇੱਕ ਤਰ੍ਹਾਂ ਦਾ ਸਪਲਾਈ ਚੇਨ ਦਾ ਸਿਸਟਮ ਸੀਗਾ, ਇਹਦਾ ਪਤਾ ਲੈਣਾ ਵੀ ਆਲੂ ਦੇ ਕੀ ਰੇਟ ਆ, ਜੋ ਹੈ ਕਿ ਪੰਜਾਬ 'ਚ ਕਿੰਨੇ ਦੇ ਮਿਲ ਰਹੇ ਆ, ਹਰਿਆਣਾ 'ਚ ਕਿੰਨੇ ਦੇ ਮਿਲ ਰਹੇ ਆ, ਤੇਲੰਗਾਨਾ 'ਚ ਕਿੰਨੇ ਦੇ ਮਿਲ ਰਹੇ ਆ ਐਗਜ਼ਾਮਪਲ। ਕਿਉਂਕਿ ਪਿਛਲੇ ਇਹਦੀ ਵੀ ਇੱਕ ਇੰਟਰਸਟਿੰਗ ਸਟੋਰੀ ਆ। ਜਦੋਂ ਮੈਂ ਪਿਛਲੇ ਸਾਲ ਪੰਜਾਬ ਆਇਆ ਸੀਗਾ, ਲੋਕੀ ਆਲੂ ਕੀ ਖੇਤਾਂ ਤੇ ਸਾੜੀ ਜਾਂਦੇ ਸੀ ਕਿਉਂਕਿ ਲੋਕੀ ਖਰੀਦ ਨਹੀਂ ਰਹੇ ਸੀ, ਕਿ ਮੰਡੀ ਆਲੂ ਹੋਰ ਜ਼ਿਆਦਾ ਲੈ ਨਹੀਂ ਰਹੀ ਸੀ। ਪਰ ਮੈਂ ਉਹੀ ਹਫ਼ਤੇ ਦੇ ਅੰਦਰ ਕਾਫੀ ਫਲਾਈਟ ਦੀਆਂ ਟ੍ਰਿਪਾਂ ਲਈਆਂ। ਮੈਂ ਪੰਜਾਬ ਗਿਆ, ਪੰਜਾਬ ਤੋਂ ਬਾਅਦ ਮੈਂ ਬੈਂਗਲੁਰੂ ਗਿਆ, ਬੈਂਗਲੁਰੂ ਤੋਂ ਬਾਅਦ ਮੈਂ ਆਂਧਰਾ ਗਿਆ, ਚੇन्नई ਗਿਆ। ਫਿਰ ਮੈਂ ਨੋਟਿਸ ਕੀਤਾ, ਮੈਂ ਕਿਹਾ ਦੇਖੇ ਜਾ ਕੇ ਆਲੂਆਂ ਦੇ ਭਾਅ ਪਤਾ ਕਰਦਾ ਵੀ ਇੱਥੇ ਆਲੂ ਵਿਕਦੇ ਕਿੰਨੇ ਦੇ ਆ। ਪੰਜਾਬ ਤੋਂ ਉਸ ਟਾਈਮ ਤੇ ਆਲੂ ਕਾਫੀ ਸਸਤੇ ਸੀ ਕਿਉਂਕਿ ਓਵਰ ਸਪਲਾਈ ਹੋ ਗਈ ਸੀ। ਇੰਨੇ ਆਲੂ ਸੀਗੇ ਮੰਡੀ ਦੇ ਅੰਦਰ, ਮੰਡੀ ਚੱਕਣ ਨੂੰ ਤਿਆਰ ਨਹੀਂ, ਲੋਕੀ ਖਰੀਦਣ ਨੂੰ ਤਿਆਰ ਨਹੀਂ। ਸੋ ਕਿ ਕਿਸਾਨਾਂ ਨੇ ਚੱਕ ਕੇ ਆਲੂ ਸੜਨ ਵਾਸਤੇ ਕਿ ਜ਼ਮੀਨਾਂ ਤੇ ਛੱਡੇ ਪਏ, ਤੇ ਕਾਫੀ ਆਲੂ ਖਰਾਬ ਹੋ ਰਹੇ ਸੀ ਤੇ ਆਲੂ ਦਾ ਭਾਅ ਕਾਫੀ ਸਸਤਾ ਸੀ ਪੰਜਾਬ 'ਚ। ਪਰ ਉਹੀ ਜੋ ਮੈਂ ਬੈਂਗਲੁਰੂ ਗਿਆ, ਉਹਦਾ ਭਾਅ 3 ਗੁਣਾ ਜ਼ਿਆਦਾ। ਮੈਂ ਚੇन्नई ਗਿਆ, 5 ਗੁਣਾ ਜ਼ਿਆਦਾ। ਸੋ ਉਸ ਦੇ ਨਾਲ ਪਤਾ ਚੱਲਦਾ ਵੀ ਉਹੀ ਇੱਕ ਦੇਸ਼ ਦੇ ਅੰਦਰ ਇਨਫੋਰਮੇਸ਼ਨ ਕਿੰਨੀ ਘੱਟ ਆ, ਕਿੰਨੀ ਲੋਕਾਂ ਨੂੰ ਇਹ ਵੀ ਨਹੀਂ ਪਤਾ ਵੀ ਉੱਥੇ ਕਿੰਨੇ ਦਾ ਡਿਮਾਂਡ ਆ ਤੇ ਕਿੰਨੀ ਨੀਡ ਆ। ਆਂਧਰਾ ਤੱਕ ਜਾਂਦੇ ਜਾਂਦੇ ਤਾਂ ਆਲੂ ਦੇ ਭਾਅ ਮੈਨੂੰ ਲੱਗਦਾ ਕਾਫੀ ਹਾਈ ਹੋ ਗਏ ਸੀ। ਉਸ ਕਿਉਂਕਿ ਉੱਥੇ ਇੱਕ ਤਰ੍ਹਾਂ ਦੀ ਜਿਹੜੀ ਸਿਸਟਮ ਆ ਉਹ ਇਸ ਮਾਰਕੇ ਇੰਟੀਗ੍ਰੇਟਡ ਨਹੀਂ ਗਾ। ਆਲੂ ਵੀ ਹਜੇ ਉਹ ਕਿਸਾਨ ਆਪਦੇ ਕਿਸਾਨ, ਅਗਰ ਉਹ ਕਿਸਾਨ ਨੂੰ ਪਤਾ ਹੁੰਦਾ ਵੀ ਉੱਥੇ ਥੱਲੇ ਘੱਟ ਬੇਕੀ ਆਲੂਆਂ ਦੀ ਕਾਟ ਆ ਆਂਧਰਾ 'ਚ, ਲੋਕੀ ਉੱਥੇ ਜਾ ਕੇ ਵੇਚ ਸਕਦੇ। ਸੋ ਉਹਨਾਂ ਨੂੰ ਉਹ ਆਲੂ ਕਿਉਂ ਸੜਨ ਦਿੰਦੇ? ਉਹ ਪਹਿਲਾਂ ਹੀ ਆਲੂ ਥੱਲੇ ਭੇਜ ਦਿੰਦੇ ਜਾਂ ਉਹ ਸਪਲਾਈ ਕਰ ਦਿੰਦੇ ਸਾਊਥ ਇੰਡੀਆ 'ਚ ਜਿੱਥੇ ਆਲੂਆਂ ਦੀ ਘਾਟ ਆ। ਸੋ ਇਸੇ ਤਰ੍ਹਾਂ ਅਗਰ ਸਾਰੇ ਸਿਸਟਮ ਇੰਟੀਗ੍ਰੇਟਡ ਆ, ਔਰਕਲਸ ਹੈਗੀਆਂ ਨੇ, ਤੁਸੀਂ ਸਾਰੇ ਡੇਟਾ ਲੈ ਸਕਦੇ ਹੋ ਪੂਰੇ ਦੇਸ਼ ਦੀ ਵੀ ਕਿੱਥੇ ਕੀ ਡਿਮਾਂਡ ਆ, ਕੀ ਜ਼ਰੂਰਤ ਆ, ਤੇ ਫਾਰਮਰਸ ਨੂੰ ਵੀ ਇਹ ਪਤਾ ਲੱਗ ਸਕਦਾ ਚਲੋ ਹੁਣ ਇਸ ਮਾਰਕੀਟ 'ਚ ਬਾਹਲੇ ਲੋਕ ਕੀ ਸਾਗ ਦੱਬੀ ਜਾਂਦੇ ਆ, ਮੇ ਬੀ ਅਗਲੀ ਵਾਰੀ ਆਪਾਂ ਮਿਰਚਾਂ ਦੱਬੀਏ ਕਿਉਂਕਿ ਉਹ ਮਿਰਚਾਂ ਦੀ ਘਾਟ ਆ, ਹੁਣ ਮਿਰਚਾਂ ਦੀ ਘਾਟ ਹੋ ਸਕਦੀ ਆ। ਸੋ ਇਹਦੇ ਨਾਲ ਜ਼ਿਆਦਾ ਸਮਾਰਟ ਸਿਸਟਮਸ ਆ ਜਾਣਗੇ। ਫਾਰਮਿੰਗਸ ਦੇ ਅੰਦਰ ਵੀ ਕਾਫੀ ਸਮਾਰਟ ਸਿਸਟਮਸ ਆਉਣਗੇ ਫਿਊਚਰ ਦੇ ਅੰਦਰ। ਯਾ ਸੋ ਮੈਂ ਸੋਚਿਆ ਚਲੋ ਹੁਣ ਆਪਾਂ ਤੁਹਾਨੂੰ ਐਟਲੀਸਟ ਇਹ ਦੱਸਦੇ ਵੀ ਬਲੌਕਚੇਨ ਕਾਦੇ ਵਾਸਤੇ ਵਰਤ ਸਕਦੇ ਆ। ਸੋ ਹੁਣ ਜਿਹੜੀ ਫਾਈਨੈਂਸ਼ੀਅਲ ਦੀ ਕਾਸਟ ਕਾਫੀ ਐਕਸਪੈਂਸਿਵ ਆ, ਦੇਸ਼ਾਂ ਦੇ ਵਿਚਾਲੇ ਜੇ ਪੈਸੇ ਭੇਜਣੇ ਕਾਫੀ ਮਹਿੰਗੇ ਆ। ਸੋ ਬਲੌਕਚੇਨ ਉੱਥੇ ਵਰਤ ਕੇ, ਕਿਉਂਕਿ ਹੁਣ ਕਾਫੀ ਬੈਂਕਾਂ ਨੇ ਪੈਸੇ ਜਦੋਂ ਮੂਵ ਕਰਨੇ ਆ ਬੈਂਕ A ਤੋਂ B ਤੋਂ C ਤੋਂ D ਤੋਂ E ਜਾ ਕੇ ਕਾਫੀ ਕਾਸਟ ਵੱਧ ਜਾਂਦਾ। ਕਾਫੀ ਬੈਂਕਾਂ ਅੰਦਰ ਆਪਦਾ ਕੱਟ ਲੈਂਦੀਆਂ ਨੇ। ਸੋ ਉਹਦੇ ਕਰਕੇ ਜੇ ਤੁਸੀਂ ਪੈਸੇ ਐਗਜ਼ਾਮਪਲ UK ਤੋਂ ਇੰਡੀਆ ਭੇਜਣੇ ਆ, ਉਹਦੀ ਫੀਸ ਕਿੰਨੀ ਮਹਿੰਗੀ ਹੋ ਜਾਂਦੀ ਆ। ਪਰ ਅਗਰ ਤੁਸੀਂ ਕ੍ਰਿਪਟੋ ਨਾਲ ਹੀ ਭੇਜਦੀ ਆ, ਅਗਰ ਇੱਥੇ ਕੋਈ ਖਰੀਦ ਰਿਹਾ ਕ੍ਰਿਪਟੋ, ਉੱਥੇ ਕੋਈ ਕ੍ਰਿਪਟੋ ਵੇਚ ਰਿਹਾ, ਸੋ ਸਿੱਧਾ ਡਾਇਰੈਕਟ ਟ੍ਰਾਂਸਫਰ ਹੋ ਜਾਂਦੇ ਆ। ਉਸ ਕਰਕੇ ਨਈ ਤਰ੍ਹਾਂ ਦੀਆਂ ਬੈਂਕਾਂ ਦੀਆਂ ਸਿਸਟਮ ਵੀ ਹੁਣ ਲੋਕੀ ਕਹਿੰਦੇ ਆ ਹੁਣ ਲੋਕੀ ਜ਼ਿਆਦਾ ਫੀਸ ਨਹੀਂ ਭਰਨਗੇ ਕਿਉਂਕਿ ਹੋਰ ਤਰੀਕੇ ਨਿਕਲੇ ਆਏ ਆ। ਸੋ ਲੋਕੀ ਹੋਰ ਟੈਕਨੋਲੋਜੀ ਇਨੋਵੇਟ ਕਰਨ ਲੱਗੇ, ਨਵੇਂ ਤਰ੍ਹਾਂ ਦੇ ਸਿਸਟਮ ਡਿਵੈਲਪ ਕਰਨ ਲੱਗੇ। ਫੂਡ ਸੇਫਟੀ ਹੁਣ ਫਿਊਚਰ ਹੈਗਾ ਵੀ ਜਿੱਥੇ ਲੋਕੀ ਐਂਡ ਟੂ ਐਂਡ ਫੂਡ ਨੂੰ ਟ੍ਰੇਸ ਕਰਨਗੇ। ਇੱਕ QR ਕੋਡ ਸਿੰਪਲ ਜਿਹਾ ਪਾ ਕੇ ਉਹੀ ਆਲੂ ਦੇ ਉੱਤੇ ਅਗਰ ਆਪਾਂ ਇੱਕ ਸਿੰਪਲ ਜਿਹਾ ਕੀ QR ਕੋਡ ਪਾ ਦਿੰਦੇ, ਉਹਦੇ ਨਾਲ ਇਹ ਪਤਾ ਚੱਲ ਜਾਊਗਾ ਵੀ ਆਲੂ ਆਇਆ ਕਿੱਥੋਂ ਸੀਗਾ। ਅੱਜ ਓਨਲੀ ਪ੍ਰੂਫ ਵੀ ਇਹ ਪੰਜਾਬ ਦਾ ਆਲੂ ਆ, ਉਹ ਜਿਹੜਾ ਉੱਤੇ ਇੱਕ ਸਟicker ਲੱਗਿਆ ਹੁੰਦਾ ਉਹਦੀ ਬੈਗ ਦੇ ਉੱਤੇ, ਉਹ ਤੋਂ ਸਿਵਾ ਲੋਕਾਂ ਨੂੰ ਕੋਈ ਪਤਾ ਨਹੀਂ ਵੀ ਆਲੂ ਕਿੱਥੋਂ ਆਇਆ। ਭਾਵੇਂ ਆਲੂ ਚੰਗੀ ਕੁਆਲਿਟੀ ਦਾ ਜਾਂ ਨਹੀਂ, ਉਹ ਵੀ ਨਹੀਂ ਪਤਾ। ਪਰ ਫਿਊਚਰ 'ਚ ਸ਼ਾਇਦ ਉਹ ਇੱਕ ਤਰ੍ਹਾਂ ਦੇ ਇਹੋ ਜਿਹੇ ਸਟicker ਜਾਂ ਲੇਬਲ ਲਾਉਣ ਲੱਗ ਜਾਣਗੇ ਜਿਹਦੇ ਨਾਲ ਆਪਾਂ ਉਹ ਪੂਰੇ ਖਾਣੇ ਦਾ ਟ੍ਰੇਸ ਕਰ ਸਕਦੇ ਵੀ ਕਿੱਥੋਂ ਆਇਆ ਸੀਗਾ, ਵੀ ਇਹ ਸੇਫ ਹੈਗਾ ਜਾਂ ਨਹੀਂ ਕੰਜ਼ਿਊਮ ਕਰਨ ਵਾਸਤੇ। ਹੁਣ ਜਿਵੇਂ ਤੁਸੀਂ ਦੇਖੋ ਚਾਈਨਾ 'ਚ ਸੈਕੰਡ ਵੇਵ ਸ਼ੁਰੂ ਹੋ ਗਈ ਸੀ ਕਰੋਨਾ ਦੀ, ਕਿਉਂਕਿ ਉਹਨਾਂ ਦੇ ਸ਼ੰਘਾਈ ਦੇ ਅੰਦਰ ਲੋਕੀ UK ਤੋਂ ਮੱਛੀਆਂ ਲੈ ਕੇ ਆਏ ਸੀ, ਮੱਛੀਆਂ ਦੇ ਪਲਾਸਟਿਕ ਦੇ ਉੱਤੇ ਕਰੋਨਾ ਵਾਇਰਸ ਸੀਗਾ। ਉਹਦੇ ਨਾਲ ਵਾਪਸ ਇੱਕ ਵਾਰੀ ਫੇਰ ਕਰੋਨਾ ਵਾਇਰਸ ਸ਼ੁਰੂ ਹੋ ਗਿਆ ਚਾਈਨਾ ਦੇ ਅੰਦਰ। ਨਹੀਂ ਤਾਂ ਅਗਰ ਉਹ ਇਹਨਾਂ ਕੋਲ ਐਂਡ ਟੂ ਐਂਡ ਟ੍ਰੇਸਿੰਗ ਸਿਸਟਮ ਹੁੰਦਾ, ਉਹ ਅੰਦਰ ਦੇਸ਼ ਦੇ ਆਉਣ ਤੋਂ ਪਹਿਲਾਂ ਹੀ ਬਲੌਕ ਕਰ ਦਿੰਦੇ ਵੀ ਇਹ ਖਾਣਾ ਚੰਗਾ ਨਹੀਂ ਹੈ, ਇਹਨੂੰ ਕੱਢ ਦਿਓ, ਵੀ ਇਹ ਕਿ ਜਿੱਥੇ ਕਰੋਨਾ ਵਾਇਰਸ ਹੋਇਆ ਸੀਗਾ ਉਹ ਜਗ੍ਹਾ ਤੋਂ ਆਇਆ। ਉਹੀ ਤਰ੍ਹਾਂ ਉਹ ਫੂਡ ਸੇਫਟੀ ਕਰ ਸਕਦੇ ਆ। ਟ੍ਰੇਡਿੰਗ ਦੇ ਅੰਦਰ ਵੀ ਹੁਣ ਕਿੰਨੇ ਤਰ੍ਹਾਂ ਦੇ ਟ੍ਰੇਡਿੰਗ ਸਿਸਟਮ ਨਿਕਲੇ, ਕ੍ਰਿਪਟੋ ਟ੍ਰੇਡਿੰਗ ਸਿਸਟਮ ਨਿਕਲੇ। ਫਿਊਚਰ ਦੇ ਅੰਦਰ ਜ਼ਿਆਦਾ ਤਕੜੇ ਟ੍ਰੇਡਿੰਗ ਸਿਸਟਮ ਮਿਲਣਗੇ। ਹੈਲਥ ਕੇਅਰ ਅੱਜ ਕੱਲ੍ਹ ਕਿੰਨੀਆਂ ਫੇਕ ਮੈਡੀਸਿਨਸ ਆ, ਕਿੰਨੇ ਫੇਕ ਡਾਕਟਰਸ ਆ, ਕਿੰਨੇ ਫੇਕ ਡਿਗਰੀਆਂ ਨੇ। ਪੰਜਾਬ ਦੇ ਅੰਦਰ ਤਾਂ ਇਹ ਬਹੁਤ ਵੱਡੀ ਇਸ਼ੂ ਆ। ਹੈਲਥ ਕੇਅਰ ਵਾਲਾ ਹਰ ਇੱਕ ਬੰਦਾ ਡਾਕਟਰ 'ਚ ਬਣਿਆ ਫਿਰਦਾ, ਤੇ ਇਹਦੇ ਅੰਦਰ ਮੈਨੂੰ ਇਹ ਸ਼ੱਕ ਪੈਂਦਾ ਵੀ ਇਹ ਡਾਕਟਰ ਹੈਗਾ ਵੀ ਹੈ ਨਹੀਂ ਗਾ। ਕਿਤੇ ਮੈਨੂੰ ਲੱਗਦਾ ਮੈਨੂੰ ਉਹ ਤੋਂ ਜ਼ਿਆਦਾ ਡਾਕਟਰੀ ਦੀ ਨੌਲੇਜ ਹੈ, ਤੇ ਇਹ ਬੰਦਾ ਮੈਨੂੰ ਕੋਈ ਗਲਤ ਦਵਾਈ ਤਾਂ ਨਹੀਂ ਦੇ ਰਿਹਾ। ਤੇ ਹੁਣ ਇਹਦੇ ਅੰਦਰ ਇਹ ਵੈਰੀਫਾਈ ਕਰਨਾ ਬੜਾ ਔਖਾ ਨਾ, ਵੀ ਬੰਦਾ ਕਹਿੰਦਾ ਹਾਂ ਮੇਰੇ ਕੋਲ ਇੰਨੀਆਂ ਡਿਗਰੀਆਂ, ਮੈਂ ਇੰਨੀ MBBS ਕੀਤੀ ਹੈ, ਮੈਂ ਦੁਨੀਆ ਦਾ ਸਭ ਤੋਂ ਬੈਸਟ ਡਾਕਟਰ ਤੋਂ ਫਿਰਦਾ, ਪਰ ਇਹ ਕਿਵੇਂ ਪਤਾ ਲਈਏ ਵੀ ਇਹ ਸੱਚੀ ਕਹਿੰਦਾ ਜਾਂ ਝੂਠ ਕਹਿੰਦਾ।
ਸੋ ਇਹਦੇ ਅੰਦਰ ਤਾਂ ਹੁਣ ਕੀ ਇਹਦੀ ਇਹ ਜੇ ਸਿਸਟਮ ਦੀ ਜ਼ਰੂਰਤ ਆ ਵੀ ਆਪਾਂ ਬੰਦਾ ਵੈਰੀਫਾਈ ਕਰ ਸਕੀਏ ਕਿ ਇਹ ਮੈਡੀਸਨ ਸਹੀ ਆ, ਇਹ ਡਾਕਟਰ ਸਹੀ ਆ, ਇਹ ਕੀ ਜਿਹੜੀ ਇਹ ਮੈਡੀਸਨ ਇਹ ਪੇਸ਼ੈਂਟਸ ਨੂੰ ਚੱਲੂਗੀ ਜਾਂ ਨਹੀਂ ਚੱਲੂਗੀ, ਉਹਦਾ ਹੈਲਥ ਰਿਕਾਰਡ ਕੀ ਸੀ। ਹੁਣ ਲੋਕੀ ਅੱਡ ਹਸਪੀਟਲ ਜਾਈ ਜਾਂਦੇ ਆ ਪਰ ਉਹਨਾਂ ਦਾ ਰਿਕਾਰਡ ਕੋਈ ਵੀ ਨਹੀਂ ਸਾਂਭਦਾ। ਹੁਣ ਅਗਰ ਤੁਹਾਨੂੰ ਇਹ ਬਿਮਾਰੀ ਆ ਅਗਲੇ ਹਸਪੀਟਲ 'ਚ ਜਾਣ 'ਚ ਵੀ ਕਿੰਨੀ ਪ੍ਰੋਬਲਮ ਆ, ਕਿਉਂਕਿ ਉਹ ਰਿਕਾਰਡ ਹਸਪੀਟਲ ਕੋਲ ਨਹੀਂ, ਇੱਕ ਵਾਰੀ ਫੇਰ ਟੈਸਟਿੰਗ ਕਰਨਾ ਪੈਂਦਾ। ਸੋ ਉਹੀ ਤੁਸੀਂ ਪ੍ਰੋਬਲਮ ਬ੍ਰਾਂਡਡ ਕੱਪੜੇ ਵੀ ਵੇਖ ਲਓ, ਤੁਸੀਂ ਕਿੰਨੀ ਬਲੈਕ ਮਾਰਕੀਟ ਦੇ ਵਿੱਚ ਨਕਲੀ ਬ੍ਰਾਂਡਡ ਕੱਪੜੇ ਵੇਚਦੇ ਨੇ, ਬ੍ਰਾਂਡਡ ਬੈਗਸ, ਬ੍ਰਾਂਡਡ ਵਾਚਸ ਵੇਚਦੇ ਨੇ। ਤੇ ਇਹ ਕਿਵੇਂ ਪਤਾ ਕਰੀਏ ਕਿ ਉਹਦੀ ਆਥੈਂਟਿਸਿਟੀ, ਕਿ ਉਹ ਰੀਅਲ ਵਾਚ ਹੈਗੀ ਹੈ ਰੋਲੈਕਸ ਦੀ ਜਾਂ ਬਲੈਕ ਮਾਰਕੀਟ ਤੋਂ ਮਿਲੀ ਹੈ। ਤੇ ਇਹ ਜਿਹੜੀ ਬ੍ਰਾਂਡਡ ਚੀਜ਼ਾਂ, ਕੋਈ ਵੀ ਚੀਜ਼ ਦੀ ਤੁਸੀਂ ਜੇ ਵੈਰੀਫਿਕੇਸ਼ਨ ਕਰਨੀ ਹੈ, ਉੱਥੇ ਬਲੌਕਚੇਨ ਇਜ਼ ਵੈਰੀ ਵੈਰੀ ਇੰਪੋਰਟੈਂਟ। ਸੌਰੀ ਹਰਪ੍ਰੀਤ। ਯਾ ਸੋ ਉਹੀ ਤਰੀਕੇ ਨਾਲ ਆਪਾਂ ਗੱਲ ਕਰੀਏ ਤਾਂ ਕਾਫੀ ਚੀਜ਼ਾਂ, ਕਾਫੀ ਜ਼ਿਆਦਾ ਯੂਜ਼ ਕੇਸਿਸ ਵਧੀ ਜਾਣਗੇ, ਕਾਫੀ ਚੀਜ਼ਾਂ ਦੇ। ਹੁਣ ਦੇਖੋ ਅਗਰ ਤੁਸੀਂ ਇਕਰਾਰਨਾਮਾ ਜਾਂ ਕੰਟਰੈਕਟ ਤੁਸੀਂ ਡਿਜੀਟਲ ਕਰਤਾ, ਕਿੰਨੇ ਜ਼ਿਆਦਾ ਜਗ੍ਹਾ ਤੇ ਲਾਗੂ ਹੋ ਸਕਦਾ ਉਹ, ਕਿੰਨੀਆਂ ਚੀਜ਼ਾਂ ਸੋਲਵ ਹੋ ਸਕਦੀਆਂ, ਕਿੰਨਾ ਕਾਸਟ ਕੱਟ ਕਰ ਸਕਦੇ ਆ। ਹੁਣ ਇਹ ਤੁਹਾਨੂੰ ਮੈਂ ਉਹ ਜ਼ਮੀਨ ਦੇ ਬਾਰੇ ਗੱਲ ਦੱਸੀ ਸੀ, ਸਿਰਫ ਇੱਕ ਨਾਂ ਬਦਲਣ ਵਾਸਤੇ ਉਹ ਜ਼ਮੀਨ ਦੇ ਉੱਤੇ ਕਿੰਨਾ ਖਰਚਾ ਹੋ ਜਾਂਦਾ, ਕਿੰਨਾ ਟਾਈਮ ਲੱਗ ਜਾਂਦਾ, ਕਿੰਨੀ ਐਫਰਟ ਲੱਗਦੀ ਹੈ ਬੰਦੇ ਦੀ। ਪਰ ਅਗਰ ਉਹ ਕੰਪਿਊਟਰ ਤੇ ਹੁੰਦਾ, ਸਿਰਫ ਇੱਕ ਬਟਨ ਨੱਪ ਕੇ ਬੰਦੇ ਦਾ ਨਾਂ ਬਦਲ ਸਕਦਾ ਸੀ ਉੱਤੇ। ਤੇ ਉਹਦੇ ਨਾਲ ਹੁਣ ਰੀਅਲ ਐਸਟੇਟ 'ਚ ਕਿੰਨਾ ਕਾਸਟ ਘਟੂਗਾ, ਕਿੰਨੀ ਪ੍ਰਾਪਰਟੀ ਦੀ ਵੈਲਿਊ ਦੇ ਉੱਤੇ ਉਹ ਇਫੈਕਟ ਪੈ ਸਕਦਾ, ਤੇ ਕਿੰਨਾ ਹੁਣ ਅਗਰ ਮੈਂ ਪ੍ਰਾਪਰਟੀ ਬਦਲਣ 'ਚ ਸੌਖਾ ਗਾ ਕਿ ਮੈਂ ਪ੍ਰਾਪਰਟੀ ਲੈਣ 'ਚ ਸੌਖਾ ਕੰਮ ਕਰ ਸਕਦਾ, ਇਹ ਅੰਦਰ ਮੈਨੂੰ ਉਹ ਕਾਸਟ ਪ੍ਰਾਪਰਟੀ ਲੈਣ ਦਾ ਪ੍ਰਾਪਰਟੀ ਕਾਸਟ ਘੱਟ ਹੋ ਸਕਦਾ ਉਹਦੇ ਅੰਦਰ। ਤੇ ਸੇਮ ਟਾਈਮ ਤੇ ਮੈਂ ਪ੍ਰਾਪਰਟੀ ਦੀ ਇੱਕ ਭਾਗ ਲੈਣ ਦੀ ਜਗ੍ਹਾ ਕਿ ਮੈਂ ਸਿਰਫ ਮੀਨਸ ਲਾਈਕ ਪੂਰੀ ਪ੍ਰਾਪਰਟੀ ਲੈਣ ਦੀ ਜਗ੍ਹਾ ਕਿ ਮੈਂ ਅੱਧੀ ਪ੍ਰਾਪਰਟੀ ਲੈ ਸਕਦਾ, ਜਿਵੇਂ ਲੋਕੀ ਇੱਥੇ ਜ਼ਿਆਦਾਤਰ ਮਲੇਸ਼ੀਆ 'ਚ ਕਰ ਲੈਂਦੇ ਆ ਇਨਵੈਸਟਮੈਂਟ ਵਾਸਤੇ। ਪਰ ਅਗਰ ਕਰ ਲੈਣਾ ਤੈਨੂੰ ਪੂਰਾ ਕਰ ਲੈਣਾ ਪੈਂਦਾ। ਹੁਣ ਇੱਕ ਨਵਾਂ ਕਨਸੈਪਟ ਸ਼ੁਰੂ ਹੋਇਆ, ਉਹਨੂੰ ਕਹਿੰਦੇ ਆ ਫ੍ਰੈਕਸ਼ਨਲ ਓਨਰਸ਼ਿਪ। ਵੀ ਇੱਕ ਘਰ ਭਾਵੇਂ 10 ਜਣੇ ਇਨਵੈਸਟ ਕਰਕੇ ਲੈ ਲਓ, ਉਹਦਾ ਕਿਰਾਇਆ ਫਿਰ 10 ਜਣੇ ਦੇ ਅੰਦਰ ਆਟੋਮੈਟਿਕਲੀ ਦਿੱਤਾ ਜਾਂਦਾ ਹੈ, ਫਿਰ ਆਪੇ ਸ਼ੇਅਰ ਕਰ ਸਕਦੇ ਆ। ਉਹਨੂੰ ਫ੍ਰੈਕਸ਼ਨਲ ਓਨਰਸ਼ਿਪ ਦਾ ਕਨਸੈਪਟ ਕਿਹਾ ਜਾਂਦਾ। ਇਹ ਵੀ ਸ਼ਾਇਦ ਕਿਸੇ ਨਾ ਕਿਸੇ ਦਿਨ ਹੋਰ ਦੇਸ਼ਾਂ 'ਚ ਲਾਗੂ ਹੋਊਗਾ, ਪਰ ਇਸ ਟਾਈਮ ਤੇ ਜਿਵੇਂ ਚਾਈਨਾ ਤੇ ਆਸੀਅਨ ਦੇ ਅੰਦਰ ਇਹਦੀ ਕਾਫੀ ਪਾਜਾ ਵਾਲੇ ਲੋਕ ਸੋਚ ਰਹੇ ਆ ਵੀ ਇਹ ਕਿਵੇਂ ਇਹ ਸਿਸਟਮ ਲਾਗੂ ਕਰ ਸਕੇ। ਸਪਲਾਈ ਚੇਨ, ਹੁਣ ਤੁਹਾਨੂੰ ਮੈਂ ਆਲੂ ਦੀ ਸਟੋਰੀ ਦੱਸੀ ਸੀ ਵੀ ਕਿਵੇਂ ਇੱਕ ਦੇਸ਼ ਦੇ ਅੰਦਰ ਹੀ ਜਿਹੜੀ ਪੂਰੀ ਸਪਲਾਈ ਚੇਨ ਆਲੂ ਦੀ ਇਕੱਲੀ ਕਿਵੇਂ ਪ੍ਰੋਬਲਮ ਹੋਈ ਪਈ ਹੈ। ਲੋਕਾਂ ਨੂੰ ਪਤਾ ਨਹੀਂ ਗਾ ਵੀ ਕਿੱਥੇ ਆਲੂ ਘੱਟ ਆ, ਕਿੱਥੇ ਆਲੂ ਜ਼ਿਆਦਾ ਆ, ਕਿੱਥੇ ਆਲੂ ਵੇਚੀਏ, ਕਿੱਥੇ ਨਾ ਵੇਚੀਏ। ਮੰਡੀਆਂ ਚੱਕਣ ਨੂੰ ਤਿਆਰ ਨਹੀਂ, ਉਹਨਾਂ ਨੂੰ ਵੀ ਨਹੀਂ ਪਤਾ ਵੀ ਲੈਣੀਆਂ ਚਾਹੀਦੀਆਂ ਨਹੀਂ ਚਾਹੀਦੀਆਂ। ਪ੍ਰਾਈਸਾਂ ਵੀ ਉਹਦੀ ਹਮੇਸ਼ਾ ਉੱਤੇ ਥੱਲੇ ਹੁੰਦੀ ਰਹਿੰਦੀ ਹੈ। ਐਗਜ਼ਾਮਪਲ ਹੁਣ ਇਸ ਮਹੀਨੇ ਆਲੂ ਘੱਟ ਹੋ ਗਏ, ਅਗਲੇ ਮਹੀਨੇ ਆਲੂ ਮਹਿੰਗੇ, ਉਹਦੇ ਨਾਲ ਉਹ ਪ੍ਰਾਈਸਾਂ ਵੀ ਜ਼ਿਆਦਾ ਮੇਨਟੇਨ ਨਹੀਂ ਹੋ ਰਹੀ, ਕਿਉਂਕਿ ਲੋਕਾਂ ਨੂੰ ਪਤਾ ਨਹੀਂ ਵੀ ਕੀ ਘੱਟ ਆ ਕੀ ਜ਼ਿਆਦਾ ਆ, ਕਿਉਂਕਿ ਇਨਫੋਰਮੇਸ਼ਨ ਹੈ ਨਹੀਂ, ਡੇਟਾ ਹੈ ਨਹੀਂ ਉਹਨਾਂ ਕੋਲੇ। ਸੋ ਉਹਦੇ ਨਾਲ ਸਪਲਾਈ ਚੇਨ ਵੀ ਕਾਫੀ ਇੰਪਰੂਵ ਹੋ ਸਕਦੀ ਹੈ। ਤੇ ਹੁਣ ਅਕਬਰ ਲੋਕੀ ਜਾ ਕੇ ਡੋਨੇਸ਼ਨ ਕਰ ਰਿਹਾ, ਕਾਫੀ ਲੋਕ ਆ ਕੇ ਪੈਸੇ ਮੰਗ ਲੈਂਦੇ ਵੀ ਮੈਨੂੰ ਪੈਸੇ ਦੇ ਦਿਓ, ਮੈਨੂੰ ਮੈਂ ਇਹ ਚੀਜ਼ਾਂ ਕਰਨੀਆਂ ਜਾਂ ਮੈਂ ਇਹ ਚੀਜ਼ਾਂ ਇੰਪਰੂਵ ਕਰਨੀਆਂ। ਪਰ ਪੈਸੇ ਲੋਕੀ ਦੇਈ ਜਾਂਦੇ ਆ, ਪਰ ਪਤਾ ਨਹੀਂ ਵੀ ਹੁਣ ਉਹ ਪੈਸੇ ਜਾਂਦੇ ਆ ਲੋਕਾਂ ਦੀ ਜਿਨ੍ਹਾਂ ਨੂੰ ਜ਼ਰੂਰਤ ਆ ਪੈਸੇ ਦੀ, ਉਹਨਾਂ ਕੋਲੇ ਪਹੁੰਚਦੇ ਆ ਨਹੀਂ ਪਹੁੰਚਦੇ। ਉਸ ਤਰ੍ਹਾਂ ਦੇ ਵੀ ਟਰੈਕਿੰਗ ਹੋ ਸਕਦੀ ਆ ਵੀ ਪਤਾ ਲੱਗੇ ਵੀ ਇਹ ਪੈਸੇ ਉਹ ਬੰਦੇ ਕੋਲੇ ਪਹੁੰਚੇ, ਉਹਨੂੰ ਕੀ ਮਿਲਿਆ, ਕੀ ਸਰਵਿਸ ਮਿਲੀ, ਤੇ ਅੱਗੇ ਤੋਂ ਮੈਂ ਡੋਨੇਟ ਅੱਗੇ ਕਰਾਂ ਜਾਂ ਨਾ ਕਰਾਂ, ਉਹ ਜਿਹੇ ਐਫਰਟ 'ਚ ਵੀ ਆ ਸਕਦੀ ਆ। ਸੋ ਇਸ ਤਰ੍ਹਾਂ ਕਾਫੀ ਜ਼ਿਆਦਾ ਯੂਜ਼ ਕੇਸਿਸ ਆ ਗਵਰਨਮੈਂਟ ਦੇ ਅੰਦਰ, ਟਰੈਵਲ ਦੇ ਅੰਦਰ, ਰਿਟੇਲ ਦੇ ਅੰਦਰ, ਮੀਡੀਆ ਐਂਟਰਟੇਨਮੈਂਟ ਦੇ ਅੰਦਰ। ਹਰੇਕ ਇੰਡਸਟਰੀ 'ਚ ਇੱਕ ਨਵਾਂ ਯੂਜ਼ ਕੇਸ ਆ ਰਿਹਾ, ਨਵੀਂ ਤਰ੍ਹਾਂ ਦੇ ਕਨਸੈਪਟਸ ਆ ਰਹੇ ਨੇ, ਨਵੀਂ ਤਰ੍ਹਾਂ ਦੇ ਆਈਡੀਆ ਆ ਰਹੇ ਨੇ। ਤੇ ਉਹ ਜ਼ਿਆਦਾਤਰ ਉਹ ਕੀ ਕਰ ਰਿਹਾ ਵੀ ਉਹ ਚੀਜ਼ਾਂ ਨੂੰ ਆਟੋਮੇਟ ਕਰ ਰਿਹਾ, ਉਹ ਚੀਜ਼ਾਂ ਦਾ ਪਾਥ ਥੱਲੇ ਕੱਟ ਕਰ ਰਿਹਾ, ਤੇ ਉਹ ਚੀਜ਼ਾਂ ਨੂੰ ਜ਼ਿਆਦਾ ਤੇਜ਼ ਕਰ ਰਿਹਾ। ਉਸੇ ਟਾਈਮ ਤੇ ਤੁਸੀਂ ਦੇਖਦੇ ਹੋ 4 ਸਾਲਾਂ 'ਚ ਕ੍ਰਿਪਟੋ ਕਰੰਸੀ, ਬਲੌਕਚੇਨ ਦੀ ਹੋਲ ਇੰਡਸਟਰੀ ਕਿਵੇਂ ਉੱਤੇ ਗਈ, ਉਹਦੇ ਨਾਲ ਕਿਵੇਂ ਲੋਕੀ ਤੇਜ਼ੀ ਨਾਲ ਚੀਜ਼ਾਂ ਡਿਵੈਲਪ ਕਰਨ ਲੱਗ ਗਏ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਮਾਰਕੀਟ ਕਾਫੀ ਤੇਜ਼ੀ ਨਾਲ ਵੱਧ ਰਹੀ ਆ, ਤੇ ਇਹਦੇ ਨਾਲ ਜਿਹੜੇ ਅਡੋਪਸ਼ਨ ਆ, ਜਿਹੜੇ ਲੋਕੀ ਇਹਨਾਂ ਨੂੰ ਯੂਜ਼ ਕਰ ਰਹੇ ਆ, ਉਹ ਵੀ ਛੇਤੀ ਅਡੋਪਟ ਕਰ ਰਹੇ ਨੇ ਇਹਨੂੰ। ਸੋ ਹੁਣ ਇੰਟੈਲੈਕਚੁਅਲ ਪ੍ਰਾਪਰਟੀ ਦਾ ਵੀ ਉਹ ਵੀ ਕਾਫੀ ਵੱਡਾ ਹੋਊਗਾ, ਇੰਸ਼ੋਰੈਂਸ, ਉਹ ਸਾਰਾ ਕੁਝ ਡਿਜੀਟਲ ਹੋਊਗਾ। ਪਰ ਜੇ ਇਹਦੇ ਕਾਫੀ ਚੈਲੰਜਸ ਵੀ ਨੇ ਇਸ ਟਾਈਮ ਤੇ, ਜਿਵੇਂ ਕਾਫੀ ਲੈਗੇਸੀ ਸਿਸਟਮ ਨੇ, ਕਾਫੀ ਪੁਰਾਣੇ ਸਿਸਟਮ ਆ ਗਵਰਨਮੈਂਟ ਦੇ, ਉਹਨਾਂ ਨੂੰ ਕਿਵੇਂ ਇੰਟੀਗ੍ਰੇਟ ਕਰਨਾ, ਕਿਵੇਂ ਬਲੌਕਚੇਨ ਇੱਕ ਦੂਜੇ ਨਾਲ ਗੱਲ ਕਰੇ। ਸਕਿੱਲਸ, ਜਿਵੇਂ ਤੁਹਾਨੂੰ ਦੱਸਿਆ ਸੀਗਾ ਡਿਵੈਲਪਰ ਹੈ ਹੀ ਨਹੀਂ ਇਸ ਟਾਈਮ ਤੇ। ਮੈਨੂੰ ਪਤਾ ਨਹੀਂ ਵੀ ਕਿੰਨੇ ਪੰਜਾਬ 'ਚ ਕਿੰਨੇ ਡਿਵੈਲਪਰ ਹੋਣਗੇ। ਮੈਂ ਸੁਣਿਆ ਕਾਫੀ ਲੋਕਾਂ ਨਾਲ ਮੈਂ ਮਿਲਿਆ, ਕਾਫੀ ਲੋਕਾਂ ਨਾਲ ਮੈਂ ਗੱਲ ਕੀਤੀ ਆ, ਪੰਜਾਬ 'ਚ ਵੀ ਕਾਫੀ ਸਕਿੱਲ ਹੈਗਾ, ਕਾਫੀ ਬਲੌਕਚੇਨ ਦੀਆਂ ਕੰਪਨੀਆਂ ਪੰਜਾਬ 'ਚ ਵੀ ਮਿਲ ਰਹੀਆਂ, ਮੋਹਾਲੀ ਬਣੀ, ਚੰਡੀਗੜ੍ਹ ਬਣੀ ਤੇ ਦਿੱਲੀ ਬਣੀ। ਕਾਫੀ ਸਿੱਖਾਂ ਨੇ ਆਪਦੀ ਬਲੌਕਚੇਨਾਂ ਦੀ ਕੰਪਨੀਆਂ ਸ਼ੁਰੂ ਕੀਤੀਆਂ ਨੇ। ਮੈਂ ਇੱਕ 3-4 ਨਾਲ ਗੱਲ ਵੀ ਕੀਤੀ ਹੈ, ਮਿਲਿਆ ਵੀ ਆ, ਤੇ ਮੈਂ ਇਹ ਦੇਖ ਕੇ ਕਾਫੀ ਫਖਰ ਦੀ ਗੱਲ ਆ ਵੀ
ਆਪਣੀ ਦੀ ਜਿੰਨੇ ਵੀ ਪੰਜਾਬੀ ਨੇ ਉਹ ਵੀ ਬਾਹਰ ਆ ਰਹੇ ਨੇ, ਉਹ ਵੀ ਸਿੱਖ ਰਹੇ ਨੇ, ਉਹ ਵੀ ਵੱਧ ਰਹੇ ਨੇ, ਪਰ ਫਿਰ ਵੀ ਸਕਿੱਲ ਸੈਟ ਦੀ ਕਾਫੀ ਸ਼ਾਰਟੇਜ ਨੇ ਪੂਰੀ ਇੰਡਸਟਰੀ 'ਚ, ਦੁਨੀਆ ਭਰ ਸ਼ਾਰਟੇਜ ਆ, ਤੇ ਅਡੋਪਸ਼ਨ ਹਜੇ ਘੱਟ ਆ, ਪਰ ਇਹ ਜ਼ਰੂਰ ਟਾਈਮ ਦੇ ਨਾਲ ਵਧੂਗਾ। ਤੇ ਇਸ ਟਾਈਮ ਤੇ ਕੋਸਟ ਚੈਲੰਜਸ ਆ, ਗਵਰਨਮੈਂਟ ਨੂੰ ਇਹ ਨਹੀਂ ਪਤਾ ਵੀ ਮੈਂ ਇਹਦੇ ਤੇ ਪੈਸਾ ਲਾ ਕੇ ਕਿੰਨਾ ਪੈਸਾ ਬਚਾ ਸਕਦੀ ਹਾਂ, ਸੋ ਜਾਂ ਕਿੰਨਾ ਪੈਸਾ ਮੈਂ ਬਚਾਉਂਗੀ ਇਹਦੇ ਉੱਤੇ। ਕੰਪਨੀ ਨੂੰ ਹਜੇ ਇਹਦਾ ਇੰਨਾ ਪਤਾ ਨਹੀਂ ਵੀ ਮੈਂ ਇਹਦੇ ਉੱਤੇ ਪੈਸੇ ਲਾਵਾਂ ਜਾਂ ਨਾ ਲਾਵਾਂ, ਹਜੇ ਉਹ ਚੈਲੰਜ ਹੈਗਾ। ਪਰ ਇਹ ਹੌਲੀ ਹੌਲੀ ਉਹਦਾ ਕੋਸਟ ਘੱਟ ਹੋਊਗਾ, ਡਿਵੈਲਪਮੈਂਟ ਦਾ ਕੋਸਟ ਘੱਟ ਹੋਊਗਾ। ਉਹ ਜਿਹਦੀ ਸੈਲਰੀਆਂ ਅੱਜ ਪ੍ਰੀਮੀਅਮ ਤੇ ਆ, ਅੱਜ ਪ੍ਰੀਮੀਅਮ ਤੇ ਆ, ਜਦੋਂ ਸਾਰੇ ਲੋਕ ਡਿਵੈਲਪਮੈਂਟ ਕਰਨ ਲੱਗੇ ਬਲੌਕਚੇਨ ਦੇ ਉੱਤੇ, ਫਿਰ ਘੱਟ ਹੋ ਜੂਗੀ, ਕਿਉਂਕਿ ਉਦੋਂ ਫਿਰ ਮਾਰਕੀਟ ਦੀ ਡਿਮਾਂਡ ਮੈਟ ਹੋ ਜੂਗੀ, ਫਿਰ ਲੋਕੀ ਬਾਹਲੀ ਪ੍ਰੀਮੀਅਮ ਸੈਲਰੀ ਨਹੀਂ ਦੇਣਗੇ। ਪਰ ਜਿੰਨਾ ਮੈਨੂੰ ਪਤਾ ਗਾ ਹਜੇ ਟਾਈਮ ਹੈਗਾ, ਹਜੇ ਕਾਫੀ ਲੋਕ ਕਾਫੀ ਸਾਲਾਂ ਵਾਸਤੇ ਹੌਲੀ ਹੌਲੀ ਮੈਚ ਹੋ ਗਈ ਇਹਦੀ ਇੰਡਸਟਰੀ ਦੀ ਸਪੀਡ ਦੇ ਨਾਲ। ਸੋ ਜਸਟ ਕਮਿੰਗ ਟੂ ਫਿਊਚਰ ਕਰੀਅਰਸ, ਵੀ ਅੱਗੇ ਕੀ ਦੇਖ ਸਕਦੇ ਹਾਂ, ਕਿਹੋ ਜਿਹੇ ਕਰੀਅਰਸ ਨਿਕਲਣਗੇ। ਸੋ ਇਸ ਟਾਈਮ ਤੇ ਸੇਲਸ ਦੇ ਅੰਦਰ ਰਿਸਕ ਐਨਾਲਿਸਿਸ, ਬਿਜ਼ਨਸ ਡਿਵੈਲਪਮੈਂਟ, ਸੇਲਸ ਇੰਜੀਨੀਅਰਿੰਗ, ਇਹ ਨਈ ਤਰ੍ਹਾਂ ਦੀਆਂ ਸਕਿੱਲਸ ਹੁੰਦੀਆਂ, ਤੇ ਸਾਰਿਆਂ ਨੂੰ ਬਲੌਕਚੇਨ ਦੇ ਬਾਰੇ ਪਤਾ ਹੋਣਾ ਚਾਹੀਦਾ ਵੀ ਅਸੀਂ ਅਗਰ ਤੁਸੀਂ ਸੇਲਸ ਦੀ ਕਰਨਾ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਵੇਚ ਕੀ ਰਹੇ ਹੋ। ਇਸੇ ਤਰ੍ਹਾਂ ਤੁਹਾਨੂੰ ਬਲੌਕਚੇਨ ਦੀ ਨੌਲੇਜ ਹੋਣੀ ਚਾਹੀਦੀ ਹੈ ਵੀ ਹੁਣ ਅਸੀਂ ਬਲੌਕਚੇਨ ਵੇਚ ਰਹੇ ਹਾਂ, ਇਹ ਕਿਵੇਂ ਡਿਵੈਲਪ ਕਰ ਸਕਦੇ ਆ ਇਹਨੂੰ, ਇਹਦਾ ਰਿਸਕ ਕੀ ਹੈ, ਇਹ ਕਿਵੇਂ ਇਹਨੂੰ ਕਿਹੋ ਜਿਹੇ ਪਾਰਟਨਰਸ ਚਾਹੀਦੇ ਅਗਰ ਆਪ ਕੋਈ ਇਹੋ ਜਿਹਾ ਸਿਸਟਮ ਬਣਾਉਣਾ। ਡਿਜ਼ਾਈਨਿੰਗ ਦੇ ਅੰਦਰ ਵੀ, ਕਿਉਂਕਿ ਇਹ ਬਲੌਕਚੇਨ ਦੇ ਸਿਸਟਮ ਉਹਨਾਂ ਦਾ ਡਿਜ਼ਾਈਨ ਵੀ ਅੱਡ ਆ, ਉਹਨਾਂ ਨੂੰ ਵੀ ਥੋੜੀ ਜਿਹੀ ਨੌਲੇਜ ਹੋਣੀ ਚਾਹੀਦੀ ਹੈ, ਵਾਲੀ ਨਹੀਂ, ਪਰ ਉਹ ਥੋੜੀ ਬੇਸਿਕ ਹੋਣੀ ਚਾਹੀਦੀ ਇਨਫੋਰਮੇਸ਼ਨ। ਟੈਕਨੋਲੋਜੀ ਰੋਲਸ, CEO, CIO, CO, CTO, ਮੈਨੇਜਮੈਂਟ ਰੋਲਸ ਆ ਜ਼ਿਆਦਾਤਰ। ਇਨਫੋਰਮੇਸ਼ਨ ਟੈਕਨੋਲੋਜੀ ਰੋਲ, ਜਿਨ੍ਹਾਂ ਨੇ ਇਨਫੋਰਮੇਸ਼ਨ ਸਿਕਿਉਰਿਟੀ ਦੇ ਐਕਸਪਰਟ ਆ, ਉਹਨਾਂ ਨੇ ਬਲੌਕਚੇਨ ਦਾ ਸਿਸਟਮ ਮੇਨਟੇਨ ਕਰਨਾ। ਸੌਫਟਵੇਅਰ ਇੰਜੀਨੀਅਰ ਦਾ ਰੋਲ ਮੈਂ ਜ਼ਿਆਦਾਤਰ ਰეკਮੈਂਡ ਕਰਦਾ ਵੀ ਇੱਕ ਇਹ ਜਿਹੀ ਫੀਲ ਆ ਜਿਹੜੀ ਪੰਜਾਬ 'ਚ ਬਹਿ ਕੇ, ਕਿਉਂਕਿ ਹੁਣ ਦੇਖੋ ਪੰਜਾਬ 'ਚ ਜਗ੍ਹਾ ਜਗ੍ਹਾ ਤੇ ਇੰਟਰਨੈਟ ਹੈ। ਮੈਂ ਕਾਫੀ ਛੋਟੇ ਛੋਟੇ ਪਿੰਡਾਂ ਤੱਕ ਵੀ ਗਿਆ, ਇੰਟਰਨੈਟ ਦੀ ਸਪੀਡ ਐਕਚੁਅਲੀ ਕਾਫੀ ਵਧੀਆ। ਅਗਰ ਤੁਸੀਂ ਟਿਕਟੌਕ ਦੀ ਵੀਡੀਓ ਦੇਖ ਸਕਦੇ ਹੋ, ਮੈਨੂੰ ਲੱਗਦਾ ਤੁਹਾਨੂੰ ਡਿਵੈਲਪਮੈਂਟ ਕਰਨ ਦੀ ਇੰਟਰਨੈਟ ਦੀ ਸਪੀਡ ਮਿਲ ਚੁੱਕੀ ਹੈ। ਅਗਰ ਉਹ ਦੇਸ਼ਾਂ ਦੇ ਅਗਰ ਕੀ ਤੁਸੀਂ YouTube ਵੀਡੀਓ ਵਾਲੇ ਤੁਹਾਡੀ ਲਾਈਕ ਨਹੀਂ ਕਰ ਰਹੀ, ਤਾਂ ਤੁਹਾਨੂੰ ਮੈਨੂੰ ਲੱਗਦਾ ਡਿਵੈਲਪਰ ਦੀ ਵੀਡੀਓ ਵੀ ਤੁਸੀਂ ਬਹਿ ਕੇ ਦੇਖ ਹੀ ਸਕਦੇ ਹੋ ਉੱਥੇ। ਜੇ ਪਿੰਡਾਂ ਤੱਕ ਦਿਲਜੀਤ ਦੋਸਾਂਝ ਦੇ ਗਾਣੇ ਰਿਪੀਟ ਤੇ ਪਹੁੰਚ ਸਕਦੇ ਨੇ, ਤੇ ਡਿਵੈਲਪਮੈਂਟ ਦੇ ਲਈ ਇੰਟਰਨੈਟ ਵੀ ਪਹੁੰਚ ਸਕਦਾ ਹੈ। ਸੋ ਹੁਣ ਕਿਉਂਕਿ ਇੱਕ ਇਹ ਜਿਹੀ ਫੀਲ ਆ ਜਿਹੜਾ ਉਹ ਇਹ ਨਹੀਂ ਕਹਿੰਦੀ ਵੀ ਤੁਹਾਨੂੰ ਕਿਤੇ ਜਾਣਾ ਪਊਗਾ, ਤੁਸੀਂ ਘਰੇ ਬਹਿ ਕੇ ਪ੍ਰੋਗਰਾਮਿੰਗ ਕਰ ਸਕਦੇ ਹੋ ਇੰਟਰਨੈਟ ਦੇ ਉੱਤੇ। ਤੁਹਾਨੂੰ ਸਿਰਫ ਚਾਹੀਦਾ ਇੱਕ ਲੈਪਟਾਪ ਤੇ ਇੰਟਰਨੈਟ, ਉਹਦੇ ਨਾਲ ਤੁਸੀਂ ਬਹਿ ਕੇ ਕੀ ਪ੍ਰੋਗਰਾਮਿੰਗ ਸਿੱਖ ਸਕਦੇ ਹੋ, ਪ੍ਰੋਗਰਾਮਿੰਗ ਕਰ ਸਕਦੇ ਹੋ, ਤੇ ਆਪਦੇ ਕਿ ਪੰਜਾਬ ਦੇ ਅੰਦਰੋਂ ਹੀ ਡਾਲਰ ਕਮਾ ਸਕਦੇ ਹੋ, ਬਾਹਰ ਦੇਸ਼ ਦੀ ਜਾਣ ਦੀ ਵੀ ਲੋੜ ਨਹੀਂ। ਅਗਰ ਤੁਸੀਂ ਨਹੀਂ ਜਾਣਾ, ਅਗਰ ਤੁਸੀਂ ਜਾਣਾ ਤੁਸੀਂ ਫਿਰ ਜਾ ਸਕਦੇ ਹੋ। ਇਸ ਟਾਈਮ ਤੇ ਵੀ ਬਹਿ ਕੇ ਤੁਸੀਂ ਦੇਖੋ, ਕੋਵਿਡ ਹੋ ਗਿਆ, ਕਿੰਨੇ ਬਿਜ਼ਨਸ ਬੰਦ ਹੋ ਗਏ, ਬਟ ਟੈਕਨੋਲੋਜੀ ਦਾ ਬਿਜ਼ਨਸ 3 ਤੋਂ 10 ਗੁਣਾ ਜ਼ਿਆਦਾ ਹੋ ਗਿਆ ਐਟਲੀਸਟ। ਕਾਫੀ ਟੈਕਨੋਲੋਜੀ ਦੀਆਂ ਕੰਪਨੀਆਂ ਕਿੰਨੀਆਂ ਜ਼ਿਆਦਾ ਉਹਨਾਂ ਦੀ ਵਰਥ ਵੱਧ ਗਈ, ਕਿਉਂਕਿ ਟੈਕਨੋਲੋਜੀ ਜ਼ਿਆਦਾ ਲੋਕੀ ਵਰਤਣ ਲੱਗ ਗਏ ਇਸ ਟਾਈਮ ਤੇ। ਉਸੇ ਤਰ੍ਹਾਂ ਜਿਹਦੇ ਸੌਫਟਵੇਅਰ ਇੰਜੀਨੀਅਰਿੰਗ ਦਾ ਕੰਮ ਆ ਉਹ ਵੀ ਵੱਧ ਗਿਆ, ਕਿਉਂਕਿ ਹੁਣ ਲੋਕੀ ਜ਼ਿਆਦਾ ਚੀਜ਼ਾਂ ਇਨਵੈਂਟ ਕਰਨ ਲੱਗ ਗਏ। ਸੋ ਉਸੇ ਤਰ੍ਹਾਂ ਜਿਹੜੇ ਆਪਣੇ ਪੰਜਾਬ ਦੇ ਅੰਦਰ ਹੁਣ ਅਗਰ ਤੁਸੀਂ ਕਹੋਗੇ ਵੀ ਘਾਟ ਆ ਜਾਂ ਲੋਕਾਂ ਨੂੰ ਪਤਾ ਨਹੀਂ, ਕਿਉਂਕਿ ਉੱਥੇ ਨੌਲੇਜ ਦੀ ਘਾਟ ਆ। ਉੱਥੇ ਇਸ ਟਾਈਮ ਤੇ ਇੰਨੀਆਂ ਟੈਕਨੋਲੋਜੀ ਯੂਨੀਵਰਸਿਟੀਜ਼ ਅਜੇ ਆਈਆਂ ਨਹੀਂ, ਪਰ ਜਦੋਂ ਡਿਮਾਂਡ ਵਧੂਗੀ ਉਹਦੀ, ਫਿਰ ਹੀ ਉੱਥੇ ਜ਼ਿਆਦਾ ਟੈਕਨੋਲੋਜੀ ਦੀਆਂ ਯੂਨੀਵਰਸਿਟੀਜ਼ ਹੋਣਗੀਆਂ, ਜ਼ਿਆਦਾ ਟੈਕਨੋਲੋਜੀ ਦੇ ਕੋਰਸਸ ਹੋਣਗੇ, ਜ਼ਿਆਦਾ ਇੰਜੀਨੀਅਰਸ ਹੋਣਗੇ, ਫਿਰ ਜ਼ਿਆਦਾ ਟੈਕਨੋਲੋਜੀ ਦੀਆਂ ਕੰਪਨੀਆਂ ਖੁੱਲਣਗੀਆਂ ਉੱਥੇ। ਇੱਕ ਤਰ੍ਹਾਂ ਦਾ ਜਿਵੇਂ ਡਿਮਾਂਡ ਤੇ ਸਪਲਾਈ ਦਾ ਸ਼ਾਰਟੇਜ ਆ ਉੱਥੇ। ਹੌਲੀ ਹੌਲੀ ਮੈਨੂੰ ਲੱਗਦਾ ਪੰਜਾਬ ਦੇ ਅੰਦਰ, ਕਿਉਂਕਿ ਜਿੰਨੇ ਵੀ ਮੈਂ ਪੰਜਾਬ ਦੇਖਿਆ, ਆਪਣੇ ਕੋਲ ਇਹ ਸਕਿੱਲ ਹੈਗੀ ਆ, ਟੈਲੈਂਟ ਹੈਗੀ ਆ ਵੀ ਲੋਕੀ ਟੈਕਨੀਕਲ ਇੰਜੀਨੀਅਰਸ ਬਣ ਸਕੇ। ਕਾਫੀ ਵਧੀਆ ਵਧੀਆ ਲੈਵਲ ਤੇ ਆਪਣੇ ਪੰਜਾਬੀ ਲੋਕ ਬੈਠੇ ਨੇ ਜੇ, ਕਾਫੀ ਵਧੀਆ ਟੈਕਨੋਲੋਜਿਸਟ ਆ। ਤੇ ਮੈਨੂੰ ਲੱਗਦਾ ਇਹ ਹੌਲੀ ਹੌਲੀ ਇਹ ਘਾਟ ਪੂਰੀ ਹੋਗੀ। ਤੇ ਦਿਸ ਆਰ ਸਮ ਆਫ ਦਾ ਰੋਲਸ ਦੈਟ ਯੂ ਸ਼ੁਡ ਰੀਅਲੀ ਕੰਸੀਡਰ ਇਨਟੂ। ਇਹ ਕੁਝ ਰੋਲ ਜਿਹੜੇ ਤੁਸੀਂ ਅਗਰ ਫਿਊਚਰ ਦੇ ਅਗਰ ਕੋਈ ਹਜੇ ਇੱਥੇ ਪੜ੍ਹਦਾ ਹੈਗਾ ਤੇ ਉਹਨੇ ਚੂਜ਼ ਕਰਨਾ ਵੀ ਅਗਲਾ ਫਿਊਚਰ 'ਚ ਰੋਲ ਕੀ ਆ, ਉਹ ਸੌਫਟਵੇਅਰ ਇੰਜੀਨੀਅਰਿੰਗ ਬਾਰੇ ਜ਼ਰੂਰ ਕੰਸੀਡਰ ਕਰੇ। ਤੇ ਹੋਰ ਕਾਫੀ ਸਾਰੀ ਇੰਜੀਨੀਅਰਿੰਗ ਦੇ ਰੋਲ ਨਹੀਂ, ਮੈਂ ਇਹਨਾਂ ਤੇ ਬਾਲਾ ਟਾਈਮ ਨਹੀਂ ਵੇਸਟ ਕਰੂੰਗਾ, ਪਰ ਜਸਟ ਟੂ ਲੈਟ ਯੂ ਨੋ ਇਹ ਸਾਰੇ ਰੋਲਸ, ਇਹ ਸਲਾਈਡਸ ਬਾਅਦ 'ਚੋਂ ਦੇ ਦੂੰਗਾ ਤੁਹਾਨੂੰ ਦੇਖਣ ਵਾਸਤੇ। ਤੁਸੀਂ 1 ਬਾਏ 1 ਜਾ ਕੇ ਦੇਖ ਸਕਦੇ ਹੋ ਵੀ ਕੀ ਸਿਸਟਮਸ ਕੀ ਰੋਲਸ ਹੈਗੇ ਨੇ, ਤੇ ਤੁਸੀਂ ਇਹਨਾਂ ਦੇ ਬਾਰੇ ਗੂਗਲ ਕਰ ਸਕਦੇ ਹੋ, ਦੇਖ ਸਕਦੇ ਹੋ ਵੀ ਕੀ ਰੋਲ ਦੁਨੀਆ 'ਚ ਹੈਗੇ ਤੇ ਕੀ ਸੈਲਰੀਜ਼ ਨੇ ਇਹਨਾਂ ਦੀਆਂ। ਪਰ ਜ਼ਿਆਦਾਤਰ ਇਹਨਾਂ ਦੀਆਂ ਹਾਈ ਸੈਲਰੀਜ਼ ਕਾਫੀ ਹਾਈ ਨੇ। ਜਿੰਨੇ ਵੀ ਰੋਲ ਆਏ ਸਾਰਿਆਂ ਦੀ ਸੈਲਰੀਜ਼ ਕਾਫੀ ਹਾਈ ਆ, ਕਿਉਂਕਿ ਇਹ ਹਾਈ ਸਕਿੱਲ ਜੌਬਸ ਆ। ਇਹ ਮੈਨੂੰ ਲੱਗਦਾ ਇਹ ਇੱਕ ਟਾਈਮ ਆ ਗਿਆ ਵੀ ਹੁਣ ਆਪਣੀ ਜਿਹੜੇ ਪੰਜਾਬ ਦੇ ਲੋਕ ਆ, ਉਹ ਲੋ ਸਕਿੱਲ, ਮਿਡ ਸਕਿੱਲ ਤੋਂ ਹਾਈ ਸਕਿੱਲ ਦੀ ਬਣੀ ਜਰਨੀ ਕਰੇ, ਤੇ ਜ਼ਿਆਦਾ ਟੈਕਨੀਕਲ ਬੰਦੇ ਬਾਹਰ ਨਿਕਲੇ, ਜ਼ਿਆਦਾ ਟੈਕਨੀਕਲ ਦੀ ਬਣੀ ਗੌਰ ਦੇਵੇ, ਕਿਉਂਕਿ ਇਹ ਬਿਜ਼ਨਸ ਕਿਤੋਂ ਵੀ ਚੱਲ ਸਕਦਾ, ਕੋਈ ਵੀ ਦੇਸ਼ਾਂ 'ਚ ਬਹਿ ਕੇ ਕੰਮ ਚੱਲ ਸਕਦਾ। ਤੇ ਜਿੰਨੇ ਹਾਈ ਸਕਿੱਲ ਬੰਦੇ ਹੋਣਗੇ, ਜਿੰਨਾ ਜ਼ਿਆਦਾ ਪੈਸਾ ਉਹ ਕਮਿਊਨਿਟੀ ਬਣਾਉਗੀ, ਓਨਾ ਜ਼ਿਆਦਾ ਉਹ ਕਮਿਊਨਿਟੀ ਅੱਗੇ ਵਧੂਗੀ।
ਸੋ ਇਸੇ ਟਾਈਮ ਤੇ ਮੈਂ ਸੋਚ ਰਿਹਾ ਵੀ ਜ਼ਿਆਦਾ ਹਾਈ ਸਕਿੱਲ ਦੇ ਬੰਨੇ ਲੋਕੀ ਐਂਬੀਸ਼ਨ ਰੱਖੇ ਆਪਣੀ। ਸੋ ਆਈ ਥਿੰਕ ਵਿਦ ਦੈਟ ਰਵਨੀਤ ਆਈ ਵਿਲ ਪਾਸ ਇਟ ਬੈਕ ਟੂ ਯੂ। ਥੈਂਕ ਯੂ। Wow, Harpreet. Wow. I think, guys, if we can all agree कि साढ़े सब दे हुए दिमाग are like, Harpreet, first of all, thank you so much. जो ਅੱਜ ਤੁਸੀਂ ਕੀਤਾ ਹੈ ਮੈਂ ਸਭ ਦੇ ਸਾਹਮਣੇ ਕਹਿਣਾ ਚਾਹਨੀ ਹਾਂ ਤੇ ਮੈਂ on behalf of everyone ਕਹਿਣਾ ਚਾਹਨੀ ਹਾਂ ਕਿ ਤੁਸੀਂ ਅੱਜ ਹਿਸਟਰੀ ਕ੍ਰੀਏਟ ਕੀਤੀ ਹੈ। ਤੁਸੀਂ ਦੁਨੀਆ ਵਿੱਚ ਪਹਿਲੇ ਇਨਸਾਨ ਹੋ ਜਿਨੇ ਪੰਜਾਬੀ ਦੇ ਵਿੱਚ ਇੰਨੇ ਕੰਪਲੈਕਸ ਕਨਸੈਪਟਸ ਤੁਸੀਂ ਸਾਨੂੰ ਸਮਝਾਏ ਨੇ। ਕਿੰਨਾ ਗਾਇਜ਼ ਜੋ ਇਹਨਾਂ ਨੇ ਅੱਜ ਸਾਨੂੰ ਸਮਝਾਇਆ ਡੀਐਲਟੀ ਦੇ ਬਾਰੇ, ਡਾਓ ਦੇ ਬਾਰੇ, ਓਰੇਕਲ ਦੇ ਬਾਰੇ, ਇਹ ਦੁਨੀਆ ਦੇ ਸਭ ਤੋਂ ਐਡਵਾਂਸਡ ਕਨਸੈਪਟਸ ਹੈਗੇ ਨੇ ਹੁਣੇ। ਸਾਰਾ ਜਿਵੇਂ ਜੌਬ ਓਪਰਚੁਨਿਟੀਜ਼ ਹੁਣੇ ਇੱਥੇ ਦੁਨੀਆ ਦੇ ਵਿੱਚ ਜਿਹੜਾ ਪੈਸਾ ਹੁਣੇ ਜਨਰੇਟ ਹੋ ਰਿਹਾ ਹੈ ਇਸ ਇੰਡਸਟਰੀਜ਼ ਦੇ ਵਿੱਚ ਹੋ ਰਿਹਾ ਹੈ। ਜੌਬਸ ਓਪਰਚੁਨਿਟੀਜ਼ ਇਸ ਇੰਡਸਟਰੀਜ਼ ਦੇ ਵਿੱਚ ਹੈਗੀਆਂ ਨੇ। ਤੇ ਹਰਪ੍ਰੀਤ ਥੈਂਕ ਯੂ ਸੋ ਮਚ ਕਿ ਤੁਸੀਂ ਸਮਾਂ ਕੱਢਿਆ ਹੈ ਤੇ ਇੰਨੇ ਚੰਗੀ ਤਰ੍ਹਾਂ ਇੰਡੀਆ ਦੇ ਪੰਜਾਬ ਦੇ ਐਗਜ਼ਾਮਪਲਸ ਯੂਜ਼ ਕਰਕੇ ਇਹਨਾਂ ਨੂੰ ਸਮਝਾਇਆ ਤੇ ਆਈ ਐਮ ਸ਼ੋਰ ਕਿ ਹਾਈ ਲੈਵਲ ਤੇ ਸਭ ਨੂੰ ਸਮਝ ਆਇਆ। ਤੇ ਆਈ ਥਿੰਕ ਗਾਇਜ਼ ਕਿ ਜਿਵੇਂ ਮੈਂ ਤੁਹਾਨੂੰ ਸ਼ੁਰੂ ਵਿੱਚ ਕਿਹਾ ਸੀ ਕਿ ਇਟਸ ਨਾਟ ਕਿ ਤੁਸੀਂ ਅੱਜ ਜੋ ਸਮਝੋ ਕਿ ਸਾਰਾ ਹੁਣ ਤੁਹਾਨੂੰ ਬਲੌਕਚੇਨ ਦੇ ਬਾਰੇ ਹੁਣ ਪਤਾ ਲੱਗ ਗਿਆ ਹੈ, ਬਟ ਦ ਗੋਲ ਇਜ਼ ਕਿ ਤੁਹਾਨੂੰ ਹੁਣ ਹਾਈ ਲੈਵਲ ਪਤਾ ਲੱਗ ਗਿਆ ਕਿ ਕਿਉਂ ਕੀ ਹੈਗਾ ਹੈ ਤੇ ਕਦੋਂ ਕਿਵੇਂ ਫਿਊਚਰ ਵਿੱਚ ਇਹਦੀ ਅਡਾਪਸ਼ਨ ਹੋਏਗੀ, ਕਿਵੇਂ ਯੂਜ਼ ਹੋਏਗਾ, ਹੈ ਨਾ। ਤੇ ਜੇ ਤੁਸੀਂ ਇਹਦੇ ਵਿੱਚ ਜਾਣਾ ਚਾਹੁੰਦੇ ਹੋ ਕਿਵੇਂ ਕਿਵੇਂ ਤਰ੍ਹਾਂ ਦੀਆਂ ਜੌਬਸ ਹੈਗੀਆਂ ਨੇ। ਸੋ ਆਈ ਥਿੰਕ ਇਟਸ ਜਸਟ ਥੈਂਕ ਯੂ ਸੋ ਮਚ ਹਰਪ੍ਰੀਤ ਕਿ ਤੁਸੀਂ ਸਾਡੇ ਨਾਲ ਸੀ। ਤੇ ਗਾਇਜ਼ ਤੁਹਾਡਾ ਵੀ ਥੈਂਕ ਯੂ ਸੋ ਮਚ ਕਿ ਹਾਂ ਆਲੂ ਦਾ ਐਗਜ਼ਾਮਪਲ ਰੀਲੀ ਗੁੱਡ ਕਮੈਂਟਸ ਦੇ ਵਿੱਚ ਆਲੂ ਦਾ ਐਗਜ਼ਾਮਪਲ ਕਹਿ ਰਹੇ। ਹਰਪ੍ਰੀਤ ਯੂ ਹੈਵ ਟੂ ਗੋ ਬੈਕ ਐਂਡ ਰੀਡ ਦ ਕਮੈਂਟਸ। ਲੋਕੀ ਵਰ ਸੇਇੰਗ ਥੈਂਕ ਯੂ ਸੋ ਮਚ ਕਿ ਤੁਸੀਂ ਇੰਨੀ ਚੰਗੀ ਤਰ੍ਹਾਂ ਸਮਝਾਇਆ ਸੀ ਥਰੂ ਆਊਟ ਦ ਹੋਲ ਥਿੰਗ। ਸੋ ਗਾਇਜ਼ ਤੁਹਾਡਾ ਥੈਂਕ ਯੂ। ਤੁਸੀਂ ਆਪਣਾ ਮੰਡੇ ਹੁਣ ਇੰਜੋਏ ਕਰੋ ਤੇ ਤੁਹਾਡੇ ਲਈ ਅਸੀਂ ਛੇਤੀ ਹੀ ਇੱਕ ਨਵਾਂ ਇਵੈਂਟ ਹੋਰ ਲੈ ਕੇ ਆਵਾਂਗੇ। ਮੈਂ ਡਿਸਕਸ ਕਰਾਂਗੀ ਕਿ ਨੈਕਸਟ ਇਵੈਂਟ ਸਾਨੂੰ ਕਿਹੜਾ ਕਿਹੜਾ ਕਰਨਾ ਚਾਹੀਦਾ ਹੈ। ਤੇ ਹਰਪ੍ਰੀਤ ਤੁਹਾਡਾ ਥੈਂਕ ਯੂ ਕਿ ਤੁਸੀਂ ਸਾਡੇ ਨਾਲ ਟਾਈਮ ਸਪੈਂਡ ਕੀਤਾ ਹੈ। ਤੇ ਗਾਇਜ਼ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ।